ਗੁਰਮੰਤਰ ਦਾ ਜਾਪ ਕਰੋ ਤੇ ਤੁਸੀਂ ਸੇਵਾ ਕਰੋ। ਮੈਂ ਕਿਹਾ ਓਕੇ ਜੀ। ਸੋ ਐਜ਼ ਅ ਸਟੂਪਿਡ ਡਮ ਬੱਚੇ ਦੇ ਵਰਗਾ ਮੈਂ ਲੱਗ ਗਿਆ। ਮੈਂ ਕਿਹਾ ਠੀਕ ਹੈ ਜੀ, ਮੈਂ ਇਹੀ ਕਰਾਂਗਾ। ਉਸ ਤੋਂ ਪਹਿਲਾਂ ਦਾ ਹਰਤੀਰਥ ਕੀ ਸੀ ਅਤੇ ਉਸ 2013 ਦੀ ਘਟਨਾ ਤੋਂ ਬਾਅਦ ਦਾ ਹਰਤੀਰਥ ਕੀ ਸੀ? ਅਸੀਂ 2010 ਦੇ ਵਿੱਚ 100 ਕਰੋੜ ਦੀ ਟਰਨਓਵਰ ਦਾ ਬਿਜ਼ਨਸ ਕਰਦੇ ਸੀ। ਪ੍ਰੋਪਰ ਸਪੋਇਲਡ ਬ੍ਰੈਡ। ਤਾਂ ਮੈਂ ਕਿਹਾ ਮੇਰਾ ਇਹ ਹਾਲ ਹੁੰਦਾ ਸੀ ਜਿਵੇਂ ਤੁਸੀਂ ਸਕੂਲ ਹੋਂਡਾ ਸਿਟੀ ਭੇਜਤੀ ਅਤੇ ਆਡੀ ਨਹੀਂ ਭੇਜੀ, ਮੈਂ ਸਕੂਲ ਤੋਂ ਵਾਪਸ ਨਹੀਂ ਆ ਰਿਹਾ। ਮੇਰਾ ਇਹ ਹਾਲ ਹੁੰਦਾ ਸੀ ਐਜ਼ ਅ ਕਿਡ। ਹੈਡ ਗ੍ਰੰਥੀ ਸਾਹਿਬ ਨੇ ਕਿਹਾ ਸੀ ਕਿ ਇਹ ਪੰਥ ਵਾਸਤੇ ਸੇਵਾ ਕਰੂਗਾ। ਬਟ ਵਾਟ ਵਾਜ਼ ਹੈਪਨਿੰਗ ਇਨ ਮਾਈ ਲਾਈਫ ਇਜ਼ ਕਿ ਯਾਰ ਮੈਂ ਕਿਹਾ ਸੇਵਾ ਤੇ ਦੂਰ ਦੀ ਗੱਲ ਹੈ, ਇੱਥੇ ਤਾਂ ਬੇੜਾ ਗਰਕ ਹੀ ਹੋ ਰਿਹਾ ਹਾਲੇ ਤਾਂ ਹਰਦੀਰਤ ਦਾ। ਜਿਹੜੇ ਦਿੱਲੀ ਦੇ ਪ੍ਰੋਪਰ ਟਿਪੀਕਲ ਸਰਦਾਰ ਬੋਇਜ਼ ਨਹੀਂ ਹੁੰਦੇ ਕਿ ਪਿੱਛੇ ਜੂੜਾ ਕਰ ਲਿਆ। ਇੰਨੀ ਅਕੜ ਹੁੰਦੀ ਸੀ ਮੇਰੇ ਅੰਦਰ ਕਿ ਬੱਚਿਆਂ ਦੇ ਆਈਫੋਨ ਸੁੱਟਦੇ ਨੇ ਸਵਿਮਿੰਗ ਪੂਲ ਦੇ ਵਿੱਚ ਕਿ ਕੋਈ ਨਹੀਂ ਤੁਹਾਨੂੰ ਕੱਲ੍ਹ ਨਵਾਂ ਮਿਲ ਜਾਊਗਾ। ਇੰਨਾ ਬੁਰਾ ਹਾਲ ਸੀ ਮੇਰਾ। ਇਹ ਹਾਲ ਸੀ ਕਿ ਮੇਰੇ ਸਾਹਮਣੇ ਜਿਹੜਾ ਹੈਲੀਕਾਪਟਰ ਮੈਨੂੰ ਰੈਸਕਿਊ ਕਰਨ ਆ ਰਿਹਾ ਉਹ ਰੁੜ ਗਿਆ ਪਾਇਲਟ ਦੇ ਸਮੇਤ। ਜਿਹੜੀ ਗੱਡੀਆਂ ਖੜੀ ਸੀ ਪਾਰਕਿੰਗ ਦੇ ਵਿੱਚ ਉਹ ਲਿਟਰਲੀ ਦੇਰ ਫੋਲਿੰਗ, ਜਿਵੇਂ ਕੋਈ ਲੈਗੋ ਬਲੌਕਸ ਨਹੀਂ ਹੁੰਦੇ ਜਿਵੇਂ ਪਜ਼ਲ ਦੇ ਵਾਂਗ ਗਿਰੀ ਜਾ ਰਹੇ ਨੇ ਸਾਰੀ ਗੱਡੀਆਂ। ਉਹ ਪਹਿਲਾਂ ਦਾਰੂ ਵੀ ਪੀਂਦਾ ਸੀ ਅਤੇ ਤੰਬਾਕੂ ਵੀ ਖਾਂਦਾ ਸੀ। ਉਹ ਇੱਕ ਹਫ਼ਤੇ ਦੇ ਵਿੱਚ 5 ਨਮਾਜ਼ੀ ਬਣ ਗਿਆ। ਸੋ ਵਾਸ ਪ੍ਰੈਕਟੀਕਲੀ ਵਿਟਨੈਸਿੰਗ ਇਹ ਸਾਰੀ ਚੀਜ਼ਾਂ ਆਪਣੇ ਸਾਹਮਣੇ। ਮੈਂ ਕਿਹਾ ਹੋ ਕੀ ਰਿਹਾ। ਅਤੇ ਉਹਦੇ ਬਾਅਦ ਅਸਾਮ ਫਲੱਡਸ ਹੋਏ, ਜਿੰਨੇ ਵੀ ਤਰਾਸਦੀਆਂ, ਜਿੰਨੇ ਵੀ ਅਰਥ ਫਿਕਸ, ਅਸੀਂ ਉੱਥੇ ਹੁੰਦੇ ਸੀ ਅਤੇ ਵੀ ਵਾਂਟਡ ਟੂ ਡੂ ਸੇਵਾ ਪਿਓਰਲੀ। ਕੀ ਕਰਨਾ ਹੈ ਬਿਨਾਂ ਕੋਈ ਜਾਤ ਪਾਤ ਦੇਖੇ। ਕਿ ਪੰਜਾਬ ਦੇ ਵਿੱਚ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਹੀਲ ਪੰਜਾਬ। ਜਿਹੜੇ ਫਾਰਮਰ ਸੁਸਾਈਡ ਕਰਦੇ ਨੇ ਉਹਨਾਂ ਨੂੰ ਅਸੀਂ ਰਾਸ਼ਨ ਕਿੱਟ ਦਿੰਦੇ ਸੀਗੇ ਮੰਥਲੀ। ਘਰ ਦੇ ਬਾਹਰ ਵੱਡਾ ਜਿਹਾ ਬੈਨਰ ਲਗਾ ਦੇਣਗੇ ਕਿ ਸੇਵਾ ਬਾਏ ਫਲਾਣਾ ਢਿਮਕਾਨਾ ਸੁਸਾਇਟੀ। ਅਸੀਂ ਉਹ ਕੰਮ ਨਹੀਂ ਕਰਨਾ, ਅਸੀਂ ਦੂਰ ਜਾ ਕੇ ਕੰਮ ਕਰਨਾ ਜਿਵੇਂ ਗੁਰੂ ਨਾਨਕ ਮਹਾਰਾਜ ਨੇ ਕੀਤਾ ਸੀ। ਵੀਡੀਓ ਦੇਖ ਰਹੀ ਸੀ ਜਿਹਦੇ 'ਚ ਤੁਸੀਂ ਇੱਕ ਬੋਰਡ ਚੱਕਿਆ ਹੋਇਆ ਸੀ ਕਿ ਬੱਲੇ ਬੱਲੇ ਇਜ਼ ਜਸਟ ਅ ਬਾਈ। ਅਸੀਂ ਸਾਰਾ ਦਿਨ ਇਹੀ ਕੁਛ ਨਹੀਂ ਕਰਦੇ ਰਹਿੰਦੇ। ਅਸੀਂ ਨਾ ਕਦੀ ਗਲਵਖੜੀ ਦੇ ਵਿੱਚ ਨਹੀਂ ਲੈਂਦੇ ਬੱਚਿਆਂ ਨੂੰ ਅੱਜ ਕੱਲ੍ਹ। ਅਸੀਂ ਪਹਿਲਾਂ ਹੀ ਤਾਨਾ ਮਾਰਦੇ ਕਿ ਯਾਰ ਤੂੰ ਇਹ ਗਲਤ ਕਰ ਰਿਹਾ, ਤੂੰ ਇਹ ਗਲਤ ਕਰ ਰਿਹਾ, ਤੂੰ ਇਹ ਗਲਤ ਕਰ ਰਿਹਾ। ਬਟ ਜੇ ਅਸੀਂ ਕਹਾਂਗੇ ਯਾਰ ਤੂੰ ਜਿਹੋ ਜਿਹਾ ਵੀ ਹੈ ਤੂੰ ਆ ਜਾ ਮੇਰੇ ਨਾਲ। ਮੇਰੇ ਕੋਲ 5 ਜੂਤੇ ਨੇ, ਮੈਂ 10 ਜੂਤੇ ਰੱਖ ਕੇ ਕੀ ਕਰਾਂਗਾ। ਆਈ ਵੁੱਡ ਰਾਦਰ ਗਿਵ ਇਟ ਆਊਟ ਟੂ ਸਮਵਨ ਇਨ ਨੀਡ। ਜਿਹਦੇ ਕੋਲ ਚੱਪਲ ਵੀ ਨਹੀਂ ਮੈਂ ਉਹਨੂੰ ਦੇਵਾਂਗਾ ਜੂਤਾ। ਫੇਸ, ਕਿਉਂਕਿ ਤੁਸੀਂ ਆਲਰੇਡੀ ਬਹੁਤ ਜ਼ਿਆਦਾ ਕੰਮ ਕਰ ਰਹੇ ਹੋ, ਲੋਕਾਂ ਨੂੰ ਪਤਾ ਹੈ ਤੁਹਾਡੇ ਬਾਰੇ, ਤਾਂ ਫਿਰ ਉੱਥੇ ਇੱਕ ਵੱਡਾ ਚਿਹਰਾ ਜਾਂ ਫਿਰ ਖਾਸ ਤੌਰ ਤੇ ਇੱਕ ਕਲਾਕਾਰ ਦੇ ਚਿਹਰੇ ਦੀ ਹੀ ਕਿਉਂ ਲੋੜ ਪੈਂਦੀ ਹੈ? 90% NGOs ਆਰ ਕਰਪਟ। ਅਤੇ ਮੈਂ ਤਾਂ ਖੁਦ ਐਗਰੀ ਕਰਦਾ ਕਿ ਯਾਰ ਜੇ ਕਿਸੇ ਨੂੰ ਵੀ ਕਾਈਂਡਨੈਸ ਜਾਂ ਗੁੱਡਨੈਸ ਦਾ ਕੈਂਪੇਨ ਕਰਾਉਣਾ ਨਾ ਉਹਨੂੰ ਮੇਰੇ ਕੋਲ ਆਉਣਾ ਹੀ ਪਏਗਾ। ਬਟ ਜੇ ਮੈਂ ਕਿਰਤ ਦੀ ਸੱਚੀ ਕਮਾਈ ਦੇ ਵਿੱਚੋਂ ਮੈਂ ਇਹ ਸਭ ਕਰਿਆ ਦੈਨ ਆਈ ਫੀਲ ਕੱਲ੍ਹ ਨੂੰ ਮੈਂ ਬੈਲੈਂਸੀਆਗਾ ਵੀ ਪਾਵਾਂਗਾ, ਕੱਲ੍ਹ ਨੂੰ ਮੈਂ LV ਵੀ ਪਾਵਾਂਗਾ, ਬਿਕੋਜ਼ ਉਹ ਮੇਰੀ ਖੁਦ ਦੀ ਕਮਾਈ ਦੇ ਵਿੱਚੋਂ ਹੈ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਨੂੰ ਖਾਸ ਤੌਰ ਤੇ ਸਾਡੇ ਘਰਾਂ ਦੇ ਵਿੱਚ ਜਾਂ ਖਾਸ ਤੌਰ ਤੇ ਸਾਡੇ ਧਰਮ ਦੇ ਵਿੱਚ ਇਹੀ ਸਿਖਾਇਆ ਜਾਂਦਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ। ਅਤੇ ਜਦੋਂ ਅਸੀਂ 2 ਵੇਲੇ ਅਰਦਾਸ ਵੀ ਕਰਦੇ ਹਾਂ ਤਾਂ ਅਰਦਾਸ ਦੇ ਵਿੱਚ ਵੀ ਅਸੀਂ ਸਰਬੱਤ ਦਾ ਭਲਾ ਹੀ ਮੰਗਦੇ ਹਾਂ। ਸੋ ਅੱਜ ਬੀ ਸੋਸ਼ਲ ਦੀ ਬੇਹੱਦ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੇਮਕੁੰਟ ਫਾਊਂਡੇਸ਼ਨ ਦੇ ਡਾਇਰੈਕਟਰ ਹਰਤੀਰਥ ਸਿੰਘ ਹੋਣਗੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਲਈ ਸੇਵਾ ਦੀ ਪਰਿਭਾਸ਼ਾ ਕੀ ਹੈ ਜਾਂ ਸੇਵਾ ਕਿਸ ਰੂਪ 'ਚ ਕੀਤੀ ਜਾ ਸਕਦੀ ਆ ਅਤੇ ਉਹਨਾਂ ਦੇ ਅੰਦਰ ਇਹ ਬੀਜ ਕਿੱਥੋਂ ਅਤੇ ਕਿਵੇਂ ਹੋਇਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਤੀਰਥ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਬੀ ਸੋਸ਼ਲ 'ਤੇ। ਥੈਂਕ ਯੂ। 2013 'ਚ ਤੁਹਾਡੀ ਜ਼ਿੰਦਗੀ 'ਚ ਇੱਕ ਘਟਨਾ ਵਾਪਰੀ ਸੀ ਜਿਹਨੇ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਮੈਂ ਚਾਹੂੰਗੀ ਕਿ ਤੁਸੀਂ ਦੱਸੋ ਘਟਨਾ ਕੀ ਸੀ ਐਂਡ ਉਸ ਤੋਂ ਪਹਿਲਾਂ ਦਾ ਹਰਤੀਰਥ ਕੀ ਸੀ ਅਤੇ ਉਸ 2013 ਦੀ ਘਟਨਾ ਤੋਂ ਬਾਅਦ ਦਾ ਹਰਤੀਰਥ ਕੀ ਸੀ? 2013 ਤੋਂ ਪਹਿਲਾਂ ਦਾ ਹਰਤੀਰਥ ਮਤਲਬ ਇੱਕ ਨਾਸਤਿਕ ਬੱਚਾ ਮੰਨ ਲਿਓ। ਜਿਹੜੇ ਦਿੱਲੀ ਦੇ ਪ੍ਰੋਪਰ ਟਿਪੀਕਲ ਸਰਦਾਰ ਬੋਇਜ਼ ਨਹੀਂ ਹੁੰਦੇ ਕਿ ਪਿੱਛੇ ਜੂੜਾ ਕਰ ਲਿਆ। ਉਹ ਮਤਲਬ ਹਾਲ ਹੋ ਜਾਣਾ ਸੀ ਮੇਰਾ ਆਰਾਮ ਨਾਲ। ਮੈਂ ਇੰਡੀਆ ਦੇ ਬੈਸਟ ਸਕੂਲ ਦੇ ਵਿੱਚ ਪੜ੍ਹ ਰਿਹਾ ਸੀ, ਪਾਥਵੇਜ਼। ਇਟਸ ਨੋਨ ਐਜ਼ ਅ ਸਪੋਇਲਡ ਬ੍ਰੈਟ ਸਕੂਲ। ਅਤੇ ਉੱਥੇ ਮੈਂ ਪੜ੍ਹਦਾ ਸੀ ਅਤੇ ਇਟ ਵੁੱਡ ਬੀ ਫਿਲਡ ਵਿਦ ਡਰੱਗਸ, ਐਲਕੋਹਲ ਵਗੈਰਾ। ਅਤੇ ਉਹ ਮੇਰਾ ਇਨਵਾਇਰਮੈਂਟ ਸੀ 2013 ਤੋਂ ਪਹਿਲਾਂ। ਅਤੇ 2013 ਦੇ ਵਿੱਚ ਅਸੀਂ ਹੇਮਕੁੰਟ ਸਾਹਿਬ ਜਾ ਰਹੇ ਸੀ। 2013 ਇਜ਼ ਦ ਸੇਮ ਟਾਈਮ ਵੈਨ ਉੱਥੇ ਤਰਾਸਦੀ ਆਈ, ਫਲੱਡਸ ਆ ਗਈ ਸੀ, ਬਾੜ ਆ ਗਈ ਸੀ ਉੱਥੇ। ਅਤੇ ਅਸੀਂ ਉੱਪਰ ਨਹੀਂ ਜਾ ਪਾਏ ਹੇਮਕੁੰਟ ਸਾਹਿਬ। ਗੋਬਿੰਦ ਘਾਟ, ਗੋਬਿੰਦ ਧਾਮ, ਅਤੇ ਇਹ ਪ੍ਰੋਪਰ ਟਰੈਕ ਹੁੰਦਾ ਅਤੇ ਵੀ ਕੁਡਨਟ ਈਵਨ ਗੋ ਟੂ ਹੇਮਕੁੰਟ ਸਾਹਿਬ। ਅਤੇ ਅਸੀਂ ਬੇਸ ਕੈਂਪ 'ਤੇ ਹੀ ਸੀ ਜਿਹੜਾ ਗੋਬਿੰਦ ਘਾਟ ਹੁੰਦਾ। ਅਤੇ ਹਰ ਸਾਲ ਜਾਂਦੇ ਸੀ ਐਜ਼ ਅ ਫੈਮਿਲੀ। ਇੱਕ ਫੈਮਿਲੀ ਟ੍ਰੈਡੀਸ਼ਨ ਬਣ ਗਿਆ ਸੀ ਇਹ। ਬਟ 2013 ਦੇ ਵਿੱਚ ਅਸੀਂ ਜਾ ਨਹੀਂ ਪਾਏ ਅਤੇ ਆਈ ਵਿਟਨੈਸ ਡੈਥ ਪ੍ਰੈਕਟੀਕਲੀ। ਮਤਲਬ ਇਹ ਹਾਲ ਸੀ ਕਿ ਮੇਰੇ ਸਾਹਮਣੇ ਜਿਹੜਾ ਹੈਲੀਕਾਪਟਰ ਮੈਨੂੰ ਰੈਸਕਿਊ ਕਰਨ ਆ ਰਿਹਾ ਉਹ ਰੁੜ ਗਿਆ ਪਾਇਲਟ ਦੇ ਸਮੇਤ। ਜਿਹੜੀ ਗੱਡੀਆਂ ਖੜੀ ਸੀ ਪਾਰਕਿੰਗ ਦੇ ਵਿੱਚ ਉਹ ਲਿਟਰਲੀ ਦੇਰ ਫੋਲਿੰਗ, ਜਿਵੇਂ ਕੋਈ ਲੈਗੋ ਬਲੌਕਸ ਨਹੀਂ ਹੁੰਦੇ ਜਿਵੇਂ ਪਜ਼ਲ ਦੇ ਵਾਂਗ ਗਿਰੀ ਜਾ ਰਹੇ ਨੇ ਸਾਰੀ ਗੱਡੀਆਂ। ਅਤੇ ਨਾ ਸਾਡੇ ਕੋਲ ਕੋਈ ਖਾਣਾ ਪੀਣਾ ਸੀ, ਨਾ ਸਾਡੇ ਕੋਲ ਕੱਪੜੇ ਸੀ। ਵੀ ਜਸਟ ਹੈਡ 1 ਪੇਅਰ ਆਫ ਕਲੋਥਸ। ਅਤੇ ਕੋਈ ਬਚਾਉਣ ਵਾਸਤੇ ਨਹੀਂ ਆ ਰਿਹਾ ਸੀ।
10-12 ਦਿਨ ਦੇ ਬਾਅਦ ITBP ਆਈ, ਜਿਹੜੀ ਇੰਡੋ ਟਿਬੇਟਨ ਬਾਰਡਰ ਪੁਲਿਸ ਹੁੰਦੀ ਹੈ। ਤੇ ਉਹਨਾਂ ਨੇ ਕਿਹਾ ਚਲੋ ਜੀ ਅਸੀਂ ਰਸਤਾ ਬਣਾਤਾ ਹੈ, ਤੁਸੀਂ 3 ਪਹਾੜ ਟਰੈਕ ਕਰਨੇ ਨੇ। ਹੁਣ ਪ੍ਰੈਕਟੀਕਲੀ ਮੈਂ ਤੇ ਜ਼ਿੰਦਗੀ 'ਚ ਇੱਕ ਪਹਾੜ ਨਹੀਂ ਕ੍ਰੋਸ ਕੀਤਾ, ਤੁਸੀਂ ਕਹਿ ਰਹੇ ਹੋ 3 ਪਹਾੜ ਟਰੈਕ ਕਰਨੇ ਨੇ। ਤੇ ਰਸੀਆਂ ਰੂਸੀਆਂ ਲਾ ਕੇ ਵੀ ਹੈਡ ਟੂ ਓਬਵੀਅਸਲੀ ਆਫਲੋਡ ਐਕਸਟਰਾ ਬੈਗੇਜ ਐਜ਼ ਵੈਲ, ਜਿਵੇਂ ਅਸੀਂ ਆਪਣੇ ਬੈਗ ਰੱਖਤੇ ਜਾਂ ਫਿਰ ਆਪਣੇ ਜੋੜੇ ਉਤਾਰਤੇ। ਤੇ 3 ਪਹਾੜ ਕ੍ਰੋਸ ਕਰਕੇ ਅਸੀਂ ਪਹੁੰਚੇ। ਐਂਡ ਇਟ ਟੁਕ 5 ਆਵਰਸ। ਇਟ ਟੁਕ ਡੇਜ਼, 5 ਆਵਰ, ਮਤਲਬ ਰੋਜ਼ ਬੇਸਿਕਲੀ ਹੁਣ ਆਰਮੀ ਕੀ ਕਹਿੰਦੀ ਕਿ ਤੁਸੀਂ ਦਿਨ ਦੇ ਵਿੱਚ ਟਰੈਕ ਕਰ ਸਕਦੇ ਹੋ ਤੇ ਰਾਤ ਦੇ ਵਿੱਚ ਨਹੀਂ। ਸੋ ਯੂ ਟਰੈਕ 1 ਮਾਊਂਟੇਨ, ਤੁਸੀਂ ਫਿਰ ਰਾਤੀ ਉੱਥੇ ਸੌਂਦੇ ਹੋ ਟਰੈਕ ਕਰਨ ਤੋਂ ਬਾਅਦ, ਫਿਰ ਤੁਸੀਂ ਅਗਲਾ ਮਾਊਂਟੇਨ ਅਗਲੇ ਦਿਨ ਟਰੈਕ ਕਰੋਗੇ। ਤੇ 3 ਸਾਨੂੰ ਦਿਨ ਲੱਗੇ ਤੇ 5 ਘੰਟੇ ਪਰ ਡੇ ਅਸੀਂ ਟਰੈਕ ਕਰਦੇ ਸੀ। ਤੇ ਇਹ ਸਾਰਾ ਕੁਝ ਹੋਇਆ ਤੇ ਅਸੀਂ ਪਹੁੰਚ ਗਏ ਬੇਸ ਕੈਂਪ ਜੋਸ਼ੀਮਠ। ਜੋਸ਼ੀਮਠ ਤੋਂ ਦਿੱਲੀ ਦਾ ਰਸਤਾ ਸੀ ਗੱਡੀਆਂ ਦੇ ਵਿੱਚ ਕਰਤਾ ਸੀ। ਤੇ ਵਾਪਸ ਕਰ ਗਏ ਤੇ ਇੱਕ ਨਾ ਜਿਵੇਂ ਕਹਿੰਦੇ ਕਿ ਇੱਕ ਦਿਮਾਗ ਦੇ ਵਿੱਚ ਕੋਈ ਗੱਲ ਅੜ ਗਈ ਕਿ ਉੱਥੇ ਹੋ ਕੀ ਰਿਹਾ। ਤੇ ਬਿਕੋਜ਼ ਕਾਫੀ ਅਸੀਂ ਕਲੋਜ਼ ਸੀਗੇ ਹੇਮਕੁੰਟ ਸਾਹਿਬ ਦੇ, ਜਿਵੇਂ ਆਈ ਗਿਵ ਦੀ ਇੰਟਾਇਰ ਕ੍ਰੈਡਿਟ ਕਿ ਜੋ ਵੀ ਮਾਂ ਹਾਂ ਉਹ ਹੇਮਕੁੰਟ ਸਾਹਿਬ ਦੇ ਕਰਕੇ ਹੀ ਆ। ਤੇ ਮੇਰਾ ਜਿਹੜਾ ਨਾਂ ਵੀ ਉਹ ਹੇਮਕੁੰਟ ਸਾਹਿਬ ਵੀ ਹੇਮਕੁੰਟ ਸਾਹਿਬ 'ਚ ਰੱਖਿਆ ਗਿਆ ਸੀ, ਜਿਹੜਾ ਹੁਕਮਨਾਮਾ ਆਇਆ ਸੀ। ਤੇ ਤਾਂ ਹੀ ਮੇਰਾ ਨਾਮ ਹੈ ਹਰ ਤੀਰਥ, ਵਿਚ ਲਿਟਰਲੀ ਟਰਾਂਸਲੇਟਸ ਟੂ ਹਰੀ ਦਾ ਤੀਰਥ ਯਾਤਰਾ। ਤੇ ਉੱਥੇ ਹੀ ਮੇਰਾ ਨਾਂ ਰੱਖਿਆ ਗਿਆ ਸੀ। ਤੇ ਉੱਥੇ ਹੈਡ ਗ੍ਰੰਥੀ ਸਾਹਿਬ ਨੇ ਕਿਹਾ ਸੀ ਕਿ ਇਹ ਪੰਥ ਵਾਸਤੇ ਸੇਵਾ ਕਰੂਗਾ। ਬਟ ਵਾਟ ਵਾਸ ਹੈਪਨਿੰਗ ਇਨ ਮਾਈ ਲਾਈਫ ਇਜ਼ ਕਿ ਯਾਰ ਮੈਂ ਕਿਹਾ ਸੇਵਾ ਤੇ ਦੂਰ ਦੀ ਗੱਲ ਹੈ, ਇੱਥੇ ਤਾਂ ਬੇੜਾ ਗਰਕ ਹੀ ਹੋ ਰਿਹਾ ਹਾਲੇ ਤਾਂ ਹਰਤੀਰਥ ਦਾ। ਤੇ ਮੈਨੂੰ ਨਹੀਂ ਲੱਗਦਾ ਸੀ ਕਿ ਇਹ ਟਰੈਕ ਦੇ ਵਿੱਚ ਕਦੀ ਸੇਵਾ ਦਾ ਨਾਮੋ ਨਿਸ਼ਾਨ ਵੀ ਆਏਗਾ। ਤੇ 2013 ਅਸੀਂ ਜਦ ਦਿੱਲੀ ਪਹੁੰਚੇ ਤੇ ਪਿਤਾ ਜੀ ਨੇ ਕਿਹਾ ਮੈਂ ਤਾਂ ਜਾ ਰਿਹਾ ਵਾਪਸ ਉੱਤਰਾਖੰਡ। ਤਾਂ ਐਜ਼ ਅ ਫੈਮਿਲੀ ਯੂ ਵਿਲ ਰਿਐਕਟ ਕਿ ਯਾਰ ਤੁਸੀਂ ਬਚ ਕੇ ਨਿਕਲਿਓ ਤੇ ਤੁਸੀਂ ਫਿਰ ਚੱਲਿਓ ਉੱਥੇ। ਤੇ ਉਹ 1 ਹਫ਼ਤੇ ਦੇ ਵਿੱਚ ਵਾਪਸ ਚਲੇ ਗਏ। ਤੇ ਉੱਥੋਂ ਉਹਨਾਂ ਦਾ ਫੋਨ ਆਇਆ ਮੈਨੂੰ ਯਾਦ ਹੈ ਕਿ ਕਹਿੰਦੇ ਕਿ ਯਾਰ ਅਸੀਂ ਘਰ ਵੇਚਾਂਗੇ ਤੇ ਸੇਵਾ ਸ਼ੁਰੂ ਕਰ ਦਾਂਗੇ। ਤੇ ਵੀਡ ਜਸਟ ਬੋਟ ਅ ਹਾਊਸ। ਉਹ ਉਸ ਟਾਈਮ ਦੇ ਵਿੱਚ ਗੁੜਗਾਉਂ ਦੀ ਸਭ ਤੋਂ ਮਹਿੰਗੀ ਪ੍ਰੋਪਰਟੀ, ਸਾਰੇ ਫਿਲਮ ਸਟਾਰ ਵਗੈਰਾ ਉੱਥੇ ਹੀ ਰਹਿੰਦੇ ਸੀ। ਸਾਡਾ ਕੰਮ ਬੇਸਿਕਲੀ ਅਸੀਂ ਕੰਟਰੈਕਟਰ ਸੀ DLF ਤੇ JP ਦੇ। ਸੋ ਪ੍ਰੋਪਰ ਸਪੋਇਲਡ ਬ੍ਰੈਡ। ਤਾਂ ਹੀ ਤਾਂ ਮੈਂ ਕਿਹਾ ਮੇਰਾ ਇਹ ਹਾਲ ਹੁੰਦਾ ਸੀ ਜਿਵੇਂ ਤੁਸੀਂ ਸਕੂਲ ਹੋਂਡਾ ਸਿਟੀ ਭੇਜਤੀ ਅਤੇ ਆਡੀ ਨਹੀਂ ਭੇਜੀ, ਮੈਂ ਸਕੂਲ ਤੋਂ ਵਾਪਸ ਨਹੀਂ ਆ ਰਿਹਾ, ਮੇਰਾ ਇਹ ਹਾਲ ਹੁੰਦਾ ਸੀ ਐਜ਼ ਅ ਕਿਡ। ਤੇ ਹੁਣ ਉਹੀ ਸੇਮ ਬੱਚੇ ਨੂੰ ਤੁਸੀਂ ਕਹਿ ਰਹੇ ਹੋ ਕਿ ਯਾਰ ਅਸੀਂ ਆਪਣਾ ਘਰ ਵੇਚ ਦਾਂਗੇ ਸੇਵਾ ਦੇ ਵਾਸਤੇ, ਤੇ ਉਹ ਗੱਲ ਹੀ ਨਹੀਂ ਪਚ ਰਹੀ ਸੀ। ਤੇ ਦਾਦੀ ਜੀ ਨੇ ਕਿਹਾ ਕਿ ਯਾਰ ਸੇਵਾ ਨਾ ਵਿਰਲਿਆਂ ਨੂੰ ਮਿਲਦੀ ਹੈ ਤੇ ਲੈਟਸ ਗਿਵ ਇਟ ਅ ਟਰਾਈ। ਮੈਂ ਕਿਹਾ ਮਜ਼ਾਕ ਥੋੜੀ, ਲੈਟਸ ਗਿਵ ਇਟ ਅ ਟਰਾਈ। ਤੇ ਮੈਂ ਕਿਹਾ ਚਲੋ ਠੀਕ ਹੈ ਜੀ ਕਰਦੇ ਹਾਂ। ਤੇ ਪਹਿਲਾਂ ਘਰ ਵੇਚਿਆ, ਫਿਰ ਜਿਹੜੀ ਮੇਰੀ ਫੇਵਰੇਟ ਗੱਡੀ ਸੀ, ਜਿੱਦਾਂ ਮੈਨੂੰ ਗੁਰੂਰ ਸੀ, ਈਗੋ ਸੀ, ਉਹ ਆਡੀ ਵੀ ਨਿਕਲੀ ਮੇਰੇ ਸਾਹਮਣੇ, ਆਲ ਬਿਕੋਜ਼ ਆਫ ਸੇਵਾ। ਤੇ ਮੈਂ ਦੇਖ ਰਿਹਾ ਕਿ ਹੋ ਕੀ ਰਿਹਾ। ਇੰਨੀ ਅਕੜ ਹੁੰਦੀ ਸੀ ਮੇਰੇ ਅੰਦਰ ਕਿ ਬੱਚਿਆਂ ਦੇ ਆਈਫੋਨ ਸੁੱਟਦੇ ਨੇ ਸਵਿਮਿੰਗ ਪੂਲ ਦੇ ਵਿੱਚ ਕਿ ਕੋਈ ਨਹੀਂ ਤੁਹਾਨੂੰ ਕੱਲ੍ਹ ਨਵਾਂ ਮਿਲ ਜਾਊਗਾ, ਇੰਨਾ ਬੁਰਾ ਹਾਲ ਸੀ ਮੇਰਾ। ਅੱਛਾ। ਤੇ ਬਟ ਮੈਂ ਵੇਖ ਰਿਹਾ ਕਿ ਗੁਰੂ ਨਾ ਜਦ ਸੋਟੀ ਮਾਰਦੇ ਨਾ ਚੰਗੇ ਤਰੀਕੇ ਦੇ ਨਾਲ ਮਾਰਦੇ। ਮੈਂ ਕਹਿੰਦਾ ਇੱਕ ਪਾਸੋਂ ਅਸੀਂ ਸੇਵਾ ਕਰਨ, ਦੂਜੇ ਪਾਸਿਓਂ ਵੀ ਆਰ ਸੈਲਿੰਗ ਆਰ ਹਾਊਸ, ਵੀ ਆਰ ਸੈਲਿੰਗ ਆਲ ਆਰ ਐਸੈਟਸ, ਗੱਡੀਆਂ ਵਗੈਰਾ, ਤੇ ਚੱਲ ਕੀ ਰਿਹਾ, ਕੋਈ ਆਨਸਰ ਨਹੀਂ ਮਿਲ ਰਿਹਾ ਸੀ ਮੈਨੂੰ। ਬਟ ਇਹ ਜ਼ਰੂਰ ਸੀ ਕਿ ਸਕੂਨ ਮਿਲ ਰਿਹਾ ਤੇ ਮੈਂ ਹੰਬਲ ਜ਼ਰੂਰ ਹੋ ਰਿਹਾ, ਕਿਉਂਕਿ ਜਿਨ ਚੀਜ਼ਾਂ ਦਾ ਗੁਰੂਰ ਸੀ ਉਹ ਹੁਣ ਹੈ ਹੀ ਨਹੀਂ ਮੇਰੇ ਕੋਲ। ਤੇ ਮੈਂ ਹੁਣ ਜਿਹੜਾ ਉਹ ਕਹਿੰਦੇ ਨਾ ਉਹ ਟੌਰ ਸੀ, ਉਹ ਟੌਰ ਖਤਮ ਹੋ ਗਈ ਮੇਰੇ ਵਾਸਤੇ। ਮੈਂ ਕਿਹਾ ਚਲੋ ਠੀਕ ਹੈ। ਸੋ ਆਈ ਐਕਚੁਅਲੀ ਫਾਊਂਡ ਫੋਕਸ ਇਨ ਮਾਈ ਲਾਈਫ ਕਿ ਚਲੋ ਹੁਣ ਮੈਂ ਫੋਕਸ ਨਾਲ ਤੇ ਅਲਾਈਨਡ ਆ। ਹੁਣ ਆਈ ਹੈਵ ਲੋਸਟ ਐਵਰੀਥਿੰਗ, ਮੇਰੇ ਵਾਸਤੇ ਕੁਝ ਹੈ ਹੀ ਨਹੀਂ ਕਰਨ ਵਾਸਤੇ। ਤੇ ਮੈਂ ਨੈਚੁਰਲੀ ਸੇਵਾ ਦੇ ਪਾਸੋਂ ਲੱਗ ਗਿਆ, ਬਿਕੋਜ਼ ਜੇ ਮੈਂ ਦੇਖਿਆ ਕਿ ਮੇਰੇ ਪਿਤਾ ਜੀ ਵੀ ਲੱਗੇ ਹੋਏ ਨੇ, ਸੋ ਆਈ ਹੈਵ ਨੋ ਅਦਰ ਆਪਸ਼ਨ। ਇਹੀ ਕਰਦੇ ਹਾਂ, ਹੁਣ ਤੇ ਕੁਝ ਹੈ ਹੀ ਨਹੀਂ ਸਾਡੇ ਕੋਲ। ਤੇ 2013 ਦੇ ਵਿੱਚ ਵੀ ਸਪੈਂਟ ਅਬਾਊਟ 9 ਮੰਥਸ ਉੱਤਰਾਖੰਡ ਦੇ ਵਿੱਚ। ਅੱਛਾ। 1 ਹਫ਼ਤਾ ਉੱਥੇ ਲਾਤਾ, ਫਿਰ 2 ਦਿਨ ਵਾਸਤੇ ਦਿੱਲੀ ਆ ਗਏ, ਫਿਰ ਹਫ਼ਤਾ ਲਾਇਆ, ਫਿਰ 2 ਦਿਨ ਵਾਸਤੇ ਦਿੱਲੀ ਆ ਗਏ। ਤੇ ਉਹ ਰੂਟੀਨ ਹੁੰਦਾ ਸੀ ਸਾਡਾ। ਤੇ ਮੈਂ ਵੇਖ ਜਿਹੜੇ ਬੰਦੇ ਨਾਲ ਸੀ ਨਾ ਸਾਡੇ ਕੰਸਟਰਕਸ਼ਨ ਬੈਕਗਰਾਊਂਡ ਤੋਂ, ਅਸੀਂ ਜਿਹੜੇ ਕੰਪਨੀ ਦੇ ਬੰਦੇ ਸੀ, ਜਿਵੇਂ ਇੱਕ ਮੁਸਲਮਾਨ ਵੀਰ ਹੈ, ਉਹ ਮਸ਼ੀਨ ਦਾ ਆਪਰੇਟਰ ਸੀ JCB ਦਾ। ਉਹ ਪਹਿਲਾਂ ਦਾਰੂ ਵੀ ਪੀਂਦਾ ਸੀ ਤੇ ਤੰਬਾਕੂ ਵੀ ਖਾਂਦਾ ਸੀ। ਉਹ 1 ਹਫ਼ਤੇ ਦੇ ਵਿੱਚ 5 ਨਮਾਜ਼ੀ ਬਣ ਗਿਆ। ਸੋ ਵਾਸ ਪ੍ਰੈਕਟੀਕਲੀ ਵਿਟਨੈਸਿੰਗ ਇਹ ਸਾਰੀ ਚੀਜ਼ਾਂ ਆਪਣੇ ਸਾਹਮਣੇ। ਮੈਂ ਕਿਹਾ ਹੋ ਕੀ ਰਿਹਾ। ਐਂਡ ਦੈਨ ਵੈਨ ਆਈ ਸਟਾਰਟ ਸਪੈਂਡਿੰਗ ਟਾਈਮ ਦੇਰ, ਆਈ ਸਟਿਲ ਡੋਂਟ ਹੈਵ ਐਨ ਆਨਸਰ ਕਿ ਕਿਉਂ ਹੋਇਆ ਇਹ ਸਭ। ਅਗਲੀ ਵਿਸਾਖੀ 2014 ਮੈਂ ਕਿਹਾ ਮੈਂ ਅੰਮ੍ਰਿਤ ਛਕਣਾ ਹੈ। ਐਂਡ ਆਈ ਹੈਵ ਨੋ ਐਕਸਪੀਰੀਅੰਸ, ਮੈਨੂੰ ਨਾ ਪੰਜਾਬੀ ਆਉਂਦੀ ਸੀ ਲਿਖਣੀ, ਨਾ ਪੜ੍ਹਨੀ। ਤੇ ਮੈਂ ਕਿਹਾ ਮੈਂ ਅੰਮ੍ਰਿਤ ਛਕਣਾ ਹੈ। ਤੇ ਮੈਂ ਕਿਹਾ ਚਲੋ ਜੀ, ਰੈਂਡਮ ਡਿਸੀਜਨ, ਅੰਮ੍ਰਿਤ ਵੀ ਛਕ ਲਿਆ। ਉਹਦੇ ਬਾਅਦ ਆਈ ਥਿੰਕ ਦ ਰੀਅਲ ਚੇਂਜ ਸਟਾਰਟਡ ਫॉर ਮੀ। ਮੈਂ ਦਰਬਾਰ ਸਾਹਿਬ ਲਾਈਫ ਦੇ ਵਿੱਚ ਐਟਲੀਸਟ ਇਨ ਮਾਈ ਸੈਂਸ, ਬਚਪਨ ਦੇ ਵਿੱਚ ਹਰ ਇੱਕ ਬੱਚਾ ਜਾਂਦਾ ਜਿਹੜਾ ਪੰਜਾਬੀ ਕਲਚਰ ਤੋਂ ਹੁੰਦਾ, ਸਿੱਖ ਫੈਮਿਲੀ ਤੋਂ ਹੁੰਦਾ। ਬਟ ਇਨ ਮਾਈ ਸੈਂਸਿਸ ਜਦ ਮੈਂ ਗਿਆ, ਮੈਨੂੰ ਲੱਗਿਆ ਇਹ ਮੇਰਾ ਘਰ ਹੈ। ਤੇ ਮੈਂ ਇੱਕ ਚੌਕੜੇ ਦੇ ਵਿੱਚ, ਮੈਨੂੰ ਅੱਜ ਵੀ ਯਾਦ ਹੈ, ਮੈਂ 7 ਵਜੇ ਆਰਤੀ ਤੋਂ ਬਾਅਦ ਐਂਟਰ ਕੀਤਾ ਸੀ। ਉਹਦੇ ਬਾਅਦ ਕਿਵਾੜ ਬੰਦ ਹੁੰਦੇ ਨੇ ਰਾਤ ਨੂੰ, ਤੇ ਮੈਂ ਬਾਹਰ ਆ ਗਿਆ। ਮੈਂ ਫਿਰ 1 ਵਜੇ ਅੰਦਰ ਚਲਾ ਗਿਆ ਜਦ ਇਸ਼ਨਾਨ ਸੇਵਾ ਹੁੰਦੀ ਦਰਬਾਰ ਸਾਹਿਬ। 1 ਵਜੇ ਤੋਂ ਲੈ ਕੇ ਡਾਇਰੈਕਟਲੀ ਮੈਂ 7 ਵਜੇ ਉੱਠਿਆ। ਐਂਡ ਆਈ ਡਿਡਨਟ ਨੋ ਵਾਟ ਵਾਸ ਹੈਪਨਿੰਗ, ਆਈ ਵਾਸ ਜਸਟ देयर ਫਿਕਸਡ ਬੈਠਿਆ ਸੀ ਮੈਂ ਇੱਕ ਚੌਕੜੇ ਦੇ ਵਿੱਚ। ਤੇ ਆਈ ਥਿੰਕ
ਤਦ ਮੈਂ ਫਰਸਟ ਟਾਈਮ ਐਕਸਪੀਰੀਅੰਸ ਕੀਤਾ ਕਿ ਗੁਰੂ ਦੀ ਲਾਈਫ ਪ੍ਰੈਜ਼ੈਂਸ ਮੇਰੇ ਵਾਸਤੇ ਉਹ ਫਰਸਟ ਐਕਸਪੀਰੀਅੰਸ ਸੀ। ਬਿਲਕੁਲ। ਤੇ ਮੈਂ ਕਿਹਾ ਇਹ ਤੇ ਬਹੁਤ ਚੰਗਾ ਹੈ ਮੇਰੇ ਵਾਸਤੇ, ਮੈਂ ਇਹੀ ਕਰਨਾ, ਦਿਸ ਇਜ਼ ਵਾਟ ਆਈ ਵਾਂਟ ਟੂ ਐਕਸਪੀਰੀਅੰਸ। ਹੂੰ ਫॉर मी ਲੋਕਾਂ ਨਾਲ ਤਰੀਕੇ ਹੁੰਦੇ ਨੇ ਵੱਖ-ਵੱਖ ਕਿ ਗੁਰੂ ਨੂੰ ਕਿਵੇਂ ਪ੍ਰਾਪਤ ਕਰਨਾ। ਮੇਰੇ ਵਾਸਤੇ ਸੇਵਾ ਸੀ ਕਿ ਗੁਰੂ ਦਾ ਮੂੰਹ ਗਰੀਬ ਦੀ ਗੋਲਕ, ਦੈਟ ਵਾਸ ਦ ਪਿਓਰ ਫਿਲੋਸਫੀ ਫॉर ਬਿਕੋਜ਼ ਨਾ ਮੈਨੂੰ ਪੰਜਾਬੀ ਆਉਂਦੀ ਸੀ ਉਸ ਟਾਈਮ ਦੇ ਵਿੱਚ, ਨਾ ਮੈਨੂੰ ਗੁਰਬਾਣੀ ਲਿਖਣੀ ਆਉਂਦੀ, ਨਾ ਪੜ੍ਹਨੀ ਆਉਂਦੀ, ਬਟ ਸੇਵਾ ਕਰਨੀ ਆਉਂਦੀ। ਸੋ ਪੰਜ ਪਿਆਰਿਆਂ ਨੇ ਕਿਹਾ ਕਿ ਯਾਰ ਤੁਸੀਂ ਗੁਰਮੰਤਰ ਦਾ ਜਾਪ ਕਰੋ ਤੇ ਤੁਸੀਂ ਸੇਵਾ ਕਰੋ। ਮੈਂ ਕਿਹਾ ਓਕੇ ਜੀ। ਸੋ ਐਜ਼ ਅ ਸਟੂਪਿਡ ਡਮ ਬੱਚੇ ਦੇ ਵਰਗਾ ਮੈਂ ਲੱਗ ਗਿਆ, ਮੈਂ ਕਿਹਾ ਠੀਕ ਹੈ ਜੀ ਮੈਂ ਇਹੀ ਕਰਾਂਗਾ। ਆਈ ਥਿੰਕ ਦੈਟਸ ਹਾਊ ਮਾਈ ਜਰਨੀ ਸਟਾਰਟਡ। ਬਟ ਮੈਨੂੰ ਆਨੰਦ ਆਉਣਾ ਲੱਗ ਗਿਆ। ਕੇਰਲਾ ਫਲੱਡ 2018 ਮੈਂ ਕਿਹਾ ਮੈਂ ਜਾਵਾਂਗਾ ਜੀ ਇਕੱਲੇ, ਇਕੱਲਾ ਟੀਮ ਬਿਲਡ ਕਰਕੇ ਮੈਂ ਚਲਾ ਗਿਆ। ਬਟ ਮੈਂ ਵੇਖਿਆ ਕਿ ਜਦ ਮੈਂ ਸੇਵਾ ਕਰ ਰਿਹਾ ਮੇਰੀ ਲਾਈਫ ਬੈਟਰ ਹੋ ਰਹੀ ਹੈ ਇਨ ਟਰਮਸ, ਆਈ ਐਮ ਲਰਨਿੰਗ ਅ ਲੋਟ ਆਫ ਥਿੰਗਸ, ਲੀਡਰਸ਼ਿਪ ਕੁਆਲਿਟੀਜ਼ ਮੇਰੇ ਕੋਲ ਆ ਰਹੇ ਨੇ। ਤੇ ਮੈਂ ਕਿਹਾ ਇਹ ਵਧੀਆ ਚੀਜ਼ ਹੈ, ਇਹ ਕਰਨੀ ਸੋਲ ਹੈ। ਟਰਾਂਸਫਾਰਮੇਸ਼ਨ ਸੋਲ ਟਰਾਂਸਫਾਰਮੇਸ਼ਨ ਪਿਓਰਲੀ। ਜੇ ਕੋਈ ਪੁੱਛੇਗਾ ਨਾ ਇੱਕ ਟਰਨਿੰਗ ਪੁਆਇੰਟ 2013 ਸੀ, ਪਰ ਉਹ ਜਰਨੀ ਜ਼ਰੂਰ ਸ਼ੁਰੂ ਹੋ ਗਈ। ਇੱਕ ਸੇਵਾ ਦਾ ਬੀਜ ਪੈ ਗਿਆ ਸੀ ਮੇਰੇ ਅੰਦਰ। ਤੇ ਉਹਦੇ ਬਾਅਦ ਅਸਾਮ ਫਲੱਡਸ ਹੋਏ, ਜਿੰਨੇ ਵੀ ਤਰਾਸਦੀਆਂ, ਜਿੰਨੇ ਵੀ ਅਰਥਕਵੇਕਸ, ਅਸੀਂ ਉੱਥੇ ਹੁੰਦੇ ਸੀ ਤੇ ਵੀ ਵਾਂਟਡ ਟੂ ਡੂ ਸੇਵਾ ਪਿਓਰਲੀ। ਕੀ ਕਰਨਾ ਹੈ ਬਿਨਾਂ ਕੋਈ ਜਾਤ ਪਾਤ ਦੇਖੇ, ਕਿ ਨਾ ਮੁਸਲਮਾਨ ਵੇਖਣਾ, ਨਾ ਕ੍ਰਿਸਚੀਅਨ ਵੇਖਣਾ, ਨਾ ਹਿੰਦੂ ਵੇਖਣਾ, ਨਾ ਸਿੱਖ ਵੇਖਣਾ। ਜੇ ਕੋਈ ਭੁੱਖ ਹੈ ਉਹਦਾ ਪੇਟ ਭਰਨਾ ਹੈ, ਜੇ ਕੋਈ ਕਰਦੇ ਬਿਨਾਂ ਮੇਕ ਸ਼ੋਰ ਕਿ ਉਹਦੇ ਉੱਤੇ ਸ਼ੈਲਟਰ ਤਾਂ ਹੈ ਘੱਟੋ ਘੱਟ। ਤੇ ਉਹ ਏਮ ਬਣ ਗਿਆ ਸੀ ਲਾਈਫ ਦਾ। ਓਬਵੀਅਸਲੀ ਫੈਮਿਲੀ ਬਿਜ਼ਨਸ ਕੋਈ ਬੈਟਰ ਨਹੀਂ ਹੋ ਰਿਹਾ ਫੋਕਸ, ਬਿਕੋਜ਼ ਸੇਵਾ ਤੇ ਹੀ ਹੈ। ਤੇ ਬਟ ਸਕੂਨ ਮਿਲ ਰਿਹਾ ਸੀ। ਐਂਡ ਹੇਮਕੁੰਡ ਫਾਊਂਡੇਸ਼ਨ ਕੀ ਹੈ? ਮੈਨੂੰ ਲੱਗਦਾ 2010 ਚ ਸਰਦਾਰ ਅਰਿੰਦਰ ਸਿੰਘ ਆਹਲੂਵਾਲੀਆ ਹੋਰਾਂ ਨੇ ਇਹ ਫਾਊਂਡੇਸ਼ਨ ਸਟਾਰਟ ਕੀਤੀ ਸੀ। ਅਤੇ 2010 ਤੋਂ 2013 ਤੱਕ ਇਹ ਫਾਊਂਡੇਸ਼ਨ ਕੀ ਕੰਮ ਕਰ ਰਹੀ ਸੀ ਤੇ ਕਿਸ ਪਰਪਸ ਦੇ ਨਾਲ ਸ਼ੁਰੂ ਕੀਤੀ ਗਈ ਸੀ? ਰਿਐਲਿਟੀ ਅਸੀਂ 2010 ਦੇ ਵਿੱਚ 100 ਕਰੋੜ ਦੀ ਟਰਨਓਵਰ ਦਾ ਬਿਜ਼ਨਸ ਕਰਦੇ ਸੀ। ਕੰਟਰੈਕਟਰ ਸੀਗੇ DLF JP ਤੇ। ਜੇ ਤੁਸੀਂ ਗੁੜਗਾਉਂ ਆਓਗੇ ਤੇ ਸਾਈਬਰ ਹਬ ਇੱਕ ਬਹੁਤ ਫੇਮਸ ਜਗ੍ਹਾ ਉੱਥੇ, ਉਹ ਅਸੀਂ ਖੁਦ ਆਪਣੇ ਹੱਥਾਂ ਤੋਂ ਬਣਾਈ ਹੈ। ਇੰਡੀਆ ਦਾ ਓਨਲੀ ਫਾਰਮੂਲਾ 1 ਰੇਸਿੰਗ ਟਰੈਕ ਬੁੱਧ ਇੰਟਰਨੈਸ਼ਨਲ ਸਰਕਿਟ ਇਨ ਨੋਇਡਾ, ਉਹ ਵੀ ਅਸੀਂ ਬਣਾਇਆ ਹੈ। ਤੇ ਬਿਕੋਜ਼ ਕੰਸਟਰਕਸ਼ਨ ਬੈਕਗਰਾਊਂਡ ਸੀ। ਤੇ CA ਨੇ ਕਿਹਾ ਯਾਰ ਤੁਸੀਂ ਛੋਟੀ ਛੋਟੀ ਸੰਸਥਾਵਾਂ ਨੂੰ ਦਿੰਦੇ ਹੋ ਪੈਸਾ, ਬਟ ਤੁਹਾਨੂੰ ਟੈਕਸ ਬੈਨੀਫਿਟ ਨਹੀਂ ਮਿਲਦਾ। ਬਿਕੋਜ਼ ਪੰਥ ਵਾਸਤੇ ਅਸੀਂ ਕੰਮ ਕਰਦੇ ਸੀ, ਬਟ ਇਫ ਯੂ ਸੀ ਜਿਹੜੀ ਪੰਥਕ ਆਰਗੇਨਾਈਜੇਸ਼ਨਸ ਹੈ ਉਹਨਾਂ ਦੇ ਕੋਲ 80G ਬੈਨੀਫਿਟ ਨਹੀਂ ਹੈ ਟੈਕਸ ਰਿਬੇਟ ਦਾ। ਬਿਲਕੁਲ। ਤੇ CA ਨੇ ਕਿਹਾ ਯਾਰ ਤੁਸੀਂ ਬਣਾ ਲਓ ਤੇ ਤੁਸੀਂ ਖੁਦ ਰਿਬੇਟ ਰੱਖ ਲਓ। ਮੈਂ ਕਿਹਾ ਵੈਰੀ ਗੁੱਡ। ਪਿਤਾ ਜੀ ਨੇ ਖੋਲਤੀ ਜੀ NGO ਰਜਿਸਟਰ ਕਰ ਲਓ। ਬਟ ਜਿਹੜੀ ਰੀਅਲ ਸੇਵਾ ਉਹ 2013 ਦੇ ਵਿੱਚ ਸੀ। ਵੀ ਆਰ ਐਕਚੁਅਲੀ ਅ ਗ੍ਰਾਂਟ ਮੇਕਿੰਗ ਆਰਗੇਨਾਈਜੇਸ਼ਨ। ਜਿਵੇਂ ਗੇਟਸ ਫਾਊਂਡੇਸ਼ਨ ਗ੍ਰਾਂਟ ਨਹੀਂ ਦਿੰਦੀ ਛੋਟੀ ਆਰਗੇਨਾਈਜੇਸ਼ਨਸ ਨੂੰ, ਅਸੀਂ 2010 ਤੋਂ ਲੈ ਕੇ 13 ਤੱਕ ਇਹੀ ਕੰਮ ਕਰ ਰਹੇ ਸੀ। ਬਟ 2013 ਤੇ ਬਾਅਦ ਵੀ ਸਾਡੇ ਡੂਇੰਗ ਰੀਅਲ ਸੇਵਾ। ਇਸੇ ਕਰਕੇ ਤੁਸੀਂ ਕਹਿੰਦੇ ਹੋ ਕਿ 2013 ਚ ਮੇਰਾ ਅਤੇ ਹੇਮਕੁੰਡ ਫਾਊਂਡੇਸ਼ਨ ਦਾ ਰੀਬਰਥ ਹੋਇਆ। ਮੈਂ ਤਾਂ ਉਹੀ ਕਹਿੰਦਾ ਕਿ ਰੀਬਰਥ ਹੈ ਸਾਡੇ ਵਾਸਤੇ। ਉਹਦੇ ਬਾਅਦ ਅਸੀਂ ਫਿਰ ਸਕੂਲ ਖੋਲੇ ਛੋਟੇ ਛੋਟੇ, ਜਿਵੇਂ 1984 ਦੇ ਅਫੈਕਟਡ ਏਰੀਆਜ਼ ਤਿਲਕ ਨਗਰ ਦੇ ਵਿੱਚ ਹਲੇ ਵੀ ਉਹ ਪਰਿਵਾਰ ਰਹਿੰਦੇ ਸੀ, ਉੱਥੇ ਸਕੂਲ ਖੋਲ੍ਹਿਆ ਸੀ। ਉਹਦੇ ਬਾਅਦ ਤਿਲਕ ਨਗਰ, ਸੁਭਾਸ਼ ਨਗਰ ਅਸੀਂ ਡਰਾਈਵਿੰਗ ਸਕੂਲ ਖੋਲ੍ਹਿਆ ਕਿ ਜਿਹੜੇ ਰਿਕਸ਼ਾ ਪੁਲਰਸ ਨੇ ਤੁਹਾਨੂੰ ਅਸੀਂ ਗੱਡੀ ਚਲਾਉਣਾ ਸਿਖਾਵਾਂਗੇ ਟੂ ਅਪਲਿਫਟ ਯੂ, ਕਿ ਤੁਸੀਂ ਹੋਰ ਕਮਾਈ ਕਰ ਸਕੋ। ਉਹਦੇ ਬਾਅਦ ਪੰਜਾਬ ਦੇ ਵਿੱਚ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਹੀਲ ਪੰਜਾਬ। ਜਿਹੜੇ ਫਾਰਮਰ ਸੁਸਾਈਡ ਕਰਦੇ ਨੇ ਉਹਨਾਂ ਨੂੰ ਅਸੀਂ ਰਾਸ਼ਨ ਕਿੱਟ ਦਿੰਦੇ ਸੀਗੇ ਮੰਥਲੀ। ਤੇ ਉਹ ਛੋਟੇ ਛੋਟੇ ਪ੍ਰੋਜੈਕਟਸ ਹੀ ਸ਼ੁਰੂ ਕਰਦੇ ਸੀ। ਬਟ ਆਈ ਥਿੰਕ ਮੇਜਰ ਪ੍ਰੋਜੈਕਟਸ ਅਸੀਂ 2020 ਤੋਂ ਬਾਅਦ 10 ਸਾਲ ਸਾਨੂੰ ਲੱਗੇ। ਲੋਕਾਂ ਨੂੰ ਲੱਗਦਾ ਓਵਰਨਾਈਟ ਸਕਸੈਸ ਹੈ। ਸਾਡੇ ਨਾਲ ਪੰਜਾਬ ਦੇ ਵਿੱਚ ਕਲਚਰ ਹੈ ਗਲੋਰੀਫਿਕੇਸ਼ਨ ਦਾ। ਤੁਸੀਂ ਗਲੋਰੀਫਾਈ ਕਰਦੇ ਹੋ ਫੇਲੀਅਰ ਨੂੰ, ਕਿ ਉਹਨੂੰ ਜਦੋਂ ਬੰਦਾ ਸੱਟ ਖਾਏਗਾ ਤਾਂ ਹੀ ਉਹਨੂੰ ਗਲੋਰੀਫਾਈ ਕਰੋ। ਬਟ ਤੁਸੀਂ ਸਕਸੈਸ ਨੂੰ ਕਿਉਂ ਨਹੀਂ ਗਲੋਰੀਫਾਈ ਕਰਦੇ? ਯੂ ਹੈਵ ਟੂ ਸੀ ਕਿ 10 ਸਾਲ ਪਹਿਲਾਂ ਵੀ ਜਰਨੀ ਲੱਗੀ ਤਾਂ ਜਾ ਕੇ ਅਸੀਂ ਇੱਥੇ ਪਹੁੰਚੇ। ਓਵਰਨਾਈਟ ਨਹੀਂ ਹੈ। ਬਟ ਜਿਹੜੇ ਤੁਸੀਂ ਸਕਸੈਸ ਜਾਂ ਫੇਲੀਅਰ ਨੂੰ ਗਲੋਰੀਫਾਈ ਕਰ ਦਿੰਦੇ ਹੋ 1 ਮਿੰਟ ਦੇ ਵਿੱਚ, ਆਈ ਫੀਲ ਦੈਟ ਇਜ਼ ਕੰਪਲੀਟਲੀ ਰੋਂਗ। ਤੁਸੀਂ ਪਿੱਛੇ ਦੀ ਜਰਨੀ ਨਹੀਂ ਵੇਖਦੇ। ਬਿਲਕੁਲ ਸਹੀ। ਐਂਡ ਸੇਵਾ ਦੀ ਵੀ ਡੈਫੀਨੇਸ਼ਨ ਤੁਹਾਡੇ ਲਈ ਹੋਰ ਆ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਸਿਰਫ ਕਿਸੇ ਨੂੰ ਖਾਣਾ ਖਵਾ ਦੇਣਾ ਜਾਂ ਕਿਸੇ ਦਾ ਤਨ ਢੱਕ ਦੇਣਾ ਹੀ ਸੇਵਾ ਨਹੀਂ ਹੁੰਦੀ। ਸੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਸੇਵਾ ਦਾ ਕੰਸੈਪਟ ਕਿਵੇਂ ਸਮਝਿਆ, ਕਿ ਸੇਵਾ ਐਕਚੁਅਲ 'ਚ ਹੈ ਕੀ ਆ? ਐਂਡ ਤੁਸੀਂ ਲੋਕਾਂ ਨੂੰ ਵੀ ਉਹੀ ਮੈਸੇਜ ਕਰਦੇ ਹੋ, ਕਿ ਮੈਸੇਜ ਦਿੰਦੇ ਹੋ ਕਿ ਸਿਰਫ ਕਿਸੇ ਨੂੰ ਖਵਾ ਦੇਣਾ ਜਾਂ ਕਿਸੇ ਨੂੰ ਕੱਪੜਾ ਪਵਾ ਦੇਣਾ ਹੀ ਸੇਵਾ ਨਹੀਂ ਹੁੰਦੀ। ਸੋ ਮੈਂ ਚਾਹੁੰਦੀ ਹਾਂ ਕਿ ਆਪਣੀ ਡੈਫੀਨੇਸ਼ਨ ਤੇ ਤੁਸੀਂ ਜ਼ਰੂਰ ਗੱਲ ਕਰੋ ਕਿ ਤੁਹਾਡੇ ਲਈ ਸੇਵਾ ਹੈ ਕੀ? ਮੇਰੇ ਵਾਸਤੇ ਸੇਵਾ ਬਹੁਤ ਸਿੰਪਲ ਹੈ। ਇਟ ਕੁਡ ਬੀ ਸਮਥਿੰਗ ਐਜ਼ ਸਮੋਲ ਐਜ਼ ਜਿਵੇਂ ਤੁਹਾਡੇ ਐਗਜ਼ਾਮ ਹੈ ਤੁਹਾਡਾ ਕੱਲ੍ਹ, ਮੈਂ ਤੁਹਾਡਾ ਬੈਚਮੇਟ ਆ, ਮੈਂ ਤੁਹਾਨੂੰ ਫਰਰੇ ਬਣਾ ਕੇ ਦੇਵਾਂਗਾ ਤਾਂ ਕਿ ਤੁਸੀਂ ਪਾਸ ਹੋ ਜਾਓ। ਮੈਨੂੰ ਪਤਾ ਤੁਹਾਡਾ ਬੁਰਾ ਹਾਲ ਹੈ, ਤੁਸੀਂ ਪਾਸ ਨਹੀਂ ਹੋਣਾ ਬਿਲਕੁਲ ਵੀ, ਬਟ ਜੇ ਮੈਂ ਤੁਹਾਨੂੰ ਫਰਰੇ ਪਕੜਾ ਰਿਹਾ ਐਗਜ਼ਾਮ ਦੇ ਵਾਸਤੇ, ਫॉर ਮੀ ਦੈਟ ਇਜ਼ ਸੇਵਾ ਐਜ਼ ਵੈਲ। ਇੰਨੀ ਛੋਟੀ ਚੀਜ਼ ਹੋ ਸਕਦੀ ਹੈ। ਇਟ ਕੁਡ ਬੀ ਸਮਥਿੰਗ ਐਜ਼ ਬਿਗ ਐਜ਼ ਕਿ ਮੈਨੂੰ ਪਤਾ ਹੈ ਕਿ ਯਾਰ ਮੇਰੇ ਕਾਲੋਨੀ ਦੇ ਵਿੱਚ 3-4 ਪਰਿਵਾਰ ਨੇ ਕੋਵਿਡ ਦੇ ਦੌਰਾਨ ਜਿਨ੍ਹਾਂ ਦਾ ਬੁਰਾ ਹਾਲ ਚੱਲ ਰਿਹਾ, ਦੇ ਡੋਂਟ ਹੈਵ ਦੀ ਇਕਨੋਮਿਕ ਸਟੇਬਿਲਿਟੀ, ਮੈਂ ਉਹਨਾਂ ਨੂੰ ਰਾਸ਼ਨ ਕਿੱਟ ਦੇ ਦੇਵਾਂਗਾ। ਸੇਵਾ ਕੁਛ ਵੀ ਹੋ ਸਕਦੀ ਹੈ। ਇਫ ਯੂ ਆਰ ਕ੍ਰੀਏਟਿੰਗ ਅ ਸਿੰਗਲ ਇੰਪੈਕਟ, ਮੇਰੇ ਵਾਸਤੇ ਉਹ ਸੇਵਾ ਹੈ।
ਤੁਸੀਂ ਕਿੰਨੂੰ ਕਿਸੇ ਬੱਚੇ ਦੇ ਨਾਲ ਟਾਈਮ ਸਪੈਂਡ ਕਰ ਰਹੇ ਹੋ, ਉਹਦੇ ਮਾਪਿਓ ਦੂਰ ਨੇ ਇਹਨੂੰ ਜਾਂ ਮਾਪਿਓ ਹੈ ਹੀ ਨਹੀਂ ਉਹਦੇ ਕੋਲ, ਇਫ ਯੂ ਸਪੈਂਡਿੰਗ ਟਾਈਮ ਵਿਦ them, ਉਹ ਵੀ ਸੇਵਾ ਹੈ ਮੇਰੇ ਵਾਸਤੇ। ਤੁਸੀਂ ਕੂੜਾ ਚੱਕ ਰਹੇ ਹੋ ਆਪਣੀ ਸੁਸਾਇਟੀ ਦਾ, ਉਹ ਵੀ ਸੇਵਾ ਹੈ ਮੇਰੇ ਵਾਸਤੇ। ਕਿਸੇ ਵੀ ਐਕਸ਼ਨ ਤੋਂ ਜੇ ਇੰਪੈਕਟ ਆ ਰਿਹਾ ਸੁਸਾਇਟੀ ਦੇ ਵਿੱਚ, ਦੈਟ ਇਜ਼ ਸੇਵਾ ਫॉर ਮੀ। ਐਂਡ ਤੁਹਾਡੇ ਲਈ ਕਨਸੈਪਟ ਕਿਵੇਂ ਕਿਵੇਂ ਖੁੱਲਦੇ ਗਏ ਕਿ ਇਹ ਵੀ ਤਾਂ ਸੇਵਾ ਹੋ ਸਕਦੀ ਆ, ਇਸ ਤਰੀਕੇ ਨਾਲ ਵੀ ਤਾਂ ਲੋਕਾਂ ਨੂੰ ਹੈਲਪ ਕੀਤਾ ਜਾ ਸਕਦਾ ਆ? ਮੈਂ ਵੇਖਦਾ ਸੀ ਕਿ ਜਿਵੇਂ ਫॉर ਐਗਜ਼ਾਮਪਲ ਸਾਡਾ ਵਿਸਾਖੀ ਆ ਗਿਆ ਜਾਂ ਫਿਰ ਕੋਈ ਵੀ ਗੁਰਪੁਰਬ ਆ ਗਿਆ, ਕਿ ਲੋਕਾਂ ਨੇ ਤੇ ਸ਼ਾਦੀ ਵਾਂਗ ਸਟਾਲ ਲਗਾਏ ਨੇ, ਛੋਲੇ ਭਟੂਰੇ ਵੀ ਹੈ, ਜਲੇਬੀਆਂ ਵੀ ਹੈ, ਆਈਸਕ੍ਰੀਮ ਵੀ ਹੈ, ਤੇ ਮੈਂ ਦੇਖ ਰਿਹਾ ਕਿ ਤੁਸੀਂ ਰੱਜੇ ਵੀ ਨੂੰ ਰਜਾਈ ਜਾ ਰਹੇ ਹੋ, ਬਟ ਜਿਹੜੇ ਦੂਰ ਬੈਠੇ ਨੇ ਉਹਨਾਂ ਦਾ ਬੁਰਾ ਹਾਲ ਹੈ। ਫॉर ਐਗਜ਼ਾਮਪਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਘਰ ਦੇ ਬਾਹਰ ਲੰਗਰ ਨਹੀਂ ਲਾਇਆ, ਉਹ ਜੰਗਲ ਦੇ ਵਿੱਚ ਜਾ ਕੇ ਭੁੱਖੇ ਸਾਧਿਆਂ ਨੂੰ ਖਿਲਾਉਂਦੇ ਸੀ। ਫॉर ਮੀ ਇਟ ਵਾਸ ਦੀ ਸੇਮ ਐਗਜ਼ੈਕਟ ਥਿੰਗ ਕਿ ਅਸੀਂ ਗੁੜਗਾਉਂ ਦਿੱਲੀ ਦੇ ਵਿੱਚ ਕੰਮ ਨਹੀਂ ਕਰਨਾ, ਅਸੀਂ ਮੁੰਬਈ ਦੇ ਵਿੱਚ ਕੰਮ ਨਹੀਂ ਕਰਨਾ, ਅਸੀਂ ਫਾਰ ਫਲੰਗ ਏਰੀਆਜ਼ ਦੇ ਵਿੱਚ ਕੰਮ ਕਰਨਾ। ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਕਾਫੀ ਸਿੱਖਲੀਗਰ ਤੇ ਵਣਜਾਰੇ ਨੇ, ਇਹ ਉਹੀ ਸੇਮ ਕਮਿਊਨਿਟੀ ਹੈ ਜਿਹਨੇ ਮੈਕਸਿਮਮ ਸ਼ਹੀਦੀਆਂ ਦਿੱਤੀ ਹੈ ਸਿੱਖ ਪੰਥ ਦੇ ਅੰਦਰ, ਚਾਹੇ ਉਹ ਲੱਖੀ ਸ਼ਾਹ ਵਣਜਾਰਾ ਹੋਵੇ, ਚਾਹੇ ਉਹ ਭਾਈ ਤਾਰੂ ਸਿੰਘ ਹੋਵੇ। ਉਹਨਾਂ ਦਾ ਬੁਰਾ ਹਾਲ ਹੈ, ਉਹ ਹੱਲੇ ਵੀ ਜੰਗਲਾਂ ਦੇ ਵਿੱਚ ਰਹਿੰਦੇ ਨੇ, ਉੱਥੇ ਬਿਜਲੀ ਨਹੀਂ ਹੈ। ਅਸੀਂ ਸੋਚਿਆ ਫॉर them we will open India's largest skill development center, ਕਿ ਰੈਗੂਲਰ ਸਕੂਲ ਨਹੀਂ ਬਟ ਸਕਿੱਲ ਡਿਵੈਲਪਮੈਂਟ, ਕਿ we will equip you with skills, ਕਿ ਤੁਸੀਂ ਕੱਲ ਨੂੰ ਜਾ ਕੇ ਰੋਜ਼ਗਾਰ ਕਮਾ ਸਕਦੇ ਹੋ। ਬਿਲਕੁਲ ਸਹੀ ਕਿ ਪੰਥ ਦੇ ਵਾਸਤੇ ਕੰਮ ਕਰਨੇ, ਪੰਜਾਬ ਦੇ ਵਾਸਤੇ ਕੰਮ ਕਰਨੇ, ਬਿਕੋਜ਼ ਬਾਕੀ ਸਾਰੇ ਆਪਣੇ ਘਰ ਦੇ ਬਾਹਰ ਵੱਡਾ ਜਿਹਾ ਬੈਨਰ ਲਗਾ ਦੇਣਗੇ ਕਿ ਸੇਵਾ ਬਾਏ ਫਲਾਣਾ ਢਿਮਕਾਣਾ ਸੁਸਾਇਟੀ, ਅਸੀਂ ਉਹ ਕੰਮ ਨਹੀਂ ਕਰਨਾ, ਅਸੀਂ ਦੂਰ ਜਾ ਕੇ ਕੰਮ ਕਰਨਾ, ਜਿਵੇਂ ਗੁਰੂ ਨਾਨਕ ਮਹਾਰਾਜ ਨੇ ਕੀਤਾ ਸੀ। ਬਿਲਕੁਲ ਸਹੀ ਗੱਲ ਹੈ। ਬਹੁਤ ਹੀ ਬੇਸਿਕ ਕੁਐਸਚਨ ਹੈ, ਪਰ ਮੈਂ ਚਾਹੁੰਦੀ ਹਾਂ ਕਿ ਇਸ ਚੀਜ਼ ਤੇ ਵੀ ਆਪਾਂ ਗੱਲ ਕਰੀਏ ਕਿ ਜਿਵੇਂ ਤੁਸੀਂ ਆਪਣੀ ਇੰਟਰਵਿਊ 'ਚ, ਆਪਣੀ ਟਾਕ 'ਚ ਤੁਸੀਂ ਦੱਸ ਰਹੇ ਸੀ ਕਿ ਮੈਨੂੰ ਘਰੋਂ ਇਨਵਾਇਰਨਮੈਂਟ ਇਦਾਂ ਦਾ ਮਿਲਿਆ ਜਿਹਨੇ ਮੇਰੇ ਅੰਦਰ ਸੇਵਾ ਭਾਵਨਾ ਪੈਦਾ ਕੀਤੀ, ਹੈ ਨਾ। ਸੋ ਅੱਜ ਦੇ ਟਾਈਮ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਸੇਵਾ ਕਰਦੇ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਮੈਨੂੰ ਵੀ ਕਰਨਾ ਚਾਹੀਦਾ। ਸੋ ਹੁਣ ਇਹ ਚਾਹੀਦਾ ਕਿ ਕਿਸੇ ਤੀਜੇ ਬੰਦੇ ਨੂੰ ਨਾ ਸਾਨੂੰ ਦੱਸਣਾ ਪਵੇ ਜਾਂ ਸਾਡੇ ਬੱਚਿਆਂ ਨੂੰ ਦੱਸਣਾ ਪਵੇ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਜਾਂ ਸਾਨੂੰ ਹਿਊਮੈਨਿਟੀ ਦੇ ਇਹਨਾਂ ਕਾਰਜਾਂ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ। ਸੋ ਘਰ ਦੇ ਵਿੱਚ ਕਿੱਦਾਂ ਦਾ ਐਟਮੋਸਫੀਅਰ ਹੋਣਾ ਚਾਹੀਦਾ ਕਿ ਬੱਚਿਆਂ ਦੇ ਆਪਣੇ ਅੰਦਰ ਹੀ ਸੇਵਾ ਭਾਵਨਾ ਆਵੇ ਤਾਂ ਉਹਨਾਂ ਨੂੰ ਲੱਗੇ ਕਿ ਤੁਸੀਂ ਦੂਜਿਆਂ ਦੇ ਕੰਮ ਆਉਣਾ ਆ। ਲਾਈਕ ਫॉर ਐਗਜ਼ਾਮਪਲ ਅੱਜ ਨੈਟਫਲਿਕਸ ਦਾ ਦੌਰਾਨ ਹੈ, ਮੇਰੇ ਟਾਈਮ ਦੇ ਵਿੱਚ VCD ਹੁੰਦੀ ਸੀ ਖੂਬ ਸਾਰੀ, ਤੇ ਵਿਸਮਾਦ ਨਾਮ ਦਾ ਇੱਕ VCD ਚਲਾਉਂਦੇ ਸੀਗੇ, ਜਿਵੇਂ ਚਾਰ ਸਾਹਿਬਜ਼ਾਦੇ ਦੇ ਉੱਤੇ ਤੁਸੀਂ VCD ਬਣਾਤੀ ਹੈ ਭਾਈ ਤਾਰੂ ਸਿੰਘ ਦੇ ਉੱਤੇ। ਤੇ ਇਨਸਟੈਡ ਆਫ ਫੀਡਿੰਗ ਮੀ, ਜਿਵੇਂ ਬਾਲਕ ਵਧੂ ਦਾ ਸੀਰੀਅਲ ਚਲਾਤਾ ਕਰੇ, ਮੇਰੇ ਘਰੇ VCDਆਂ ਚਲਦੀ ਸੀ, ਤੇ ਐਜ਼ ਅ ਕਿਡ ਆਈ ਹੈਡ ਨੋ ਅਦਰ ਆਪਸ਼ਨ। ਮੇਰੇ ਕੋਲ ਇਹ ਸੀ ਕਿ ਮੈਂ ਇਤਿਹਾਸ ਦੀ VCD ਵੇਖਣੀ ਹੈ ਤੇ ਉਹੀ ਮੈਂ ਵੇਖਾਂਗਾ। ਤੇ ਉਹਦੇ ਬਾਅਦ ਮੇਰੀ ਕੁਐਸਚਨਿੰਗ ਹੁੰਦੀ ਸੀ ਕਿ ਤੂੰ ਕੀ ਸਿੱਖਿਆ ਇਸ ਦੇ ਕੋਲੋਂ, ਜਿਵੇਂ ਫॉर ਭਾਈ ਕਨ੍ਹਈਆ ਦੀ ਸਾਖੀ ਸੁਣਾਈ ਮੈਨੂੰ, ਸਿੱਖਿਆ ਕੀ, ਤੇ ਇਹਦਾ ਫੈਕਟ ਚੈਕਿੰਗ ਹੁੰਦੀ ਸੀ ਪ੍ਰੋਪਰ ਕਿ ਜਿਹੜੀ ਨੌਲੇਜ ਮਿਲ ਰਹੀ ਹੈ ਮੈਨੂੰ ਉਹ ਇਨਗਰੇਵ ਹੋ ਰਹੀ ਹੈ ਅੰਦਰ, ਕਿ ਉਹ ਅੰਦਰ ਜਾ ਕੇ ਵਸ ਵੀ ਰਹੀ ਹੈ ਜਾਂ ਨਹੀਂ। ਤੇ ਇੱਦਾਂ ਦੀਆਂ ਚੀਜ਼ਾਂ ਘਰ ਦੇ ਵਿੱਚ ਦੇ ਯੂਜ਼ ਟੂ ਟਰਾਈ ਟੂ ਕ੍ਰੀਏਟ ਐਨ ਇਨਵਾਇਰਨਮੈਂਟ ਵਿਦ ਮੀ। ਜੇ ਬੁੱਕਸ ਦੇਣੀ ਹੈ ਤੇ ਝਾਂਸੀ ਕੀ ਰਾਣੀ ਦੀ ਬੁੱਕ ਨਹੀਂ ਦੇਣਗੇ ਮੈਨੂੰ, ਉਹ ਮੈਨੂੰ ਬੁੱਕ ਦੇਣਗੇ ਇਤਿਹਾਸ ਦੀ। ਜਿਵੇਂ I was introduced to ਗੁਰੂ ਬਿਲਾਸ ਪਾਤਸ਼ਾਹੀ ਦਸਵੀਂ, ਲੋਕਾਂ ਨੇ ਸੁਣਾ ਵੀ ਨਹੀਂ ਹੋਣਾ ਹੈ, ਸੂਰਜ ਪ੍ਰਕਾਸ਼ ਗ੍ਰੰਥ। ਇਹ ਇੰਨੇ ਪੁਰਾਣੇ ਗ੍ਰੰਥ ਨੇ ਜੇ ਲੋਕਾਂ ਨੂੰ ਪਤਾ ਵੀ ਨਹੀਂ ਹੈ। 15 ਸਾਲ ਦੀ ਉਮਰ 'ਚ ਮੈਨੂੰ ਇੰਗਲਿਸ਼ ਟ੍ਰਾਂਸਲੇਸ਼ਨ ਦਿੱਤੀ, ਚਾਹੇ ਇੰਗਲਿਸ਼ ਟ੍ਰਾਂਸਲੇਟ ਇਨਐਕੂਰੇਟ ਹੋਣੀ ਹੈ ਜਾਂ 70% ਐਕੂਰੇਟ ਹੋਣੀ ਹੈ, ਬਟ ਆਈ ਵਾਜ਼ ਐਟਲੀਸਟ ਗਿਵਨ ਅ ਚਾਂਸ ਟੂ ਐਕਸਪਲੋਰ ਟੌਪਿਕਸ ਲਾਈਕ ਮੈਂ ਦਰਬਾਰ ਸਾਹਿਬ ਗਿਆ ਤੇ ਮੈਂ ਬੁਲੇਟ ਦੇ ਮਾਰਕਸ ਵੇਖੇ। ਜਿਹੜੇ ਕੋਈ ਹੋਰ ਅੱਜ ਦਾ ਬੱਚਾ ਜਾਏਗਾ ਨਾ, ਉਹਨੂੰ ਦੱਸਣਗੇ ਨਹੀਂ ਕੀ ਹੈ, ਮੈਨੂੰ ਦੱਸਤਾ ਕਿ ਇਹ 1984 ਦੇ ਬੁਲੇਟ ਦੇ ਮਾਰਕਸ। ਦੈਨ ਆਈ ਆਸਕਡ ਕਿ ਇਹ ਕੀ ਹੈ। ਉਹਦੇ ਬਾਅਦ ਮੈਂ 2 ਮਹੀਨੇ ਪੰਜਾਬ ਦੇ ਵਿੱਚ ਗੁਜ਼ਾਰਤੇ, ਲੋਕਾਂ ਨੂੰ ਮਿਲ ਰਿਹਾ ਸੀ ਮੈਂ, ਹੂ ਆਰ ਇੰਪੈਕਟਡ, ਹੂ ਆਰ ਵਿਕਟਮਸ ਆਫ 1984। ਮੈਂ ਉਹਨਾਂ ਨੂੰ ਜਾ ਕੇ ਮਿਲਿਆ, ਬਿਕੋਜ਼ ਕਦੀ ਸੱਚ ਨਹੀਂ ਛੁਪਾਇਆ ਮੇਰੇ ਕੋਲੋਂ ਉਹਨਾਂ ਨੇ। ਤੇ ਇਫ ਮਾਈ ਮਾਈਂਡ ਇਜ਼ ਗੋਇੰਗ ਇਨ ਅ ਸਰਟਨ ਡਾਇਰੈਕਸ਼ਨ, ਲੈਟ ਇਟ ਫਲੋ। ਜੇ ਕੋਈ ਨਦੀ ਵਗਦੀ ਹੈ ਨਾ, ਅਸੀਂ ਉਹਨੂੰ ਚੇਂਜ ਨਹੀਂ ਕਰਦੇ ਡਾਇਰੈਕਸ਼ਨ, ਹੋਣਾ ਜਾਣ ਦਿਓ ਉੱਥੇ। ਤੇ ਉਹਦਾ ਦਾ ਇਨਵਾਇਰਨਮੈਂਟ ਕ੍ਰੀਏਟ ਕਰਦੇ ਸੀ ਉਹ। ਐਂਡ ਜਦੋਂ ਹੁਣ ਤੁਸੀਂ ਹੇਮਕੁੰਟ ਫਾਊਂਡੇਸ਼ਨ ਦੇ ਥਰੂ ਸੇਵਾ ਕਰਦੇ ਹੋ ਜਾਂ ਹੇਮਕੁੰਟ ਫਾਊਂਡੇਸ਼ਨ ਦੇ ਵਲੰਟੀਅਰਸ ਅਲੱਗ-ਅਲੱਗ ਦੁਨੀਆ ਦੇ ਕੋਨੇ-ਕੋਨੇ ਤੇ ਜਾਂਦੇ ਨੇ ਲੋਕਾਂ ਦੀ ਮਦਦ ਕਰਨ ਦੇ ਲਈ, ਹੈ ਨਾ, ਤਾਂ ਅਸੀਂ ਗਲੋਬਲ ਲੈਵਲ ਤੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਰਿਪਰੈਜ਼ੈਂਟ ਵੀ ਕਰ ਰਹੇ ਹਾਂ, ਹੈ ਨਾ। ਮੈਂ ਤੁਹਾਡਾ ਇੱਕ ਵੀਡੀਓ ਦੇਖ ਰਹੀ ਸੀ ਜਿਹਦੇ 'ਚ ਤੁਸੀਂ ਇੱਕ ਬੋਰਡ ਚੱਕਿਆ ਹੋਇਆ ਸੀ ਕਿ ਬੱਲੇ ਬੱਲੇ ਇਜ਼ ਜਸਟ ਅ ਬਾਈ। ਅਸੀਂ ਸਾਰਾ ਦਿਨ ਇਹੀ ਕੁਛ ਨਹੀਂ ਕਰਦੇ ਰਹਿੰਦੇ। ਸੋ ਗਲੋਬਲ ਲੈਵਲ ਤੇ ਜਾ ਕੇ ਕੰਮ ਕਰਨ ਦੇ ਨਾਲ ਜਾਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਜਿਹੜੀ ਸਹੀ ਰਿਪਰੈਜ਼ੈਂਟੇਸ਼ਨ ਆ ਉਹ ਹੋ ਪਾਈ ਆ? ਆਈ ਥਿੰਕ 90% ਤਾਂ ਹੋ ਪਾਈ ਹੈ, ਬਿਕੋਜ਼ ਜਦ ਅਸੀਂ ਸੇਵਾ ਕਰਦੇ ਹਾਂ ਨਾ, ਜਿਵੇਂ ਫॉर ਐਗਜ਼ਾਮਪਲ ਅਸਾਮ ਫਲੱਡਸ ਹੈ, ਉੱਥੇ ਲੋਕਾਂ ਨੂੰ ਪਤਾ ਕਿ ਜੇ ਕੋਈ ਦਸਤਾਰ ਪਾ ਕੇ ਆ ਗਿਆ ਨਾ, ਉਹ ਸੇਵਾ ਕਰਨ ਵਾਸਤੇ ਆ ਰਿਹਾ ਇੱਥੇ। ਇੱਕ ਐਕਸਪੈਕਟੇਸ਼ਨ ਨੈਚੁਰਲੀ ਲੋਕਾਂ ਦੇ ਵਿੱਚੋਂ ਹੁੰਦੀ ਹੈ। ਅਸੀਂ ਕੇਰਲਾ ਦੇ ਵਿੱਚ ਗਏ, ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਭੁੱਖਿਆਂ ਨੂੰ ਹੀ ਖਿਲਾਉਂਦੇ ਹੋ ਨਾ, ਉਹਦੇ ਕਰਕੇ ਆਏ ਹੋ ਨਾ। ਅਸੀਂ ਫਰੋਮ ਦਾ ਟੈਕਸੀ ਡਰਾਈਵਰ ਅੰਟਿਲ ਜਿਹੜਾ ਕੈਪਟਨ ਜਹਾਜ਼ ਉਡਾ ਰਿਹਾ, ਉਹਨਾਂ ਨੂੰ ਪਤਾ ਹੈ
ਕਿ ਇਹ ਕਿਸ ਵਾਸਤੇ ਜਾ ਰਹੇ ਨੇ। ਜਿੱਥੇ ਤਰਾਸਦੀ ਹੈ, ਜੇ ਉਹਨਾਂ ਨੂੰ ਦਿਸ ਗਿਆ ਕੋਈ ਦਸਤਾਰ ਵਾਲਾ ਸਿੰਘ ਜਾਂ ਸਿੰਘਣੀ, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਸੇਵਾ ਹੀ ਕਰਨੀ ਹੈ ਜਾ ਕੇ। ਸੋ ਇਹ ਰਿਪਰੈਜ਼ੈਂਟੇਸ਼ਨ ਕਰੈਕਟ ਹੋ ਰਿਹਾ। ਤੁਸੀਂ ਦੇਖੋ ਕਿ ਕੈਨੇਡਾ ਦੀ ਗਵਰਨਮੈਂਟ ਸਾਨੂੰ ਐਕਨੋਲੇਜ ਕਰਦੀ ਹੈ, ਯੂਕੇ ਪਾਰਲੀਮੈਂਟ ਦੇ ਵਿੱਚ ਸਾਨੂੰ ਐਕਨੋਲੇਜ ਕਰਦੇ ਨੇ, ਬਾਹਰ ਸਟਰੀਟਸ ਨੇਮਡ ਸਾਡੇ ਉੱਪਰ, ਲਾਈਕ ਫੋਰ ਐਗਜ਼ਾਮਪਲ ਪੰਜਾਬ ਸਟਰੀਟ ਬਾਹਰ ਵੀ। ਤੇ ਆਈ ਥਿੰਕ ਕहीं ਨਾ ਕहीं ਉਹ ਫਰਕ ਤੇ ਪੈ ਰਿਹਾ, ਬਟ ਹੱਲੇ ਵੀ ਹੋਰ ਕੰਮ ਕਰਨਾ ਹੈ, ਬਹੁਤ ਹੱਲੇ ਕੰਮ ਕਰਨਾ। ਆਈ ਡੋਂਟ ਥਿੰਕ ਕੋਈ ਵੀ ਨੋਬਲ ਪ੍ਰਾਈਜ਼ ਲਾਇਆ ਸਿੱਖਾਂ ਦੇ ਵਿੱਚ। ਆਈ ਥਿੰਕ ਦੈਟ ਇਜ਼ ਮਾਈ ਗੋਲ, ਐਂਡ ਗੋਲ ਉਹੀ ਹੈ ਕਿ ਬੀ ਦ ਫਰਸਟ ਟਰਬਨ ਸਿੱਖ ਜਿਹੜਾ ਕਿ ਨੋਬੈਲ ਪ੍ਰਾਈਜ਼ ਲਾ ਰਿਹਾ ਇੰਡੀਆ ਦੇ ਵਿੱਚ। ਬਿਲਕੁਲ ਸਹੀ ਗੱਲ ਹੈ। ਐਂਡ ਇੱਕ ਹੋਰ ਚੀਜ਼ ਜਿਹਦੇ ਤੇ ਤੁਸੀਂ ਗੱਲ ਕਰਦੇ ਹੋ, ਆਪਾਂ ਕਹਿੰਦੇ ਹਾਂ ਕਿ ਸੋਸਾਈਟਲ ਸਟੀਰੀਓਟਾਈਪਸ ਕੁਝ ਟੁੱਟਣੇ ਚਾਹੀਦੇ ਨੇ ਜਦੋਂ ਅਸੀਂ ਫੈਮਿਨਿਸਟ ਜਾਂ ਫੈਮਿਨਿਜ਼ਮ ਦੀ ਗੱਲ ਕਰਦੇ ਹਾਂ। ਪਰ ਜਦੋਂ ਤੁਸੀਂ ਸੇਵਾ ਦੀ ਗੱਲ ਕਰਦੇ ਹੋ, ਤੁਸੀਂ ਉਹਦੇ 'ਚ ਵੀ ਕਹਿੰਦੇ ਹੋ ਕਿ ਕੁਝ ਜਿਹੜੇ ਸਟੀਰੀਓਟਾਈਪਸ ਨੇਗੇ ਉਹ ਟੁੱਟ ਜਾਣੇ ਚਾਹੀਦੇ ਨੇ। ਜਿਵੇਂ ਅਸੀਂ ਕਿਸੇ ਨੂੰ ਸੋਚਦੇ ਹਾਂ ਕਿ ਫਲਾਣਾ ਬੰਦਾ ਹੈ, ਐਨਜੀਓ ਚਲਾਉਂਦਾ ਹੈ ਜਾਂ ਜਾ ਕੇ ਲੋਕਾਂ ਦੀ ਮਦਦ ਕਰਦਾ ਹੈ, ਉਹਨਾਂ ਦੇ ਕੰਮ ਆਉਂਦਾ, ਤਾਂ ਸਾਡੇ ਦਿਮਾਗ 'ਚ ਇੱਕ ਛਵੀ ਬਣ ਜਾਂਦੀ ਹੈ ਕਿ ਉਹ ਇਸ ਦਿੱਖ ਜਾਂ ਇਸ ਸਰੂਪ ਦੇ ਵਿੱਚ ਹਮੇਸ਼ਾ ਹੋਣਗੇ, ਹੈ ਨਾ। ਸੋ ਤੁਸੀਂ ਕਹਿੰਦੇ ਹੋ ਕਿ ਇਸ ਤਰੀਕੇ ਦੇ ਨਾਲ ਅਸੀਂ ਨਵੇਂ ਮੁੰਡੇ ਕੁੜੀਆਂ ਨੂੰ ਆਪਣੇ ਨਾਲ ਨਹੀਂ ਜੋੜ ਸਕਾਂਗੇ, ਹੈ ਨਾ। ਸੋ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਇਹਦੇ ਵਿੱਚ ਵੀ ਸਟੀਰੀਓਟਾਈਪਸ ਤੋੜਨ ਦੀ ਲੋੜ ਕਿਉਂ ਹੈ? ਜਿਹੜੀ ਅੱਜ ਦੀ ਪਨੀਰੀ ਹੈ ਨਾ, ਉਹਨਾਂ ਨੂੰ ਟ੍ਰੈਂਡੀ ਤੇ ਟ੍ਰੈਂਡਸ ਫੋਲੋ ਕਰਨੇ ਨੇ। ਦੇ ਨੀਡ ਟੂ ਬੀ ਕੂਲ ਐਂਡ ਆਲਸੋ ਐਕਟ ਕੂਲ ਐਟ ਦ ਸੇਮ ਟਾਈਮ। ਤੇ ਮੈਂ ਕਿਹਾ ਕਿ ਯਾਰ ਜੇ ਮੈਂ ਚਿੱਟਾ ਕੁੜਤਾ ਮੈਂ ਪਾ ਲਾਂਗਾ, ਪਹਿਲੀ ਗੱਲ ਤੇ ਉਹ ਅਨਕੰਫਰਟੇਬਲ ਹੈ, ਉਹਦੇ ਵਿੱਚ ਗਰਮੀ ਲੱਗਣੀ ਹੈ। ਤੇ ਪ੍ਰੈਕਟੀਕਲੀ ਜੇ ਤੁਸੀਂ ਵੇਖੋ, ਤੁਸੀਂ ਸੇਵਾ ਕਰ ਰਹੇ ਹੋ ਤੇ ਤੁਹਾਡੇ ਉੱਤੇ ਮਿੱਟੀ ਗਿਰੂਗੀ। ਚਿੱਟਾ ਕੁੜਤਾ ਪਜਾਮੇ ਦੇ ਵਿੱਚ ਸਭ ਤੋਂ ਜ਼ਿਆਦਾ ਮਿੱਟੀ ਲੱਗਣੀ ਹੈ। ਤੇ ਪਤਾ ਨਹੀਂ ਕਿਉਂ ਚਿੱਟਾ ਕੁੜਤਾ ਪਜਾਮਾ ਦਾ ਕਨਸੈਪਟ ਬਣਾਤਾ ਹੈ ਇੰਡੀਆ ਦੇ ਵਿੱਚ। ਤੇ ਮੈਂ ਕਿਹਾ ਇਹ ਤੇ ਯੂਜ਼ਲੈਸ ਹੈ ਮੇਰੇ ਵਾਸਤੇ। ਆਈ ਵੁੱਡ ਰਾਦਰ ਵੇਅਰ ਕੰਫਰਟੇਬਲ ਕਲੋਥ। ਜੇ ਮੈਂ ਟੀ-ਸ਼ਰਟ ਪਾ ਸਕਦਾ, ਜੀਨਸ ਪਾ ਸਕਦਾ, ਉਹਦੇ ਵਿੱਚ ਮੈਂ ਕਿਉਂ ਨਹੀਂ ਸੇਵਾ ਕਰ ਸਕਦਾ? ਇਟਸ ਅ ਸਿੰਪਲ ਫਿਲੋਸਫੀ, ਕਿਉਂ ਨਹੀਂ? ਇਟਸ ਮੋਰ ਪ੍ਰੈਕਟੀਕਲ। ਤੇ ਮੈਂ ਇੱਦਾਂ ਸੋਚਦਾ, ਤੇੜਾ ਦਿਮਾਗ ਹੈ ਮੇਰਾ, ਮੈਂ ਤਾਂ ਓਪਨਲੀ ਐਕਸੈਪਟ ਕਰਦਾ। ਤੇ ਜੇ ਮੈਨੂੰ ਯੂਥ ਨੂੰ ਪਾਰਟ ਬਣਾਉਣਾ ਨਾ ਇਹ ਮੂਵਮੈਂਟ ਦਾ, ਸੇਵਾ ਦੀ ਮੂਵਮੈਂਟ ਦਾ, ਤੇ ਆਈ ਵਿਲ ਹੈਵ ਟੂ ਮੇਕ ਇਟ ਵੈਰੀ ਕਨਵੀਨੀਐਂਟ ਫॉर them ਕਿ ਜੇ ਤੁਹਾਡੇ ਵਾਸਤੇ ਆਸਾਨ ਹੈ। ਕੋਈ ਵੀ ਜਿਹੜਾ ਬੱਚਾ ਹੈ ਉਹ ਸਕੂਲ ਤੋਂ ਆ ਰਿਹਾ, ਉਹ ਪਹਿਲਾਂ ਕੁੜਤਾ ਪਜਾਮਾ ਪਾਉਣ ਦੇ ਵਿੱਚ ਟਾਈਮ ਨਹੀਂ ਵੇਸਟ ਕਰੇਗਾ, ਉਹ ਆਪਣਾ ਆਰਾਮ ਨਾਲ ਘਰ ਦੇ ਵਿੱਚ ਨੈਟਫਲਿਕਸ ਦੇਖੇਗਾ। ਬਟ ਜੇ ਮੈਂ ਉਹਨੂੰ ਕਹਾਂ ਕਿ ਯਾਰ ਤੂੰ ਟੀ-ਸ਼ਰਟ ਦੇ ਵਿੱਚ ਹੀ ਆ ਜਾ, ਚੱਲ ਸੇਵਾ ਕਰਦੇ ਆ, ਉਹ ਆਰਾਮ ਨਾਲ ਆਵੇਗਾ। ਅਸੀਂ ਨਾ ਕਦੀ ਗਲਵਖੜੀ ਦੇ ਵਿੱਚ ਨਹੀਂ ਲੈਂਦੇ ਬੱਚਿਆਂ ਨੂੰ ਅੱਜ ਕੱਲ੍ਹ। ਅਸੀਂ ਪਹਿਲਾਂ ਹੀ ਤਾਨਾ ਮਾਰਦੇ ਕਿ ਯਾਰ ਤੂੰ ਇਹ ਗਲਤ ਕਰ ਰਿਹਾ, ਤੂੰ ਇਹ ਗਲਤ ਕਰ ਰਿਹਾ, ਤੂੰ ਇਹ ਗਲਤ ਕਰ ਰਿਹਾ। ਬਟ ਜੇ ਅਸੀਂ ਕਹਾਂਗੇ ਯਾਰ ਤੂੰ ਜਿਹੋ ਜਿਹਾ ਵੀ ਹੈ ਤੂੰ ਆ ਜਾ ਮੇਰੇ ਨਾਲ, ਆਈ ਥਿੰਕ ਦੈਨ ਇਟ ਵੁੱਡ ਬੀ ਅ ਡਿਫਰੈਂਟ ਸਿਨੈਰੀਓ ਆਲ ਟੂਗੇਦਰ। ਹਾਂ, ਫਿਰ ਇਹ ਨਹੀਂ ਹੈਗਾ ਕਿ ਤੁਸੀਂ ਕੁੜਤਾ ਪਜਾਮਾ ਪਾ ਕੇ ਸੇਵਾ ਨਹੀਂ ਕਰ ਸਕਦੇ ਹੋ, ਕਿਉਂਕਿ ਸਾਡਾ ਟ੍ਰੈਡੀਸ਼ਨਲ ਆਊਟਫਿਟ ਆ, ਉਹ ਕਰ ਸਕਦੇ ਹੋ। ਪਰ ਹਾਂ, ਇਹ ਵੀ ਨਹੀਂ ਹੈ ਕਿ ਸਿਰਫ ਕੁੜਤਾ ਪਜਾਮਾ ਪਾ ਕੇ ਹੀ ਸੇਵਾ ਕੀਤੀ ਜਾ ਸਕਦੀ ਹੈ, ਜਾਂ ਸੇਵਾ ਕਰਨ ਦੇ ਲਈ ਕੋਈ ਇੱਕ ਡਰੈਸ ਕੋਡ ਆ ਜਿਹੜਾ ਕਿ ਤੁਹਾਨੂੰ ਫੋਲੋ ਕਰਨਾ ਪਊਗਾ, ਹੈ ਨਾ। ਇੱਕ ਚੀਜ਼ ਹੋਰ, ਤੁਸੀਂ ਜਿਹੜੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਕਿਉਂਕਿ ਤੁਸੀਂ ਐਕਟਿਵਿਸਟ ਹੋਣ ਦੇ ਨਾਲ ਨਾਲ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੋ, ਐਂਡ ਤੁਸੀਂ ਕਹਿੰਦੇ ਹੋ ਕਿ ਬੀਇੰਗ ਅ ਸੋਸ਼ਲ ਮੀਡੀਆ ਇਨਫਲੂਐਂਸਰ ਤੁਹਾਡੇ ਕੋਲੇ ਬਹੁਤ ਸਾਰੇ ਪੀਅਰ ਪ੍ਰੋਡਕਟ ਜਾਂ ਪਾਰਸਲਸ ਆਉਂਦੇ ਨੇ, ਜਿਹੜੇ ਕਿ ਹੋ ਸਕਦਾ ਕਿ ਤੁਹਾਡੇ ਕੰਮ ਦੇ ਨਾ ਹੋਣ, ਪਰ ਕਿਸੇ ਹੋਰ ਨੂੰ ਉਹਨਾਂ ਦੀ ਜ਼ਰੂਰਤ ਹੋਵੇ। ਤੇ ਤੁਹਾਡੇ ਤੋਂ ਪਹਿਲਾਂ ਮੈਂ ਕਿਸੇ ਤੋਂ ਇਹ ਗੱਲ ਨਹੀਂ ਸੁਣੀ ਕਿ ਹਾਂ, ਉਹਨਾਂ ਚੀਜ਼ਾਂ ਨੂੰ ਵੀ ਡੋਨੇਟ ਕੀਤਾ ਜਾ ਸਕਦਾ ਆ। ਰਦਰ ਲੋਕੀ ਕੰਪਲੇਨ ਕਰਦੇ ਹੁੰਦੇ ਨੇ ਕਿ ਸਾਨੂੰ ਇੰਨੇ ਪਾਰਸਲ ਆਉਂਦੇ ਨੇ, ਸਾਡੇ ਕੋਲ ਹੁਣ ਸਟੋਰੇਜ ਦੀ ਵੀ ਜਗ੍ਹਾ ਨਹੀਂ ਹੈ, ਉਹਨਾਂ ਨੂੰ ਅਸੀਂ ਕਿੱਥੇ ਰੱਖੀਏ। ਤਾਂ ਮੈਨੂੰ ਲੱਗੇ ਕਿ ਇਹ ਤਾਂ ਬਹੁਤ ਸੋਹਣੀ ਗੱਲ ਹੋ ਸਕਦੀ ਹੈ ਕਿ ਅਗਰ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਤਾਂ ਕਿਸੇ ਨੂੰ ਤਾਂ ਹੋ ਸਕਦੀ ਹੈ। ਸੇਵਾ ਦਾ ਬੇਸਿਕ ਪ੍ਰਿੰਸੀਪਲ ਹੀ ਹੋਈ ਹੈ, ਵੰਡ ਕੇ ਛਕੋ। ਜੇ ਤੁਹਾਡੇ ਕੋਲ ਕੋਈ ਐਕਸਟਰਾ ਚੀਜ਼ ਹੈ, ਤੁਹਾਨੂੰ ਲੋੜ ਹੀ ਨਹੀਂ ਹੈ, ਤੁਸੀਂ ਕਿਉਂ ਘਰੇ ਰੱਖ ਰਹੇ ਹੋ? ਮਿੱਟੀ ਜੰਮ ਜਾਣੀ ਉਹਦੇ ਉੱਤੇ, ਤੁਸੀਂ ਕਿਸੇ ਨੂੰ ਵੰਡ ਦਿਓ। ਫੋਰ ਐਗਜ਼ਾਮਪਲ ਮੇਰੇ ਕੋਲ ਜੂਤੇ ਆਉਂਦੇ ਨੇ, ਨਾਈਕੀ ਆਈਡਾਸ ਦੇ, ਮੇਰੇ ਕੋਲ 5 ਜੂਤੇ ਨੇ, ਮੈਂ 10 ਜੂਤੇ ਰੱਖ ਕੇ ਕੀ ਕਰਾਂਗਾ? ਆਈ ਵੁੱਡ ਰਾਦਰ ਗਿਵ ਇਟ ਆਊਟ ਟੂ ਸਮਵਨ ਇਨ ਨੀਡ। ਜਿਹਦੇ ਕੋਲ ਚੱਪਲ ਵੀ ਨਹੀਂ, ਮੈਂ ਉਹਨੂੰ ਦੇਵਾਂਗਾ ਜੂਤਾ। ਤਾਂ ਆਈ ਥਿੰਕ ਸਾਡੀ ਥਿੰਕਿੰਗ ਦਾ ਪ੍ਰੋਸੈਸ ਜਿਹੜਾ ਹੈ ਨਾ, ਉਹ ਚੇਂਜ ਕਰਨਾ ਹੈ। ਜੇ ਫੋਰ ਐਗਜ਼ਾਮਪਲ ਅਸੀਂ ਲੈਪਟਾਪ ਅਪਗ੍ਰੇਡ ਕਰਦੇ ਹਾਂ ਨਾ, ਮੈਕਬੁੱਕ ਦਾ M1 ਚਿਪ ਵੀ ਆ ਗਈ, ਅਸੀਂ ਇੰਟੈਲ i3 ਦੇ ਵਿੱਚ ਨਹੀਂ ਬਹਿਣਾ, ਹੁਣ ਅਸੀਂ ਆਪਣੀ ਚਿਪ ਅਪਗ੍ਰੇਡ ਕਰਨੀ ਹੈ। ਤੇ ਸਮੇਂ ਦੇ ਨਾਲ ਨਾਲ ਵੀ ਹੈਵ ਟੂ ਚੇਂਜ ਦ ਕਨਸੈਪਟਸ ਐਂਡ ਆਲਸੋ ਮਾਡਰਨਾਈਜ਼ ਇਟ, ਤਾਂ ਕਿ ਉਹ ਹਰ ਕਿਸੇ ਦੇ ਵਾਸਤੇ ਐਕਸੈਸਿਬਲ ਹੋ। ਮੈਂ ਤਾਂ ਉਸ ਚੀਜ਼ ਦੇ ਵਿੱਚ ਬਿਲੀਵ ਕਰਦਾ। ਬਿਲਕੁਲ। ਐਂਡ ਇਹ ਚੀਜ਼ ਕਿਉਂ ਜ਼ਰੂਰੀ ਹੋ ਜਾਂਦੀ ਹੈ? ਕਿਉਂਕਿ ਰੀਸੈਂਟਲੀ ਰਣਬੀਰ ਸਿੰਘ ਤੁਹਾਡੇ ਗੁੱਡਵਿਲ ਐਂਬੈਸਡਰ ਬਣੇ ਨੇ ਹਿਮਕੁੰਡ ਫਾਊਂਡੇਸ਼ਨ ਦੇ, ਐਂਡ ਹੋਰ ਵੀ ਜਿੰਨੀਆਂ NGOs ਕੰਮ ਕਰ ਰਹੀਆਂ ਨੇਗੀਆਂ ਹਿਊਮੈਨਿਟੀ ਦੇ ਲਈ, ਤਾਂ ਉਹਨਾਂ 'ਚ ਵੀ ਅਸੀਂ ਦੇਖਦੇ ਹਾਂ ਕਿ ਸੈਲੀਬ੍ਰਿਟੀਜ਼ ਨੂੰ ਬਹੁਤ ਇਨਵੋਲਵ ਕੀਤਾ ਜਾਂਦਾ ਆ ਫਰੰਟ ਫੇਸ, ਕਿਉਂਕਿ ਤੁਸੀਂ ਆਲਰੇਡੀ ਬਹੁਤ ਜ਼ਿਆਦਾ ਕੰਮ ਕਰ ਰਹੇ ਹੋ, ਲੋਕਾਂ ਨੂੰ ਪਤਾ ਹੈ ਤੁਹਾਡੇ ਬਾਰੇ, ਤਾਂ ਫਿਰ ਉੱਥੇ ਇੱਕ ਵੱਡਾ ਚਿਹਰਾ ਜਾਂ ਫਿਰ ਖਾਸ ਤੌਰ 'ਤੇ ਇੱਕ ਕਲਾਕਾਰ ਦੇ ਚਿਹਰੇ ਦੀ ਕਿਉਂ ਲੋੜ ਪੈਂਦੀ ਹੈ? ਬਿਕੋਜ਼ ਉਹਦੀ ਰੀਚ ਹੈ 70 ਮਿਲੀਅਨ, ਮੇਰੀ ਰੀਚ ਕਿੰਨੀ ਹੈ 100,000। ਤੁਸੀਂ ਉੱਥੇ ਫਰਕ ਵੇਖ ਲਓ। ਜੇ ਮੈਂ ਹੋਰ ਕੰਮ ਕਰਨਾ, ਮੈਂ ਈਗੋਇਸਟਿਕ ਨਹੀਂ ਹੋ ਸਕਦਾ ਕਿ ਯਾਰ ਸਾਰਾ ਕੁਝ ਮੈਂ ਹੀ ਕਰਾਂਗਾ, ਜਿੰਨਾ PR ਹੈ ਉਹ ਮੈਂ ਹੀ ਕਰਾਂਗਾ। ਜੇ ਮੈਂ ਕਿਸੇ ਹੋਰ ਨੂੰ ਰਿਪਰੈਜ਼ੈਂਟੇਟਿਵ ਬਣਾਤਾ ਕਿ ਯਾਰ ਜੇ ਕਿੱਥੇ ਲੋੜ ਪਏ ਤੁਸੀਂ ਜਾ ਕੇ ਰਿਪਰੈਜ਼ੈਂਟ ਕਰੋ ਆਰਗੇਨਾਈਜੇਸ਼ਨ ਨੂੰ, ਬਿਕੋਜ਼ ਤੁਹਾਡਾ ਕੰਮ ਉਹੀ, ਉਹ ਕਲਾਕਾਰ ਹੈ, ਉਹਦੀ ਜ਼ਿਆਦਾ ਰੀਚ ਹੈ। ਜੇ ਕੱਲ ਨੂੰ ਮੈਨੂੰ ਫੰਡਸ ਰੇਜ਼ ਕਰਨੇ ਨੇ, ਉਹਨੇ ਇੱਕ ਪੋਸਟ ਪਾਣੀ ਹੈ, ਆਈ ਵਿਲ ਗੈਟ ਮਨੀ ਈਜ਼ੀਲੀ ਫॉर ਅ ਪ੍ਰੋਜੈਕਟ। ਜੇ ਕੱਲ ਨੂੰ ਮੈਂ ਕੋਈ ਵੱਡਾ
ਪ੍ਰੋਜੈਕਟ ਸ਼ੁਰੂ ਕਰਨਾ, ਉਹਨੇ ਇੱਕ ਪੋਸਟ ਪਾਣੀ, ਮੇਰਾ ਕੰਮ ਹੋ ਜਾਣਾ ਹੈ। ਤਾਂ ਆਈ ਥਿੰਕ ਕਿ ਜਦ ਉਹਦੇ ਕੋਲ ਰੀਚ ਹੈ ਤੇ ਮੈਂ ਕਿਉਂ ਆਪਣਾ ਅੱਧਾ ਟਾਈਮ ਵੇਸਟ ਕਰਾਂ ਖੁਦ ਦੀ ਰੀਚ ਬਣਾਉਣ ਦੇ ਵਿੱਚ। ਮੈਂ ਆਪਣਾ ਕੰਮ ਸੌਖਾ ਕਰੇ, ਮੇਰਾ ਕੰਮ ਹੈ ਸੇਵਾ ਕਰਨਾ, ਮੇਰਾ ਕੰਮ ਨਹੀਂ ਕਿ ਮੈਂ ਜਾ ਕੇ ਇਵੈਂਟਾਂ ਦੇ ਵਿੱਚ ਬੋਲਣਾ। ਆਈ ਥਿੰਕ ਉਹਦੇ ਵਾਸਤੇ ਮੈਂ 2 ਲੋਕੀ ਖੜੀ ਕਰਦੇ ਨੇ, ਇੱਕ ਰਣਵੀਰ ਸਿੰਘ ਹੈ, ਇੱਕ ਤਾਪਸੀ ਪੰਨੂ। ਦੋਨਾਂ ਦਾ ਇਹੀ ਕੰਮ ਹੈ ਕਿ ਤੁਸੀਂ ਆਰਗੇਨਾਈਜੇਸ਼ਨ ਦੇ ਵਾਸਤੇ ਜਦ ਵੀ ਲੋਡ ਪਏ ਐਟ SOS ਟਾਈਮਸ, ਕ੍ਰਿਟੀਕਲ ਟਾਈਮਸ ਦੇ ਵਿੱਚ ਤੁਸੀਂ ਹੈਲਪ ਕਰੋਗੇ। ਐਡਵਾਈਜ਼ਰਸ ਨੇ ਉਹ, ਬਿਕੋਜ਼ ਮੇਰੇ ਕੋਲ, ਮੈਂ ਕੋਈ ਸ਼ੇਕਸਪੀਅਰ ਨਹੀਂ ਆ, ਨਾ ਮੈਂ ਕੋਈ ਐਲਬਰਟ ਆਈਨਸਟਾਈਨ ਆ, ਮੇਰੇ ਕੋਲ ਇੰਨਾ ਗਿਆਨ ਕਦੀ ਨਹੀਂ ਹੋ ਸਕਦਾ, ਮੈਂ ਪੂਰਨ ਨਹੀਂ ਆ, ਪੂਰਾ ਖਾਲੀ ਗੁਰੂ ਹੀ ਹੈ, ਉਹਦੇ ਕੋਲ ਸਾਰਾ ਗਿਆਨ ਹੈ। ਸੋ ਇਫ ਆਈ ਨੀਡ ਨੌਲੇਜ ਫਰਮ ਡਿਫਰੈਂਟ ਪਾਰਟਸ ਆਈ ਵਿਲ ਟੇਕ ਇਟ। ਸਾਡੇ ਕੋਲ ਡਿਫਰੈਂਟ ਪੱਖ ਤੋਂ ਐਡਵਾਈਜ਼ਰ ਨੇ, ਜਿਵੇਂ ਗੇਮਸ 24/7 ਇੱਕ ਕੰਪਨੀ, ਉਹ ਗੇਮਸ ਬਣਾਉਂਦੇ ਨੇ। ਅੱਛਾ। ਤਾਂ ਟੈਕਨੋਲੋਜੀ ਦੇ ਵਿੱਚ ਦੇ ਆਰ ਵੈਰੀ ਐਕਸਪਰਟਸ। ਮੈਂ ਉਹਨਾਂ ਨੂੰ ਵੀ ਐਡਵਾਈਜ਼ਰ ਬਣਾਇਆ ਕਿ ਜੇ ਮੈਨੂੰ ਕੱਲ੍ਹ ਨੂੰ ਕੁਝ ਟੈਕਨੋਲੋਜੀ ਦਾ ਕੰਮ ਕਰਨਾ ਹੈ, ਤੁਸੀਂ ਐਡਵਾਈਸ ਕਰੋਗੇ ਮੈਨੂੰ, ਬਿਕੋਜ਼ ਸੇਵਾ ਦਾ ਕੰਮ ਸਾਂਝਾ, ਉਹ ਖਾਲੀ ਮੇਰਾ ਕੰਮ ਨਹੀਂ। ਤਾਂ ਮੈਂ ਕਿਉਂ ਆਪਣੇ ਦਰਵਾਜ਼ੇ ਬੰਦ ਕਰਦਾ? ਉਹਦੇ ਸਾਂਝਾ ਕੰਮ ਹੈ। ਆਈ ਵੁੱਡ ਆਲਸੋ ਟੇਕ ਐਡਵਾਈਸ ਫਰਮ ਯੂ, ਆਈ ਵੁੱਡ ਆਲਵੇਜ਼ ਟੇਕ ਐਡਵਾਈਸ ਫਰਮ ਦ ਕੈਮਰਾਮੈਨ ਆਲਸੋ। ਹੁਣ ਮੈਨੂੰ ਨਹੀਂ ਪਤਾ ਕੀ ਸ਼ਾਟ ਚੰਗਾ ਹੈ। ਬਿਲਕੁਲ। ਸੋ ਸੇਵਾ ਦਾ ਕੰਮ ਸਾਂਝਾ ਹੈ ਤੇ ਮੈਂ ਕਿਉਂ ਆਪਣੇ ਦਰਵਾਜ਼ੇ ਬੰਦ ਕਰਾਂ ਲੋਕਾਂ ਦੇ ਵਾਸਤੇ। ਐਂਡ NGOs ਜਦੋਂ ਪੰਜਾਬ 'ਚ ਜਾਂ ਵਰਲਡ ਦੇ ਵਿੱਚ ਜਾ ਕੇ ਕੰਮ ਕਰਦੀਆਂ ਨੇ ਤਾਂ ਉਹਨਾਂ 'ਤੇ ਇਹ ਵੀ ਹੁੰਦਾ ਹੈ ਕਿ NGOs ਦੇ ਵਿੱਚ ਬਹੁਤ ਸਾਰੇ ਘਪਲੇ ਵੀ ਹੁੰਦੇ ਨੇ, ਟਰਾਂਸਪੇਰੈਂਸੀ ਘੱਟ ਹੁੰਦੀ ਆ। ਜਿੱਥੇ ਤੁਸੀਂ ਇੰਨਾ ਜ਼ਿਆਦਾ ਕੰਮ ਕਰ ਰਹੇ ਹੋ, ਵੈਲਫੇਅਰ ਦੇ ਲਈ ਤੁਸੀਂ ਕੰਮ ਕਰਦੇ ਹੋ, ਤਾਂ ਕੁਛ ਇੱਕ ਤਬਕਾ ਹੁੰਦਾ ਸੁਸਾਇਟੀ ਦਾ ਜਿਹੜਾ ਕਿ ਤੁਹਾਨੂੰ ਇਹ ਐਲੀਗੇਸ਼ਨਸ ਵੀ ਦਿੰਦਾ ਆ ਕਿ ਇਹ ਬਹੁਤ ਸਾਰੀਆਂ ਚੀਜ਼ਾਂ ਪ੍ਰੋਫਿਟ ਆਪਣਾ ਅੰਦਰ ਵੀ ਕਰਦੀਆਂ ਨੇ। ਜੇ 100% ਆਉਂਦਾ ਤਾਂ ਉਹਦੇ 'ਚ ਉਹ 30% ਦਾ ਚਾੜੀ ਅੰਦਰ ਕਰ ਲੈਂਦੇ ਨੇ ਤੇ 60% ਦਿਖਾ ਦਿੰਦੇ ਨੇ, ਲਾਉਣ ਦੇ ਲਈ ਦਿਖਾ ਦਿੰਦੇ ਨੇ। ਐਂਡ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਥੋੜਾ ਹਾਰਡ ਹੋ ਜਾਂਦਾ ਹੈ ਕਦੇ ਕਦੇ? ਮੈਂ ਤੇ ਪੂਰਾ ਐਗਰੀ ਕਰਦਾ ਕਿ NGO ਦਾ ਨਾਮ ਬਦਨਾਮ ਹੈ ਇੰਡੀਆ ਦੇ ਵਿੱਚ। 90% NGOs ਆਰ ਕਰਪਟ, ਤੇ ਮੈਂ ਤੇ ਖੁਦ ਐਗਰੀ ਕਰਦਾ। ਜੇ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਮਿਲਦੇ ਨਾ ਮੈਨੂੰ, ਮੈਂ ਤੇ ਕਹਿੰਦਾ ਵੀ ਨਹੀਂ ਕਿ ਯਾਰ ਮੇਰੇ ਕੋਲ ਇੱਕ NGO ਵੀ ਹੈ, ਪਰ ਮੈਨੂੰ ਪਤਾ ਇੰਨਾ ਨਾਮ ਖਰਾਬ ਹੈ NGOs ਦਾ। ਜਿਵੇਂ ਕਿਸੇ ਨੂੰ ਇੰਟਰੋਡਕਸ਼ਨ ਦੇਵਾਂਗਾ ਤੇ ਫਿਰ ਉਹਨਾਂ ਨੇ ਕਹਿਣਾ ਕਿ ਯਾਰ ਇਹ ਬੰਦਾ ਹੀ ਨਾ ਲਾਇਕ ਹੈ। ਬਟ ਆਈ ਥਿੰਕ ਸਮੇਂ ਦੇ ਨਾਲ ਨਾਲ ਟਾਈਮਸ ਚੇਂਜ ਹੋ ਰਹੇ, ਬਿਕੋਜ਼ ਜਿਹੜਾ ਯੂਥ ਦਾ ਦਿਮਾਗ ਹੈ ਨਾ, ਉਹ ਬਹੁਤ ਹੀ ਟਰਾਂਸਫੋਰਮੇਟਿਵ ਦਿਮਾਗ ਹੈ। ਤੇ ਅਸੀਂ ਟਰਾਂਸਪੇਰੈਂਸੀ ਵਾਸਤੇ ਕੀ ਕਰਦੇ ਹਾਂ, ਅਸੀਂ ਆਪਣੇ ਆਡਿਟਡ ਫਾਈਨੈਂਸ਼ੀਅਲਸ ਹੈ, ਵੀ ਪੁੱਟ ਇਟ ਆਊਟ ਦੇਅਰ ਫॉर ਐਵਰੀਬਾਡੀ ਟੂ ਸੀ ਕਿ ਅਸੀਂ ਕਿੰਨਾ ਪੈਸਾ ਰੇਜ਼ ਕੀਤਾ, ਕਿੰਨਾ ਖਰਚ ਕੀਤਾ, ਕਿੱਥੇ ਪੈਸਾ ਗਿਆ। ਜਿਹੜੇ ਟੌਪ ਦੇ NGOs ਨੇ, ਬੀ ਇਟ ਹੇਮਕੁੰਟ ਫਾਊਂਡੇਸ਼ਨ, ਬੀ ਇਟ ਰੋਬਿਨਹੁੱਡ ਆਰਮੀ, ਬੀ ਇਟ ਫੀਡਿੰਗ ਇੰਡੀਆ ਜ਼ੋਮੈਟੋ ਵਾਲਿਆਂ ਦਾ, ਉਹ ਹਰ ਕੋਈ ਆਪਣੇ ਆਡਿਟ ਫਾਈਨੈਂਸ਼ੀਅਲਸ ਪੋਸਟ ਕਰਦੇ ਆ। ਤੇ ਉਹ ਆਡਿਟ ਹੁੰਦੇ ਨੇ 3 ਵਾਰੀ। ਫॉर ਐਗਜ਼ਾਮਪਲ ਇੱਕ ਵਾਰੀ KPMG ਆਡਿਟ ਕਰੂਗਾ, ਇੱਕ ਵਾਰੀ ਕੋਈ ਹੋਰ ਕੰਪਨੀ ਆਡਿਟ ਕਰੇਗੀ। ਜੇ ਉਹ ਤਿੰਨੋਂ ਸੈਟਿਸਫਾਈਡ ਨੇ ਫਿਰ ਜਾ ਕੇ ਉਹ ਪਬਲਿਸ਼ ਹੁੰਦੇ। ਕੋਈ ਜੇ ਕਿਸੇ ਨੇ ਚੋਰੀ ਕਰਨੀ ਹੋਵੇ, ਇੱਕ ਬੰਦੇ ਨੂੰ ਕਹੇਗਾ ਤੂੰ ਆਡਿਟ ਕਰ ਲੈ, ਬਟ ਜੇ ਤੁਸੀਂ 3 ਵਾਰੀ ਚੈੱਕ ਕਰਾ ਰਹੇ ਹੋ ਤੇ ਸਾਨੂੰ ਪਤਾ ਕਿੰਨੀ ਸਕਰੂਟਨੀ ਹੁੰਦੀ ਹੈ, ਸਰਕਾਰ ਵੀ ਸਕਰੂਟਨੀ ਕਰਦੀ ਹੈ। ਤੁਸੀਂ ਵੇਖੋਗੇ ਨਿਊਜ਼ ਤੇ 160 ਲਾਇਸੈਂਸ ਹਾਲੇ ਕੈਂਸਲ ਕੀਤੇ ਨੇ NGOs ਦੇ, ਤੇ ਪਤਾ ਨਹੀਂ ਕਿੰਨੇ ਲੋਕਾਂ ਦੇ FCRA ਲਾਇਸੈਂਸ ਕੈਂਸਲ ਕੀਤੇ ਨੇ, ਬਿਕੋਜ਼ ਉਹਨਾਂ ਦਾ ਕੰਮ ਇਹੀ ਹੈ ਟੂ ਕੀਪ ਅ ਚੈੱਕ ਕਿ ਕੌਣ ਅਸਲੀ ਦੇ ਵਿੱਚ ਸੇਵਾ ਕਰ ਰਿਹਾ ਤੇ ਕੌਣ ਪੈਸਾ ਅੰਦਰ ਕਰ ਰਿਹਾ। ਸੋ ਨਾਓ ਇਟਸ ਵੈਰੀ ਡਿਫਿਕਲਟ ਇਨ ਦਿਸ ਡੇ ਐਂਡ ਏਜ। ਤੇ ਜਿਹੜੇ ਸਰਵਾਈਵ ਕਰ ਰਹੇ ਨੇ ਉਹ ਕਰ ਰਹੇ ਨੇ ਬਿਕੋਜ਼ ਦੇ ਆਰ ਵੈਰੀ ਟਰਾਂਸਪੇਰੈਂਟ। ਤੇ ਲੋਕਾਂ ਦਾ ਟਰਸਟ ਵੀ ਇੱਦਾਂ ਹੀ ਆਉਂਦਾ ਜੇ ਮੈਂ ਲੋਕਾਂ ਨੂੰ ਦੱਸਾਂ ਹੀ ਨਹੀਂ ਕਿ ਮੇਰਾ ਪੈਸਾ ਕਿੱਥੇ ਜਾ ਰਿਹਾ। ਬਿਲਕੁਲ ਸਹੀ। ਤੁਸੀਂ 100 ਰੁਪਏ ਦਿੱਤੇ ਨੇ, ਤੁਹਾਡੀ ਇੱਛਾ ਤੇ ਇਹ ਨਾ ਗਰੀਬ ਵਾਸਤੇ ਹੀ ਜਾਏ। ਜਿਵੇਂ ਉਹਦਾ ਹਿਸਾਬ ਨਹੀਂ ਦਿੱਤਾ ਤੁਹਾਨੂੰ, ਤੁਸੀਂ ਕਦੀ ਵਾਪਸ ਡੋਨੇਟ ਨਹੀਂ ਕਰੋਗੇ। ਬਿਲਕੁਲ ਸਹੀ ਗੱਲ ਹੈ। ਐਂਡ ਇੱਕ ਹੋਰ ਚੀਜ਼, ਕਿਉਂਕਿ ਤੁਸੀਂ ਤਾਂ ਬਹੁਤ ਹੀ ਮੇਜਰ ਸਕੇਲ 'ਤੇ ਜਾ ਕੇ ਕੰਮ ਕਰ ਰਹੇ ਹੋ, ਗਲੋਬਲੀ ਤੁਸੀਂ ਕੰਮ ਕਰ ਰਹੇ ਹੋ, ਬਹੁਤ ਲੋਕੀ ਨੇ ਜਿਹੜੇ ਕਿ ਛੋਟੇ ਐਫਰਟਸ ਵੀ ਕਰਦੇ ਨੇ। ਤੇ ਕਈ ਵਾਰੀ ਇਹ ਹੁੰਦਾ ਹੈ ਕਿ ਜੇ ਉਹਨਾਂ ਨੇ ਕਿਸੇ ਨੂੰ 100 ਕੰਬਲ ਵੀ ਵੰਡੇ ਨੇਗੇ ਤਾਂ ਉਹਨਾਂ ਨੇ ਫਟਾਫਟ ਸਾਰੀਆਂ ਮੀਡੀਆ ਆਰਗੇਨਾਈਜੇਸ਼ਨ ਨੂੰ ਪ੍ਰੈਸ ਰਿਲੀਜ਼ ਕਰ ਦੇਣਾ ਆ, ਜਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਇੱਕ ਵੀਡੀਓ ਪੋਸਟ ਕਰ ਦੇਣੀ ਆ ਵੀ ਦੇਖੋ ਅਸੀਂ 100 ਕੰਬਲ ਵੰਡੇ। ਕਈ ਲੋਕੀ ਉਸ ਚੀਜ਼ ਨੂੰ ਪੋਜ਼ੀਟਿਵ ਵੀ ਲੈਂਦੇ ਨੇ ਵੀ ਚਲੋ ਬਹੁਤੇ ਲੋਕਾਂ ਤੱਕ ਚੀਜ਼ ਸਪਰੈਡ ਹੋ ਗਈ। ਬਹੁਤ ਸਾਰੇ ਇਸ ਚੀਜ਼ ਨੂੰ ਨੈਗੇਟਿਵ ਵੀ ਲੈਂਦੇ ਨੇ ਕਿ 100 ਕੰਬਲ ਵੰਡ ਕੇ ਤੁਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ, ਉਹਨਾਂ ਨੂੰ ਵੀਡੀਓ ਤੇ ਦਿਖਾ ਕੇ ਜਾਂ ਆਪਣੀਆਂ ਖਬਰਾਂ ਲਵਾ ਕੇ। ਤੁਹਾਡਾ ਕੀ ਟੇਕ ਹੈ ਇਸ 'ਤੇ? ਮੇਰਾ ਸਿੰਪਲ ਫਿਲੋਸਫੀ ਹੈ, ਜੇ ਆਰਗੈਨਿਕ PR ਹੈ, ਜੇ ਤੁਸੀਂ ਪੈਸਾ ਨਹੀਂ ਉਹਦੇ ਉੱਤੇ ਲਗਾ ਰਹੇ, ਫॉर ਐਗਜ਼ਾਮਪਲ ਤੁਸੀਂ ਫੋਨ ਤੋਂ ਸ਼ੂਟ ਕਰ ਰਹੇ ਹੋ, ਮੇਰੇ ਵਾਸਤੇ ਉਹ ਚੰਗਾ, ਬਿਕੋਜ਼ ਜੇ ਉਹ ਵੀਡੀਓ ਦੇਖ ਕੇ ਇੱਕ ਹੋਰ ਬੱਚੇ ਨੇ ਇੰਸਪੀਰੇਸ਼ਨ ਲੈ ਲਈ ਨਾ ਕਿ ਮੈਂ ਵੀ ਸੇਵਾ ਕਰਨੀ, ਆਈ ਥਿੰਕ ਉਹ ਵੀਡੀਓ ਸਕਸੈਸਫੁਲ ਹੈ। ਬਟ ਜੇ ਤੁਸੀਂ 100 ਪ੍ਰੈਸ ਵਾਲਿਆਂ ਨੂੰ ਬੁਲਾ ਰਹੇ ਹੋ, ਉਹਨਾਂ ਨੂੰ ਤੁਸੀਂ ਪੈਸੇ ਦੇ ਕੇ ਬੁਲਾ ਰਹੇ ਹੋ, ਆਈ ਥਿੰਕ ਤੁਸੀਂ ਸੇਵਾ ਦਾ ਪੈਸਾ ਉੱਥੇ ਲਾਤਾ, ਫਿਰ ਉਹ ਆਪਣੀ PR ਹੈ, ਉਹ ਸੇਵਾ ਦੀ PR ਨਹੀਂ ਹੈ, ਫਿਰ ਤੁਸੀਂ ਆਪਣਾ ਨਾਮ ਅੱਗੇ ਕਰ ਰਹੇ ਹੋ। ਬਟ ਜੇ ਆਰਗੈਨਿਕ ਹੈ, ਆਈ ਫੀਲ ਕਿ ਉਹ 100% ਐਗਰੀਡ ਹੈ, ਬਿਕੋਜ਼ ਅੱਜ ਦਾ ਦੌਰ ਹੀ ਇੱਦਾਂ ਕਿ ਤੁਸੀਂ ਵੀਡੀਓ ਪਾਓਗੇ ਦੈਨ ਯੂ ਕੈਨ ਡੂ ਮੋਰ ਵਰਕ, ਲੋਕੀ ਵੇਖਣਗੇ, ਉਹ ਡੋਨੇਟ ਕਰਨਗੇ, ਤੁਸੀਂ ਹੋਰ ਕੰਮ ਕਰੋਗੇ। ਬਟ ਜੇ ਤੁਸੀਂ ਪੇਡ PR ਕਰ ਰਹੇ ਹੋ, ਉਹ ਸਸਟੇਨੇਬਲ ਨਹੀਂ ਹੈ। ਤੁਸੀਂ ਕਿੰਨੇ ਲੋਕਾਂ ਨੂੰ ਪੈਸੇ ਦਿਓਗੇ? ਬਿਲਕੁਲ ਸਹੀ ਗੱਲ ਹੈ। ਐਕਟਿਵਿਸਟ ਹੋਣ ਦੇ ਨਾਲ ਨਾਲ ਤੁਹਾਡੇ ਲਈ ਸੋਸ਼ਲ ਮੀਡੀਆ ਇਨਫਲੂਐਂਸਰ ਹੋਣਾ ਕਿਉਂ ਜ਼ਰੂਰੀ ਆ? ਮੇਰਾ ਸਿੰਪਲ ਲੌਜਿਕ ਸੀ, ਮੈਂ ਕਿਹਾ ਯਾਰ ਮੈਂ ਸੈਲਰੀ ਲੈਂਦਾ ਨਹੀਂ ਫਾਊਂਡੇਸ਼ਨ ਤੋਂ, ਹੁਣ ਮੈਂ ਆਪਣਾ ਘਰ ਕਿਵੇਂ ਚਲਾਵਾਂ। ਤੇ ਅਸੀਂ 3-4 ਯਾਰ ਬੈਠੇ ਸੀ, ਸਾਰੇ ਇਨਫਲੂਐਂਸਰ ਸੀ। ਉਹ ਕਹਿੰਦੇ ਯਾਰ ਤੂੰ ਕੰਟੈਂਟ ਬਣਾਉਣਾ ਸ਼ੁਰੂ ਕਰ ਦੇ। ਮੈਂ ਕਿਹਾ ਕਿਸੇ ਨੇ ਨਹੀਂ ਵੇਖਣਾ, ਸੇਵਾ ਇਜ਼ ਨਾਟ ਵੈਰੀ ਗੁੱਡ ਤੇ ਟ੍ਰੈਂਡੀ।
ਮੈਂ ਕਿਹਾ ਤੂੰ ਕੋਸ਼ਿਸ਼ ਕਰਦੇ, ਮੈਂ ਪਹਿਲੀ ਵੀਡੀਓ ਪਾਈ ਉਹ 1 ਮਿਲੀਅਨ ਵਿਊ ਹੋ ਗਏ, ਮੈਂ ਦੂਜੀ ਵੀਡੀਓ ਪਾਈ 4 ਮਿਲੀਅਨ ਵਿਊ। ਮੈਂ ਕਿਹਾ ਯਾਰ ਲੋਕਾਂ ਨੂੰ ਸੇਵਾ ਦੇ ਬਾਰੇ 'ਚ ਵੀ ਗੱਲ ਕਰਨੀ ਹੈ, ਤੇ ਮੈਂ ਕੰਟੈਂਟ ਬਣਾਉਣਾ ਸ਼ੁਰੂ ਕਰਤਾ, ਤੇ ਉਹਦੇ ਕਰਕੇ ਮੇਰੀ ਇੱਕ ਨੀਸ਼ ਬਣ ਗਈ। ਕੋਈ ਵੀ ਕੰਪਨੀ ਹੈ, ਉਹਨਾਂ ਨੇ ਕੋਈ ਕਾਈਂਡਨੈਸ ਦਾ ਕੈਂਪੇਨ ਕਰਨਾ ਹੈ, ਗੁੱਡਨੈਸ ਦਾ ਕੈਂਪੇਨ ਕਰਨਾ, ਉਹਨਾਂ ਦੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਹੈ। ਤੇ ਮੈਂ ਆਪਣੀ ਜਗ੍ਹਾ ਬਣਾ ਲਈ ਇੱਕ, ਕਿ ਯਾਰ ਜੇ ਕਿਸੇ ਨੂੰ ਵੀ ਕਾਈਂਡਨੈਸ ਜਾਂ ਗੁੱਡਨੈਸ ਦਾ ਕੈਂਪੇਨ ਕਰਾਉਣਾ ਹੈ ਨਾ, ਉਹਨੂੰ ਮੇਰੇ ਕੋਲ ਆਉਣਾ ਹੀ ਪਏਗਾ। ਕੱਲ ਨੂੰ ਫੋਰ ਐਗਜ਼ਾਮਪਲ ਤੁਸੀਂ ਕੋਈ ਕੈਂਪੇਨ ਕਰਦੇ ਹੋ, ਬਿਊਟੀ ਇਨਸਾਈਡ ਯੂ ਫੋਰ ਐਗਜ਼ਾਮਪਲ ਦੇ ਰਹੇ, ਹੁਣ ਤੁਸੀਂ ਕਿੱਦੇ ਕੋਲ ਜਾਓਗੇ? ਜਿਹੜਾ ਕੋਈ ਨੱਚਦਾ ਟੱਪਦਾ ਤੁਸੀਂ ਉੱਥੇ ਕੋਲ ਜਾ ਨਹੀਂ ਸਕਦੇ। ਕੋਈ ਕ੍ਰਿਕਟਰ ਹੈ, ਉਹ ਵੀ ਕੋਈ ਬਿਊਟੀ ਇਨਸਾਈਡ ਯੂ ਦਾ ਕੈਂਪੇਨ ਨਹੀਂ ਕਰ ਪਾਊਗਾ। ਬਟ ਜੇ ਕੋਈ ਬੰਦਾ ਸੇਵਾ ਕਰ ਰਿਹਾ ਤੇ ਗੱਲ ਵੀ ਸੇਵਾ ਦੀ ਕਰ ਰਿਹਾ, ਹੀ ਇਜ਼ ਯੋਰ ਪਰਫੈਕਟ ਫਿਟ। ਤੇ ਮੈਂ ਇੱਕ ਸੋਸ਼ਲ ਮੀਡੀਆ ਕ੍ਰੀਏਟਰ ਇਕੋਨਮੀ ਦੇ ਵਿੱਚ ਮੈਂ ਆਪਣੀ ਜਗ੍ਹਾ ਬਣਾ ਲਈ। ਐਂਡ ਲੋਕੀ ਤੁਹਾਡੇ ਤੇ ਸਵਾਲ ਨਹੀਂ ਕਰਦੇ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਸੇਵਾ ਕਰੋ, ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਡੋਨੇਟ ਕਰੋ, ਪਰ ਤੁਸੀਂ ਖੁਦ ਬ੍ਰਾਂਡਡ ਕੱਪੜੇ ਪਾਉਂਦੇ ਹੋ ਜਾਂ ਬ੍ਰਾਂਡਡ ਸ਼ੂਜ਼ ਪਾਉਂਦੇ ਹੋ, ਤੁਸੀਂ ਬਹੁਤ ਮਹਿੰਗੀਆਂ ਘੜੀਆਂ ਲਾਉਂਦੇ ਹੋ, ਕਦੇ ਇਸ ਚੀਜ਼ ਤੇ ਕੁਐਸਚਨ ਨਹੀਂ ਹੋਇਆ ਤੁਹਾਨੂੰ? ਬਿਕੋਜ਼ ਉਹ ਮੈਂ ਖੁਦ ਦੀ ਕਿਰਤ ਕਰ ਰਿਹਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਖੁਦ ਦੀ ਕਿਰਤ ਕਰਨੀ ਹੈ, ਫਿਰ ਸੇਵਾ ਕਰਨੀ ਹੈ। ਜੇ ਮੇਰਾ ਖੁਦ ਦਾ ਬਰਤਨ ਹੀ ਨਹੀਂ ਭਰਿਆ, ਆਈ ਵਿਲ ਆਲਵੇਜ਼ ਬੀ ਥਿੰਕਿੰਗ ਕਿ ਮੇਰੇ ਘਰ ਦੇ ਵਿੱਚ ਰੋਟੀ ਨਹੀਂ, ਮੈਂ ਕਿਵੇਂ ਪੈਸਾ ਅੰਦਰ ਕਰ ਲਵਾਂ। ਤਾਂ ਹੀ NGOs ਫੇਲ ਹੁੰਦੀਆਂ, ਬਿਕੋਜ਼ ਦੇ ਆਰ ਨਾਟ ਸਕਸੈਸਫੁਲ ਦੈਮਸੈਲਵਸ। ਅਸੀਂ ਪਹਿਲਾਂ ਆਪਣਾ ਸਕਸੈਸਫੁਲ ਬਿਜ਼ਨਸ ਬਿਲਡ ਕੀਤਾ, ਚਾਹੇ ਉਹ ਲਾਸ ਦੇ ਵਿੱਚ ਬਾਅਦ 'ਚ ਗਿਆ, ਬਿਕੋਜ਼ ਉਹ ਸੇਵਾ ਦੇ ਵਿੱਚ ਅਸੀਂ ਪੈਸਾ ਲਾਇਆ। ਪਰ ਅਸੀਂ ਫਿਰ ਤੋਂ ਖੜੇ ਹੋਏ, ਵੀ ਬਿਲਡ ਅਨਦਰ ਬਿਜ਼ਨਸ ਅਸੀਂ। ਫਿਰ ਮੈਂ ਸੋਸ਼ਲ ਮੀਡੀਆ ਦੇ ਵਿੱਚ ਵੜ ਗਿਆ ਮੈਂ, ਤੇ ਨਾਓ ਮੈਂ ਰੋਜੀ ਰੋਟੀ ਕਮਾ ਰਿਹਾ, ਤੇ ਉਹਦੇ ਕੋਲੋਂ ਮੈਂ ਫਿਰ ਚੰਗੇ ਕੱਪੜੇ ਪਾਉਂਦਾ। ਬਟ ਜੇ ਮੈਂ ਸੇਵਾ ਦੇ ਪੈਸੇ ਤੋਂ ਮੈਂ ਇਹ ਸਭ ਕਰ ਰਿਹਾ, ਫਿਰ ਉਹ ਗਲਤ ਗੱਲ ਹੈ। ਬਟ ਜੇ ਮੈਂ ਕਿਰਤ ਦੀ ਸੱਚੀ ਕਮਾਈ ਦੇ ਵਿੱਚੋਂ ਮੈਂ ਇਹ ਸਭ ਕਰ ਰਿਹਾ, ਦੈਨ ਆਈ ਫੀਲ ਕੱਲ ਨੂੰ ਮੈਂ ਬੈਲੈਂਸੀਆਗਾ ਵੀ ਪਾਵਾਂਗਾ, ਕੱਲ ਨੂੰ ਮੈਂ LV ਵੀ ਪਾਵਾਂਗਾ, ਬਿਕੋਜ਼ ਉਹ ਮੇਰੀ ਖੁਦ ਦੀ ਕਮਾਈ ਦੇ ਵਿੱਚੋਂ ਹੈ। ਜੇ ਮੈਂ ਆਪਣਾ ਟਾਈਮ ਵੀ ਸਪਲਿਟ ਕਰ ਰਿਹਾ, ਆਈ ਐਮ ਆਲਸੋ ਕੰਸਲਟੈਂਟ ਟੂ ਅ ਲੋਟ ਆਫ ਕੰਪਨੀਜ਼ ਔਨ ਪਬਲਿਕ ਪੋਲਿਸੀ ਐਂਡ CSR ਲਾਅ। ਜੇ ਮੈਂ ਉਹਦੇ ਕੋਲੋਂ ਮੈਂ ਇਹ ਸਭ ਕਰ ਰਿਹਾ, ਤੇ ਠੀਕ ਗੱਲ ਹੈ, ਬਿਕੋਜ਼ ਮੈਂ ਆਪਣਾ ਆਈ ਟੈਲ ਯੂ ਹਾਊ ਮਾਈ ਡੇਜ਼। ਮੈਂ ਸਵੇਰੇ ਕੰਮ ਕਰਦਾ ਰੋਜ਼ਗਾਰ ਵਾਸਤੇ, ਜਿਵੇਂ 8 ਤੋਂ 2, ਫਿਰ ਮੈਂ 2 ਵਜੇ ਤੋਂ ਬਾਅਦ ਮੈਂ ਸੇਵਾ ਦੇ ਸਾਰਾ ਕੰਮ ਕਰਦਾ। ਅੱਛਾ। ਜੇ ਆਪਣਾ ਟਾਈਮ ਵੰਡਿਆ ਹੋਇਆ, ਬਿਕੋਜ਼ ਮੈਨੂੰ ਪਤਾ ਹੈ ਕਿ ਪੈਸੇ ਦੀ ਵੈਲਿਊ ਕਿੰਨੀ ਹੈ, ਤੇ ਰੋਜ਼ਗਾਰ ਵੀ ਉੱਥੋਂ ਹੀ ਚੱਲਣਾ ਹੈ ਮੇਰਾ। ਬਿਲਕੁਲ ਸਹੀ ਗੱਲ ਹੈ। ਐਂਡ ਤੁਹਾਨੂੰ ਕਿਸੇ ਨੇ ਕੁਐਸਚਨ ਨਹੀਂ ਕੀਤਾ, ਜਿਵੇਂ ਮੈਂ ਕਿਹਾ ਕਿ ਆਪਾਂ ਬਹੁਤ ਸਾਰੀ ਇੱਕ ਸਟੈਂਪ ਲਾ ਦਿੰਦੇ ਬੜੀ ਛੇਤੀ ਕਿਸੇ ਤੇ, ਹੈ ਨਾ, ਕਿ ਤੁਸੀਂ ਸੇਵਾ ਕਰਦੇ ਹੋ ਤਾਂ ਮਤਲਬ ਕਿ ਤੁਸੀਂ ਗੁਰਬਾਣੀ ਤੋਂ ਇਲਾਵਾ ਜਾਂ ਸੇਵਾ ਤੋਂ ਇਲਾਵਾ ਕਿਸੇ ਚੀਜ਼ ਦੀ ਗੱਲ ਨਹੀਂ ਕਰ ਸਕਦੇ। ਜਦੋਂ ਆਪਾਂ ਤੁਹਾਡੀ ਇੰਸਟਾਗ੍ਰਾਮ ਤੇ ਜਾਂਦੇ ਹਾਂ ਤਾਂ ਤੁਸੀਂ ਉੱਥੇ ਆਪਣੀਆਂ ਰੀਲਸ ਪਾਈਆਂ ਹੁੰਦੀਆਂ ਨੇ, ਐਂਡ ਉਹਦੇ ਤੇ ਟੌਪ ਦੇ ਪੰਜਾਬੀ ਆਰਟਿਸਟਾਂ ਦੇ ਗਾਣੇ ਲੱਗੇ ਹੁੰਦੇ ਨੇ, ਹਿੰਦੀ ਗਾਣੇ ਲੱਗੇ ਹੁੰਦੇ ਨੇ। ਤੁਹਾਨੂੰ ਉਸ ਚੀਜ਼ ਤੇ ਕਦੇ ਕਿਸੇ ਨੇ ਪੁਆਇੰਟ ਆਊਟ ਨਹੀਂ ਕੀਤਾ ਕਿ ਇਹ ਸਿੱਖ ਨਹੀਂ ਹੋ ਸਕਦਾ? ਕਿਉਂ ਨਹੀਂ ਹੋ ਸਕਦਾ ਸਿੱਖ? ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇਹੀ ਕਿਹਾ, ਇਹਨ ਗਰੀਬ ਸਿੱਖਾਂ ਨੂੰ ਦਿਓ ਪਾਤਸ਼ਾਹੀ। ਤੇ ਜਿਹੜਾ ਪਾਤਸ਼ਾਹ ਹੁੰਦਾ ਉਹ ਕਿਵੇਂ ਰਾਜ ਕਰਦਾ ਹੈ? ਜਿਹੜੇ ਲੋਕੀ ਹੁੰਦੇ ਨੇ, ਯੂ ਲਿਸਨ ਟੂ ਪੋਜ਼ਿਟਿਵ ਫੀਡਬੈਕ ਐਂਡ ਯੂ ਇਗਨੋਰ ਨੈਗੇਟਿਵ ਫੀਡਬੈਕ। ਤੇ ਮੈਂ ਕਿਹਾ ਕਿ ਜੇ ਮੇਰਾ ਲਾਈਫ ਸਟਾਈਲ ਇੱਦਾਂ ਦਾ ਪਾਤਸ਼ਾਹ ਵਰਗਾ, ਮੈਂ ਕਿਹਾ ਇਹ ਤੇ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਰਿਹਾ। ਇਫ ਆਈ ਐਮ ਵੇਅਰਿੰਗ ਦ ਬੈਸਟ ਆਫ ਕਲੋਥਸ, ਜੇ ਮੈਂ ਸਭ ਤੋਂ ਚੰਗੇ ਕੱਪੜੇ ਪਾ ਰਿਹਾ, ਉਹੀ ਤੇ ਪਾਤਸ਼ਾਹ ਦਾ ਰੋਲ ਹੈ। ਤੁਸੀਂ ਕਿਸੇ ਵੀ ਗੁਰੂ ਨੂੰ ਲੈ ਲਓ, ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨੇ ਘੋੜਸਵਾਰ ਸੀ, ਕਿੰਨੇ ਅਕਾਲ ਤਖਤ ਬਣਾਤਾ ਉਹਨਾਂ ਨੇ। ਗੁਰੂ ਗੋਬਿੰਦ ਸਿੰਘ ਜੀ ਪ੍ਰਸ਼ਾਦੀ ਹਾਥੀ, ਜਿਹੜਾ ਰਾਇਲ ਹਾਥੀ ਸੀ ਉਹਨਾਂ ਦੇ ਕੋਲ, ਚੌਰ ਸਾਹਿਬ ਹੁੰਦਾ ਸੀ। ਵਾਈ? ਬਿਕੋਜ਼ ਦੇ ਹੈਵ ਡਨ ਇਟ ਇਨ ਦਾ ਪਾਸਟ। ਮਹਾਰਾਜਾ ਰਣਜੀਤ ਸਿੰਘ, ਇਹਨਾਂ ਨੇ ਫਕੀਰੀ ਲਾਈਫ ਸਟਾਈਲ ਨਹੀਂ ਲਿਆ, ਇਹਨਾਂ ਨੇ ਇੱਕ ਸੰਤ ਸਿਪਾਹੀ ਦਾ ਲਾਈਫ ਸਟਾਈਲ ਲਿਆ, ਇੱਕ ਰਾਜੇ ਦਾ ਲਾਈਫ ਸਟਾਈਲ, ਤੇ ਅਸੀਂ ਵੀ ਉਹੀ ਕਰਨਾ ਜੀ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਟਾਈਮ 'ਚ ਅਸੀਂ ਸਿੱਖ ਨੂੰ ਜਾਂ ਸਿੱਖੀ ਦੀ ਪਰਿਭਾਸ਼ਾ ਬਹੁਤ ਜ਼ਿਆਦਾ ਔਖੀ ਕਰਤੀ ਆ? ਮੇਰੇ ਵਾਸਤੇ ਸਿੰਪਲ ਹੈ, ਇੱਕ ਸੰਤ ਤੇ ਇੱਕ ਸਿਪਾਹੀ। ਹੁਣ ਸਿਪਾਹੀ ਦਾ ਐਂਗਲ ਆ ਗਿਆ ਸਾਰਾ ਉਹ ਕਿੰਗਡਮ ਵਾਲਾ, ਰਾਇਲਟੀ ਵਾਲਾ, ਤੇ ਸੰਤ ਦਾ ਆ ਗਿਆ ਨਿਮਰਤਾ ਵਾਲਾ। ਇਫ ਯੂ ਕੈਨ ਬੈਲੈਂਸ ਦ ਟੂ ਟੁਗੇਦਰ, ਉਹ ਮੇਰੇ ਵਾਸਤੇ ਸਿੱਖੀ ਹੈ। ਸਿੰਪਲ ਹੈ ਬਹੁਤ, ਸੰਤ ਤੇ ਸਿਪਾਹੀ। ਐਂਡ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾਂਦੇ ਹੋ, ਤੇ ਪੰਜਾਬ ਤੋਂ ਬਾਹਰ ਜਾ ਕੇ ਜਦੋਂ ਤੁਸੀਂ ਪੰਜਾਬ ਵੱਲ ਦੇਖਦੇ ਹੋ, ਕਿਉਂਕਿ ਤੁਸੀਂ ਵੈਸੇ ਵੀ ਗੁੜਗਾਉਂ ਬੌਰਨ ਬ੍ਰੌਟ ਅਪ ਹੋ, ਤੇ ਜਦੋਂ ਤੁਸੀਂ ਪੰਜਾਬ ਨੂੰ ਦੇਖਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਇਸ ਵੇਲੇ ਪੰਜਾਬ ਦੀ ਹਾਲਤ ਕੀ ਆ? ਜਾਂ ਇਟਸ ਵੈਰੀ ਕੰਟਰਰੀ ਟੂ ਦ ਮੀਡੀਆ ਦੇ ਵਿੱਚ ਦਿਖਾਉਂਦੇ ਕਿ ਪੰਜਾਬ ਉਜੜ ਰਿਹਾ, ਬਟ ਮੇਰੇ ਵਾਸਤੇ ਪੰਜਾਬ ਵਸ ਰਿਹਾ, ਕਦੀ ਉਜੜ ਹੀ ਨਹੀਂ ਸਕਦਾ, ਬਿਕੋਜ਼ ਇਹ ਤਾਂ ਗੁਰੂਆਂ ਦੀ ਧਰਤੀ ਹੈ। ਸੋ ਮੇਰੇ ਵਾਸਤੇ ਹਮੇਸ਼ਾ ਹੀ ਵਸਦਾ ਰਹੇਗਾ। ਜਿੰਨੇ ਵੀ ਚੈਲੰਜਸ ਆਏ ਨੇ, ਤੁਸੀਂ ਦੇਖੋ ਪੰਜਾਬ ਹਮੇਸ਼ਾ ਉਹ ਚੈਲੰਜਸ ਨੂੰ ਪਾਰ ਕਰਕੇ ਵਾਪਸ ਖੜਾ ਹੋਇਆ ਹੈ। ਤੇ ਮੈਨੂੰ ਨਹੀਂ ਲੱਗਦਾ ਪੰਜਾਬ ਕਦੀ ਡੁੱਬ ਸਕਦਾ ਹੈ। ਇੱਥੇ ਤੇ ਸਦਾ ਹੀ, ਜੇ ਨਾਮ ਹੀ ਅਨੰਦਪੁਰ ਸਾਹਿਬ ਕਰਤਾ, ਆਨੰਦਾਂ ਦਾ ਸ਼ਹਿਰ ਹੈ, ਤੇ ਮੇਰੇ ਵਾਸਤੇ ਆਈ ਡੋਂਟ ਐਗਰੀ ਵਿਦ ਦੀ ਨੋਸ਼ਨ ਕਿ ਪੰਜਾਬ ਦਾ ਬੇੜਾ ਗਰਕ ਹੋ ਰਿਹਾ। ਮੇਰੇ ਵਾਸਤੇ ਵਸਣਾ ਹੀ ਹੈ। ਜੇ ਹਲੇ ਟਾਈਮ ਖਰਾਬ ਹੈ ਤੇ 2 ਸਾਲ ਦੇ ਵਿੱਚ ਠੀਕ ਹੋ ਜਾਣਾ। ਹਾਂ, ਜਦੋਂ ਤੁਸੀਂ ਸੇਵਾ ਕਰਦੇ ਹੋ, ਵੈਸੇ ਇਹ ਇਲੌਜੀਕਲ ਕੁਐਸਚਨ ਵੀ ਤੁਹਾਨੂੰ ਲੱਗ ਸਕਦਾ ਹੈ ਕਿ ਜਦੋਂ ਤੁਸੀਂ ਸੇਵਾ ਕਰਦੇ ਹੋ, ਕਦੇ ਤੁਹਾਨੂੰ ਸੇਵਾ ਕਰਦੇ ਹੋਏ ਇਹ ਮਹਿਸੂਸ ਹੋਇਆ ਹੋਵੇ ਕਿ ਫਲਾਣੀ ਥਾਂ ਤੇ ਅਸੀਂ ਨਹੀਂ ਜਾਣਾ ਕਿਉਂਕਿ ਉੱਥੇ ਮੁਸਲਿਮ ਲੋਕੀ ਜ਼ਿਆਦਾ ਨੇ, ਜਾਂ ਇਹ ਮੁਸਲਿਮ ਕੰਟਰੀ ਆ, ਜਾਂ ਤੁਹਾਡੇ ਸੇਵਾ ਕਰਦਿਆਂ ਹੋਇਆਂ ਕਿਸੇ ਇੱਕ ਪਰਸਨ ਨੇ ਆਪਣਾ ਹੱਥ ਪਿੱਛੇ ਕੀਤਾ ਹੋਵੇ ਕਿ ਮੈਂ ਸਿੱਖ ਤੋਂ ਇਹ ਚੀਜ਼ ਨਹੀਂ ਲੈਣੀ, ਜਾਂ ਸਿੱਖ ਤੋਂ ਮੈਂ ਕੋਈ ਦਾਨ ਜਾਂ ਕੋਈ ਮਦਦ ਨਹੀਂ ਲੈਣੀ? ਤੁਸੀਂ ਕਦੇ ਵੀ ਇਹ ਐਕਸਪੀਰੀਅੰਸ ਕੀਤਾ? ਜਿਵੇਂ ਅਸੀਂ ਦਿੱਲੀ ਦੀ ਦਸੰਬਰ ਦੀ ਗੱਲ ਹੈ,
ਅਸੀਂ ਨਿਜ਼ਾਮੂਦੀਨ ਦਰਗਾਹ ਦੇ ਉੱਤੇ ਜਾ ਕੇ ਕੰਬਲ ਵੰਡੇ ਬਿਕੋਜ਼ ਕਿ ਉਹ ਇਨਸਾਨ ਨਹੀਂ ਹੈ, ਮੁਸਲਮਾਨ ਨੂੰ ਠੰਡ ਨਹੀਂ ਲੱਗਦੀ। ਮਹਾਰਾਜ ਤੇ ਕਹਿੰਦੇ ਨੇ ਕਿ ਰੈਕਗਨਾਈਜ਼ ਦੀ ਇੰਟਾਇਰ ਹਿਊਮਨ ਰੇਸ ਐਜ਼ ਵਨ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਜੇ ਉਹਨਾਂ ਨੇ ਕਹਿਤਾ ਹੂ ਆਰ ਵੀ ਟੂ ਕਾਊਂਟਰ ਇਟ, ਤੇ ਫਿਰ ਹੁਣੇ ਹੀ ਰਮਜ਼ਾਨ ਦਾ ਮਹੀਨਾ ਸੀ ਤੇ ਅਸੀਂ ਪੂਰੇ ਮਹੀਨੇ ਜਾ ਕੇ ਉਹਨਾਂ ਨੂੰ ਫਰੂਟਸ ਦਿੰਦੇ ਸੀ ਬਿਕੋਜ਼ ਜੇ ਉਹਨਾਂ ਦੇ ਕੋਲ ਰਿਸੋਰਸਸ ਨਹੀਂ ਹੈ ਟੂ ਬਾਏ ਫਰੂਟਸ ਤੇ ਉਹਨਾਂ ਨੇ ਹੋਰ ਭੁੱਖੇ ਰਹਿਣਾ। ਉਹ ਕਿਹਨੂੰ ਯਾਦ ਕਰ ਰਿਹਾ? ਅੱਲਾ ਨੂੰ ਹੀ ਯਾਦ ਕਰ ਰਿਹਾ ਨਾ। ਤੇ ਮੇਰੇ ਵਾਸਤੇ ਚਾਹੇ ਉਹ ਅੱਲਾ ਹੋਏ, ਰਾਮ ਹੋਏ, ਵਾਹਿਗੁਰੂ ਹੋਏ, ਸਭ ਬਰਾਬਰ ਹੈ ਬਿਕੋਜ਼ ਮਹਾਰਾਜ ਨੇ ਕਿਹਾ ਹਮਕੋ ਹਮਾਰਾ ਖੂਬ ਤੁਮਕੋ ਤੁਮਾਰਾ। ਜੇ ਸਾਨੂੰ ਸਾਡਾ ਧਰਮ ਪਿਆਰਾ ਹੈ, ਤੁਹਾਨੂੰ ਵੀ ਤੁਹਾਡਾ ਧਰਮ ਪਿਆਰਾ ਹੈ। ਤੇ ਆਈ ਡੋਂਟ ਥਿੰਕ ਕਿ ਇਹ ਵਿਤਕਰਾ ਹੋਣਾ ਚਾਹੀਦਾ ਹੈ। ਤੇ ਮੈਂ ਤੇ ਹੋਰ ਕਾਊਂਟਰ ਕਰਦਾ ਬਿਕੋਜ਼ ਦੀ ਸਟਰੋਂਗੈਸਟ ਮੈਸੇਜ ਇਜ਼ ਟੂ ਸਟੈਂਡ ਵਿਦ ਸਮਬਡੀ। ਜੇ ਤੁਸੀਂ ਉਹਨੂੰ ਦਬਾ ਰਹੇ ਹੋ, ਤੁਸੀਂ ਉਹਦੇ ਨਾਲ ਖੜੇ ਹੋ ਜਾਓਗੇ ਨਾ, ਉਹਨੂੰ ਇੱਕ ਸਹਾਰਾ ਮਿਲਦਾ ਮੋਰਲੀ ਐਂਡ ਮੈਂਟਲੀ। ਤੇ ਇਟ ਇਜ਼ ਸਿੰਬਲਿਜ਼ਮ ਕਹਿੰਦੇ ਇਹਨੂੰ, ਇੱਕ ਕਨਸੈਪਟ ਨੂੰ, ਕਿ ਜੇ ਤੁਸੀਂ ਇਨਡਾਇਰੈਕਟ ਵੇ ਦੇ ਵਿੱਚ ਕਿਸੇ ਨੂੰ ਸਹਾਰਾ ਦੇ ਰਹੇ ਹੋ। ਹੁਣ ਜੇ ਮੈਂ ਰਮਜ਼ਾਨ ਦੇ ਵਿੱਚ ਜਾ ਕੇ ਡੋਮੀਨੋਜ਼ ਦਾ ਪੀਜ਼ਾ ਖਾ ਰਿਹਾ ਇੱਕ ਮੁਸਲਮਾਨ ਦੇ ਨਾਲ, ਉਹ ਤੁਸੀਂ ਵੀਡੀਓ ਦੇਖੋਗੇ ਨਾ, ਤਾਂ ਉਹਦੇ ਵਿੱਚ ਇਹੀ ਹੈ ਕਿ ਮੈਂ ਰਮਜ਼ਾਨ ਦਾ ਲਾਸਟ ਦੇ ਵਿੱਚ ਪੀਜ਼ਾ ਖਾ ਰਿਹਾ। ਹੁਣ ਪੀਜ਼ਾ ਦੀ ਕਿੰਨੀ ਕੋਸਟ ਹੋਏਗੀ? 400 ਰੁਪਏ, 500 ਰੁਪਏ। ਬਟ ਇਟ ਗਿਵਸ ਅ ਸਟਰੋਂਗ ਮੈਸੇਜ ਟੂ ਦ ਵਰਲਡ ਕਿ ਯਾਰ ਮੇਰੇ ਵਾਸਤੇ ਡਿਸਕ੍ਰਿਮੀਨੇਸ਼ਨ ਨਹੀਂ ਹੈ। ਇਟ ਇਜ਼ ਨੋਨ ਐਜ਼ ਸਿੰਬਲਿਜ਼ਮ। ਤੇ ਇਹ ਸਾਰੀ ਚੀਜ਼ਾਂ ਕਰਨੀ ਬਹੁਤ ਇੰਪੋਰਟੈਂਟ ਹੈ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਜਦ ਤੁਸੀਂ ਅੱਜ ਦਿਖਾ ਰਹੇ ਹੋ ਹਿੰਦੂ ਮੁਸਲਿਮ, ਤੁਸੀਂ ਇਹ ਨੈਰੇਟਿਵ ਬਣਾਇਆ ਜਾ ਰਿਹਾ ਤੇ ਅਸੀਂ ਤਾਂ ਕਹਿੰਦੇ ਨਹੀਂ, ਸਾਡੇ ਵਾਸਤੇ ਸਾਰੇ ਇਨਸਾਨ ਬਰਾਬਰ ਨੇ। ਐਂਡ ਇੱਕ ਚੀਜ਼ ਹੋਰ ਮੈਂ ਇਹਦੇ ਨਾਲ ਜੋੜਨਾ ਚਾਹੁੰਦੀ, ਜਿਹੜੀ ਕਿ ਤੁਸੀਂ ਡਿਸਕ੍ਰਿਮੀਨੇਸ਼ਨ ਤੇ ਜਿਹੜੀ ਗੱਲ ਕਰਦੇ ਹੁੰਦੇ ਹੋ ਕਿ ਸਾਡੇ ਘਰਾਂ 'ਚ ਕੰਮ ਕਰਦੇ ਲੋਕਾਂ ਦੇ ਹੱਥ ਦਾ ਬਣਾਇਆ ਖਾਣਾ ਅਸੀਂ ਖਾ ਸਕਦੇ ਹਾਂ, ਪਰ ਜਦੋਂ ਅਸੀਂ ਉਹਨਾਂ ਨੂੰ ਖਾਣਾ ਸਰਵ ਕਰਨਾ ਜਾਂ ਉਹਨਾਂ ਦੇ ਖਾਣਾ ਆ ਤਾਂ ਉਹਦੇ ਲਈ ਅਸੀਂ ਭਾਂਡੇ ਘਰਾਂ 'ਚ ਅਲੱਗ ਰੱਖਦੇ ਹਾਂ। ਮੈਂ ਇਹਦੇ ਬਾਰੇ ਬੜੀ ਗੱਲ ਕਰਦਾ ਬਿਕੋਜ਼ ਫੋਰ ਐਗਜ਼ਾਮਪਲ ਜੇ ਲਿਫਟਾਂ ਨੇ ਦਿੱਲੀ ਦੇ ਵਿੱਚ, ਉਹਨਾਂ ਦੇ ਵਾਸਤੇ ਸੈਪਰੇਟ ਲਿਫਟ ਹੈ। ਤੁਸੀਂ ਉਹਨਾਂ ਦੇ ਹੱਥ ਦਾ ਖਾਣਾ ਖਾ ਰਹੇ ਹੋ ਬਟ ਤੁਸੀਂ ਉਹਨਾਂ ਦੇ ਨਾਲ ਲਿਫਟ 'ਚ ਨਹੀਂ ਜਾ ਸਕਦੇ। ਉਹ ਤੁਹਾਡੇ ਸਾਰਾ ਕੰਮ ਕਰ ਰਹੇ ਨੇ, ਉਹ ਤੁਹਾਡੇ ਬੱਚਿਆਂ ਦਾ ਵੀ ਧਿਆਨ ਰੱਖ ਰਹੇ ਨੇ, ਤੁਹਾਨੂੰ ਸੇਫ ਵੀ ਰੱਖਣੇ, ਜਿਵੇਂ ਚੌਕੀਦਾਰ ਹੈ। ਬਟ ਫਿਰ ਤੁਸੀਂ ਵਿਤਕਰਾ ਕਰਦੇ ਹੋ ਜਸਟ ਬਿਕੋਜ਼ ਉਹਨਾਂ ਨੂੰ ਰਿਸੋਰਸਿਸ ਨਹੀਂ ਹੈ। ਵਾਈ ਆਰ ਯੂ ਡਿਸਕ੍ਰਿਮੀਨੇਟ? ਇਲੌਜੀਕਲ ਗੱਲ ਹੈ। ਇਹ ਤੇ ਉਹੀ ਕਾਸਟ ਸਿਸਟਮ ਤੋਂ ਹੀ ਸ਼ੁਰੂ ਕਰਤਾ। ਜਦ ਮਹਾਰਾਜ ਨੇ ਸਿੰਘ ਤੇ ਸਿੰਘ ਨਹੀਂ ਬਣਾਤਾ, ਸਿੰਘ ਤੇ ਕੌਰ ਬਣਾਤਾ, ਉਹਨਾਂ ਨੇ ਡਿਸਕ੍ਰਿਮੀਨੇਸ਼ਨ ਐਂਡ ਕਰਤਾ, ਕਾਸਟ ਸਿਸਟਮ ਅਬੋਲਿਸ਼ ਕਰਾ। ਤੁਸੀਂ ਉਹੀ ਕੰਮ ਸ਼ੁਰੂ ਕਰ ਰਹੇ ਹੋ ਵਾਪਸ ਕਿ ਅਸੀਂ ਜਿਸ ਤੁਸੀਂ ਵੇਖੋ ਕਿ ਪੰਜਾਬ ਦੇ ਵਿੱਚ ਵੀ ਕਈ ਗੁਰਦੁਆਰੇ ਨੇ ਕਿ ਇਹਨਾਂ ਦਾ ਇਸ ਸੈਕਟਰ ਦਾ ਇਹ ਗੁਰਦੁਆਰਾ ਹੈ, ਇਸ ਸੈਕਟਰ ਦਾ ਇਹ ਗੁਰਦੁਆਰਾ ਹੈ। ਈਵਨ ਸ਼ਮਸ਼ਾਨ ਘਾਟ ਵੀ ਅਸੀਂ ਅਲੱਗ-ਅਲੱਗ ਬਣਾਏ ਹੋਏ ਨੇ ਕਿ ਜ਼ਿਮੀਂਦਾਰ ਲੋਕਾਂ ਦਾ ਸੰਸਕਾਰ ਇਸ ਜਗ੍ਹਾ ਤੇ ਹੋਊਗਾ ਤੇ ਜਿਹੜੇ ਦੂਸਰੀ ਕਾਸਟ ਵਾਲੇ ਨੇ ਉਹਨਾਂ ਦਾ ਸੰਸਕਾਰ ਇਸ ਜਗ੍ਹਾ ਤੇ ਹੋਊਗਾ। ਜਦ ਅੰਮ੍ਰਿਤ ਸੰਚਾਰ ਹੁੰਦਾ ਤੁਸੀਂ ਇੱਕ ਹੀ ਬਾਟੇ 'ਚੋਂ ਅੰਮ੍ਰਿਤ ਛਕਦੇ ਹੋ। ਇਹ ਤਾਂ ਨਹੀਂ ਕਿ ਜਿਹੜੇ ਅਮੀਰ ਨੇ ਉਹਨਾਂ ਦੇ ਵਾਸਤੇ ਅਲੱਗ ਬਾਟਾ ਹੈ, ਜਿਹੜੇ ਗਰੀਬ ਨੇ ਉਹਨਾਂ ਦੇ ਵਾਸਤੇ ਅਲੱਗ ਬਾਟਾ ਹੈ। ਜਦ ਉੱਥੇ ਡਿਸਕ੍ਰਿਮੀਨੇਸ਼ਨ ਖਤਮ ਹੋ ਗਿਆ, ਤੁਸੀਂ ਫਿਰ ਕਿਉਂ ਇਹ ਕਨਸੈਪਟ ਸ਼ੁਰੂ ਕਰ ਰਹੇ ਹੋ? ਵਿਚ ਇਜ਼ ਵਾਈ ਆਈ ਡੋਂਟ ਐਗਰੀ ਵਿਦ ਇਟ ਕਿ ਜਦ ਮਹਾਰਾਜ ਨੇ ਖਤਮ ਕਰਤਾ ਡਿਸਕ੍ਰਿਮੀਨੇਸ਼ਨ, ਮੇਰੇ ਵਾਸਤੇ ਤਾਂ ਡਿਸਕ੍ਰਿਮੀਨੇਸ਼ਨ ਖਤਮ ਹੀ ਹੈ। ਤੇ ਮੈਂ ਤੇ ਫਿਰ ਜਾਣ ਬੁੱਝ ਕੇ ਉਹਨਾਂ ਦੇ ਨਾਲ ਰੋਟੀ ਖਾਂਦਾ, ਉਹਨਾਂ ਦੀ ਥਾਲੀ ਦੇ ਵਿੱਚ ਰੋਟੀ ਖਾਵਾਂਗਾ। ਇੰਨੀ ਵਾਰੀ ਹੁੰਦਾ ਕਿ ਜਦ ਅਸੀਂ ਜਾਂਦੇ ਹਾਂ ਬਾਹਰ, ਜਿਹੜੇ ਮੇਰੇ ਡਰਾਈਵਰ ਹੁੰਦੇ ਨੇ, ਜਿਹੜੇ ਮੇਰੇ ਨਾਲ ਕੋਈ ਮੇਰੀ ਗੱਡੀ ਚਲਾ ਰਿਹਾ ਜਾਂ ਕੋਈ ਮੇਰਾ ਕੰਮ ਕਰ ਰਿਹਾ, ਮੈਂ ਤਾਂ ਉਹਨਾਂ ਨੂੰ ਕਹਿੰਦਾ ਆਓ ਯਾਰ ਰੋਟੀ ਖਾ ਲਓ। ਤੇ ਲੰਗਰ ਦੇ ਵਿੱਚ, ਪੰਗਤ ਦੇ ਵਿੱਚ ਬਹਿ ਕੇ ਤੁਸੀਂ ਰੋਟੀ ਖਾ ਸਕਦੇ ਹੋ, ਤੁਸੀਂ ਆਪਣੇ ਘਰ ਦੇ ਡਾਈਨਿੰਗ ਟੇਬਲ ਦੇ ਵਿੱਚ ਕਿਉਂ ਵਿਤਕਰਾ ਕਰਦੇ ਹੋ? ਬਿਲਕੁਲ ਸਹੀ ਗੱਲ ਹੈ। ਐਂਡ ਸੇਵਾ ਦੇ ਵਿੱਚ ਵੀ ਤੁਸੀਂ ਬਲੌਕਿੰਗ ਕਰਦੇ ਹੋ ਕਿ ਨਹੀਂ, ਸਾਡੀ ਆਰਗੇਨਾਈਜੇਸ਼ਨ ਤਾਂ ਸਿਰਫ ਜਦੋਂ ਕਿਤੇ ਫਲੱਡ ਆ ਗਿਆ ਜਾਂ ਕੋਈ ਵੀ ਨੈਚੁਰਲ ਡਿਜ਼ਾਸਟਰ ਹੋ ਗਿਆ ਸਿਰਫ ਉੱਥੇ ਜਾ ਕੇ ਕੰਮ ਕਰੋਗੇ। ਐਜੂਕੇਸ਼ਨ 'ਚ ਵੀ ਤੁਸੀਂ ਕੰਮ ਕਰ ਰਹੇ ਹੋ। ਐਂਡ ਇਸ ਤੋਂ ਇਲਾਵਾ ਜਿਵੇਂ ਪੰਜਾਬ ਦੇ ਵਿੱਚ ਡਰੱਗ ਦੀ ਬਹੁਤ ਵੱਡੀ ਸਮੱਸਿਆ, ਤੁਸੀਂ ਕਦੇ ਕੋਸ਼ਿਸ਼ ਕੀਤੀ ਕਿ ਉਹਨਾਂ ਚੀਜ਼ਾਂ 'ਚ, ਕਿਉਂਕਿ ਲੋਕੀ ਐਕਸਪੈਕਟ ਕਰਦੇ ਨੇ, ਮੰਨ ਲਓ ਮੇਰੇ ਲਈ ਕਿਸੇ ਨੇ ਕੁਛ ਅੱਜ ਕਰਤਾ ਤਾਂ ਮੈਂ ਐਕਸਪੈਕਟ ਕਰੂੰਗੀ ਕਿ ਮੇਰੀ ਜ਼ਿੰਦਗੀ ਦੀ ਆਹ ਮੁਸ਼ਕਿਲ ਵੀ ਹੱਲ ਕਰ ਦੇਣ, ਇਹ ਵੀ ਕਰ ਦੇਣ, ਕਿ ਲੋਕ ਤੁਹਾਡੇ ਤੋਂ ਐਕਸਪੈਕਟ ਕਰਦੇ ਨੇ ਕਿ ਹੇਮਕੁੰਟ ਫਾਊਂਡੇਸ਼ਨ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਨਵੋਲਵ ਹੋਵੇ, ਇਹਨਾਂ ਨੂੰ ਸੌਰਟ ਆਊਟ ਕਰੇ, ਜਾਂ ਤੁਸੀਂ ਕਲੀਅਰ ਰਹਿੰਦੇ ਹੋ ਕਿ ਨਹੀਂ ਇਹ ਸਾਡੀ ਬਲੌਕਿੰਗ ਆ ਕਿ ਫਾਊਂਡੇਸ਼ਨ ਸਿਰਫ ਨੈਚੁਰਲ ਡਿਜ਼ਾਸਟਰਸ ਜਾਂ ਜਿੱਥੇ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਆ ਗਈ ਤਾਂ ਅਸੀਂ ਉੱਥੇ ਜਾ ਕੇ ਕੰਮ ਕਰਾਂਗੇ? ਕੋਈ ਵੀ ਜਦ ਸੰਸਥਾ ਬਣਾਉਂਦੇ ਹੋ ਨਾ, ਚਾਹੇ ਉਹ ਪ੍ਰੋਫਿਟੇਬਲ ਕੰਪਨੀ ਹੋਏ, ਫॉर ਐਗਜ਼ਾਮਪਲ ਬਿਜ਼ਨਸ, ਜਾਂ ਫਿਰ ਕੋਈ ਚੈਰੀਟੇਬਲ ਸੰਸਥਾ ਹੋਏ, ਉਹਦੀ ਵਿਜ਼ਨ ਤੇ ਮਿਸ਼ਨ ਹੋਣੀ ਬਹੁਤ ਇੰਪੋਰਟੈਂਟ ਹੈ। ਬਿਲਕੁਲ। ਤੇ ਸਾਡਾ ਮਿਸ਼ਨ ਹੈ ਕਿ ਅਸੀਂ 4 ਫੀਲਡ ਦੇ ਵਿੱਚ ਕੰਮ ਕਰਾਂਗੇ: ਡਿਜ਼ਾਸਟਰ, ਐਜੂਕੇਸ਼ਨ, ਹੈਲਥ ਕੇਅਰ ਤੇ ਇਨਵਾਇਰਨਮੈਂਟ। ਅਸੀਂ 4 ਥੰਮ ਬਣਾਤੇ ਤੇ ਅਸੀਂ ਇਹਦੇ ਵਿੱਚ ਕੰਮ ਕਰਨਾ ਹੈ। ਜੇ ਤੁਸੀਂ ਕਹੋਗੇ ਕੱਲ ਨੂੰ ਯਾਰ ਟੈਕਨੋਲੋਜੀ ਦੇ ਵਿੱਚ ਕੰਮ ਕਰਨਾ, ਅਸੀਂ ਬੋਲਦੇ ਹਾਂ ਸੌਰੀ ਜੀ, ਇਹ ਸਾਡਾ ਟੈਕਨੀਕਲ ਐਸਪੈਕਟ ਨਹੀਂ ਹੈ। ਬਿਲਕੁਲ। ਬਿਕੋਜ਼ ਹੈਵਿੰਗ ਅ ਮਿਸ਼ਨ ਇਜ਼ ਵੈਰੀ ਇੰਪੋਰਟੈਂਟ। ਜੇ ਇਨ ਥੰਮਾਂ ਦੇ ਵਿੱਚ ਕੋਈ ਵੀ ਕੰਮ ਅਸੀਂ ਜ਼ਰੂਰ ਕਰਾਂਗੇ। ਜਿਵੇਂ ਫॉर ਐਗਜ਼ਾਮਪਲ ਅਸੀਂ ਹੈਲਥ ਕੇਅਰ ਦੇ ਵਿੱਚ 21 ਮੋਬਾਈਲ ਮੈਡੀਕਲ ਯੂਨਿਟ ਚਲਾ ਰਹੇ ਹਾਂ। ਇਟਸ ਬੇਸਿਕਲੀ ਚੱਲਦਾ ਫਿਰਦਾ ਹਸਪੀਟਲ ਹੈ। ਜੇ ਫॉर ਐਗਜ਼ਾਮਪਲ ਫਿਰੋਜ਼ਪੁਰ ਬਾਰਡਰ ਹੈ, ਉੱਥੇ ਸਾਡੀ ਮੋਬਾਈਲ ਮੈਡੀਕਲ ਯੂਨਿਟ ਚੱਲਦੀ ਹੈ। ਖਟੀਮਾ ਬਾਰਡਰ ਨੇਪਾਲ, ਦੂਰ ਦੂਰ ਰਿਮੋਟੈਸਟ ਆਫ ਦੀ ਪਾਰਟਸ ਆਫ ਦ ਕੰਟਰੀ, ਜਿੱਥੇ ਕੋਈ ਹਸਪਤਾਲ ਨਹੀਂ ਹੈ, ਕੋਈ ਦਵਾਈਆਂ ਦਾ ਸਾਧਨ ਨਹੀਂ ਹੈ, ਉੱਥੇ ਜਾ ਕੇ ਅਸੀਂ ਇਹ ਮੋਬਾਈਲ ਮੈਡੀਕਲ ਯੂਨਿਟ ਚਲਾਉਂਦੇ ਹਾਂ। ਤੇ ਇਹ ਸਾਡਾ ਹੈਲਥ ਕੇਅਰ ਹੋ ਗਿਆ। ਐਜੂਕੇਸ਼ਨ ਦੇ ਵਿੱਚ ਜਿਹੜਾ ਮੈਂ ਕਿਹਾ ਸੀ ਇੰਡੀਆਜ਼ ਲਾਰਜੈਸਟ ਸਕਿੱਲ ਡਿਵੈਲਪਮੈਂਟ ਸੈਂਟਰ, ਰਣਵੀਰ ਸਿੰਘ ਨੂੰ ਅਸੀਂ ਲੈ ਕਰ ਆਏ ਉਹਦੇ ਐਡਵਾਈਜ਼ਰ ਵਾਸਤੇ। ਤੇ ਅਸੀਂ ਰਿਅਲਾਈਜ਼ ਕੀਤਾ ਕਿ ਯਾਰ ਜਿਹਦੇ ਘਰ ਦੇ ਵਿੱਚ ਰੋਟੀ ਨਹੀਂ ਹੈ, ਉਹਨਾਂ ਦੇ ਕੋਲ ਟਾਈਮ ਹੀ ਨਹੀਂ ਹੈ 12 ਸਾਲ ਆਪਣੇ ਬੱਚੇ ਨੂੰ ਪੜ੍ਹਾਉਣ ਵਾਸਤੇ। ਤੇ ਮੈਂ ਕਿਹਾ ਜੇ ਉਹਨੂੰ 3 ਸਾਲ ਦੇ ਵਿੱਚ ਅਸੀਂ ਇਕਵਿਪ ਕਰ ਦਈਏ ਕਿ ਤੂੰ 10,000 ਰੁਪਏ ਕਮਾ ਲੇ, ਉਹਦੇ ਵਾਸਤੇ ਉਹ ਕੈਨੇਡਾ ਜਾਣ ਦੇ ਬਰਾਬਰ ਹੋ ਗਿਆ। ਬਿਲਕੁਲ। ਤੇ ਇਟ ਇਜ਼ ਆਲ ਅਬਾਊਟ
ਚੇਂਜਿੰਗ ਦਾ ਸਿਸਟਮ, ਜੇ ਉਹ ਕੰਮ ਨਹੀਂ ਕਰ ਰਿਹਾ ਤੁਸੀਂ ਉਹਨੂੰ ਚੇਂਜ ਕਰਕੇ ਬੈਟਰ ਕਰ ਦਿਓ। ਹੂੰ ਤੇ এনवायरमेंट ਦੇ ਵਿੱਚ ਅਸੀਂ ਬੀਚ ਕਲੀਨਅਪਸ ਕਰਦੇ ਹਾਂ, ਜਿਵੇਂ ਬੰਬੇ ਦੇ ਵਿੱਚ ਜਿੱਥੇ ਬੀਚ ਹੁੰਦਾ ਹੈ ਉੱਥੇ ਬੀਚ ਕਲੀਨਅਪਸ ਕਰਦੇ ਹਾਂ। ਤੇ ਅਸੀਂ ਰੁੱਖ ਪ੍ਰਸ਼ਾਦ ਦਾ ਕਨਸੈਪਟ ਸ਼ੁਰੂ ਕਰਤਾ। ਅੱਛਾ ਜਿਵੇਂ ਗੁਰਪੁਰਬ ਦੇ ਵਿੱਚ ਅਸੀਂ ਦੇਖਿਆ ਕਿ ਉਹੀ ਛੋਲੇ ਭਟੂਰੇ ਦਾ ਕਨਸੈਪਟ, ਕਿਸੇ ਛੋਲੇ ਭਟੂਰੇ ਦਾ ਲੰਗਰ ਸ਼ੁਰੂ ਕਰਤਾ। ਮੈਂ ਕਿਹਾ ਨਹੀਂ, ਅਸੀਂ ਰੁੱਖ ਪ੍ਰਸ਼ਾਦ ਸ਼ੁਰੂ ਕਰਾਂਗੇ। ਕਿਉਂਕਿ ਜਿਹੜਾ ਬੰਦਾ ਗੁਰੂ ਘਰ ਤੋਂ ਲੈ ਕੇ ਜਾ ਰਿਹਾ ਨਾ ਕੋਈ ਬੂਟਾ ਜਾਂ ਕੋਈ ਪੌਦਾ, ਉਹਨੇ ਉਹ ਪਲਾਂਟ ਜ਼ਰੂਰ ਉਹ ਕਰਨਾ। ਸੰਭਾਲ ਵੀ ਕਰਨਗੇ ਉਸ ਚੀਜ਼ ਦੀ, ਬਿਲਕੁਲ। ਤੇ ਮੈਂ ਕਿਹਾ ਕਿ ਤੁਸੀਂ ਪ੍ਰਸ਼ਾਦ ਦਾ ਇੱਕ ਨਵਾਂ ਮਾਡਲ ਕਰ ਦਿਓ। ਤੇ ਮੈਂ ਕਿਹਾ ਇੰਸਟੈਡ ਆਫ ਲੰਗਰ ਤੁਸੀਂ ਇਹ ਸ਼ੁਰੂ ਕਰ ਦਿਓ। ਤੇ ਬਹੁਤ ਸਕਸੈਸ ਹੋਇਆ। ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸ਼ੁਰੂ ਕੀਤਾ ਸੀ 2015 ਦੇ ਵਿੱਚ। ਤੇ ਹਰ ਸਾਲ ਅਸੀਂ ਹੁਣ 10 ਲੱਖ ਪੌਦੇ ਵੰਡਦੇ ਹਾਂ, ਡਿਫਰੈਂਟ ਗੁਰਪੁਰਬ ਦੇ ਉੱਤੇ ਜਾ ਕੇ, ਡਿਫਰੈਂਟ ਤਿਉਹਾਰਾਂ ਦੇ ਉੱਤੇ ਜਾ ਕੇ। ਤੇ ਉਹ এনवायरमेंट ਦਾ ਸਾਡਾ ਹੋ ਗਿਆ। ਤੇ ਡਿਜ਼ਾਸਟਰ ਜਦ ਵੀ ਕਿਸੇ ਨੂੰ ਲੋੜ ਹੈ ਤਰਾਸਦੀ ਦੇ ਵਿੱਚ, ਉੱਥੇ ਵੀ ਟਰਾਈ ਕਿ 3 ਘੰਟੇ ਦੇ ਵਿੱਚ ਪਹੁੰਚ ਕੇ ਉੱਥੇ ਸੇਵਾ ਸ਼ੁਰੂ ਕਰਨੀ। ਬਿਕੋਜ਼ ਇਟ ਇਜ਼ ਆਲ ਅਬਾਊਟ ਟਾਈਮ, ਜੇ ਤੁਸੀਂ 2 ਦਿਨ ਬਾਅਦ ਜਾ ਰਹੇ ਹੋ ਕੋਈ ਫਾਇਦਾ ਹੀ ਨਹੀਂ, ਉੱਥੇ ਨੁਕਸਾਨ ਹੋ ਚੁੱਕਿਆ। ਪਰ ਤੁਸੀਂ 3 ਘੰਟੇ ਦੇ ਵਿੱਚ ਉੱਥੇ ਪਹੁੰਚ ਗਏ, ਆਈ ਥਿੰਕ ਉਹ ਬੈਸਟ ਟਾਈਮ ਐਂਟਰ ਕਰਨ ਵਾਸਤੇ। ਬਿਲਕੁਲ। ਜਦੋਂ ਆਪਣੇ ਕਿਸਾਨੀ ਮੋਰਚਾ ਹੋਇਆ ਸੀਗਾ ਤਾਂ ਉੱਥੇ ਸਾਡੇ ਕੁਲੀਗ ਨੇ, ਉਹਨਾਂ ਨੇ ਦੱਸਿਆ, ਕਹਿੰਦੇ ਬਹੁਤ ਸਾਰੇ ਜਿਹੜੇ ਟੈਂਟ ਸੀਗੇ ਹੇਮਕੁੰਟ ਫਾਊਂਡੇਸ਼ਨ ਨੇ ਵੀ ਲਾਏ ਸੀ। ਕਹਿੰਦੇ ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ ਹੈਗਾ। ਇਹਦਾ ਤੁਸੀਂ ਕੀ ਰੀਜ਼ਨ ਮੰਨਦੇ ਹੋ ਕਿ ਤੁਸੀਂ ਕੰਮ ਜ਼ਿਆਦਾ ਕਰਦੇ ਹੋ, ਉਸ ਚੀਜ਼ਾਂ ਨੂੰ ਗਲੋਰੀਫਾਈ ਘੱਟ ਕਰਦੇ ਹੋ? ਉਹ ਬੇਸਿਕਲੀ ਨੈਸ਼ਨਲ ਮੀਡੀਆ ਦੇ ਨੈਰੇਟਿਵ ਤੋਂ ਅਗੇਂਸਟ ਹੋ ਗਿਆ। ਬਹੁਤ ਲੋਕਾਂ ਨੇ ਗੱਲ ਕੀਤੀ, ਇੱਦਾਂ ਦੀ ਗੱਲ ਨਹੀਂ। NDTV ਨੇ ਬਹੁਤ ਸਪੋਰਟ ਕੀਤਾ ਸੀ ਉਸ ਟਾਈਮ ਦੇ ਵਿੱਚ। ਉਹਨਾਂ ਨੇ ਚਿੱਲਾ ਬਾਰਡਰ ਜਿਹੜਾ ਨੋਇਡਾ ਹੈ ਉਹਦਾ ਟੈਂਟ ਸਿਟੀ ਨੂੰ ਕਵਰ ਕੀਤਾ, ਸਿੰਘੂ ਬਾਰਡਰ ਨੂੰ ਵੀ ਕਵਰ ਕੀਤਾ, ਟੀਕਰੀ ਨੂੰ ਵੀ ਕਵਰ ਕੀਤਾ। ਬਟ ਆਈ ਥਿੰਕ ਲੋਕੀ ਭੁੱਲ ਗਏ ਨੇ, ਬਿਕੋਜ਼ ਉਹ ਖਾਲੀ ਕਿਸਾਨਾਂ ਦੀ ਸੇਵਾ ਸੀ। ਮੇਰੇ ਹਿਸਾਬ ਨਾਲ ਲੋਕੀ ਇੱਦਾਂ ਸੋਚਦੇ ਨੇ। ਕੋਵਿਡ ਲੋਕਾਂ ਨੂੰ ਯਾਦ ਰਹਿੰਦਾ ਬਿਕੋਜ਼ ਉਹ ਨੇਸ਼ਨ ਵਾਈਡ ਪ੍ਰੋਬਲਮ ਸੀ, ਇੰਟਰਨੈਸ਼ਨਲ ਪ੍ਰੋਬਲਮ ਸੀ। ਤੇ ਬਟ ਮੈਨੂੰ ਬੜੀ ਖੁਸ਼ੀ ਹੋਈ ਜਦ ਮੈਂ ਗ੍ਰਾਜ਼ੀਆ ਮਿਲੇਨੀਅਲ ਅਵਾਰਡ ਦੇ ਵਿੱਚ ਗਿਆ। ਇਹ ਨਾ ਸਭ ਤੋਂ ਵੱਡਾ ਇਵੈਂਟ ਹੁੰਦਾ ਬਾਲੀਵੁੱਡ ਵਾਸਤੇ। ਮੈਂ ਉੱਥੇ ਗਿਆ ਤੇ ਮੇਰੇ ਇੰਟਰੋਡਕਸ਼ਨ ਦੇ ਵਿੱਚ ਉਹਨਾਂ ਨੇ ਕੋਵਿਡ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਦੇ ਸੈਟ ਅਪ ਦ ਲਾਰਜੈਸਟ ਟੈਂਟ ਸਿਟੀ ਐਟ ਦ ਫਾਰਮਰ ਪ੍ਰੋਟੈਸਟ। ਤੇ ਜਿਹਨੂੰ ਯਾਦ ਹੈ ਉਹ ਜ਼ਰੂਰ ਗੱਲ ਕਰਦਾ, ਬਟ ਆਈ ਥਿੰਕ ਸਾਡਾ ਨਾ ਅਟੈਂਸ਼ਨ ਸਪੈਨ ਬੜਾ ਘੱਟ ਹੈ, ਉਹ ਇਗਨੋਰ ਕਰਦੇ ਨੇ। ਬਟ ਕਈ ਲੋਕੀ ਡਰਦੇ ਵੀ ਨਹੀਂ ਕਿ ਪ੍ਰੋਬਲਮੈਟਿਕ ਹੈ ਜੀ ਕਿਸਾਨ ਮੋਰਚਾ। ਤੇ ਆਈ ਥਿੰਕ ਉਹੀ ਗੱਲ ਹੈ। ਮੈਨੂੰ ਹਲੇ ਵੀ ਯਾਦ ਹੈ। ਆਈ ਥਿੰਕ ਮੇਰੇ ਲਾਈਫ ਦੇ ਵਿੱਚ ਸਭ ਤੋਂ ਜ਼ਿਆਦਾ ਲਰਨਿੰਗ ਉੱਥੋਂ ਹੋਈ ਹੈ, ਬਿਕੋਜ਼ ਮੈਂ 3 ਮਹੀਨੇ ਉੱਥੇ ਬਾਰਡਰਾਂ ਦੇ ਵਿੱਚ ਰਿਹਾ। ਅਸੀਂ ਪਤਾ ਨਹੀਂ ਕਿੰਨੇ ਟੈਂਟ, 10,000 ਕਿਸਾਨਾਂ ਵਾਸਤੇ ਅਸੀਂ ਟੈਂਟ ਸਿਟੀ ਐਸਟੈਬਲਿਸ਼ ਕੀਤੀ ਡਿਫਰੈਂਟ ਬਾਰਡਰ ਦੇ ਵਿੱਚ। ਬਿਕੋਜ਼ ਮੇਰੇ ਵਾਸਤੇ ਇਹ ਸੀ ਕਿ ਯਾਰ ਇੱਕ ਇਨਸਾਨ ਹੈ, ਇਹਨੂੰ ਸੌਣ ਦੀ ਜਗ੍ਹਾ ਚਾਹੀਦੀ, ਚਾਹੇ ਉਹ ਕੋਈ ਮੋਰਚਾ ਹੋਏ, ਚਾਹੇ ਉਹ ਕੋਈ ਵੀ ਕੰਟਰੀ ਹੋਏ। ਮੇਰੇ ਵਾਸਤੇ ਬੇਸਿਕ ਨੈਸੈਸਿਟੀ ਹੈ। ਜੇ ਯੂਨਾਈਟਿਡ ਨੇਸ਼ਨ ਕਹਿੰਦਾ ਹੈ ਕਿ ਫੂਡ ਐਂਡ ਸ਼ੈਲਟਰ ਇਜ਼ ਅ ਬੇਸਿਕ ਥਿੰਗ, ਤੇ ਤੁਸੀਂ ਕਿਵੇਂ ਡਿਨਾਈ ਕਰ ਸਕਦੇ ਹੋ? ਬਿਲਕੁਲ ਸਹੀ ਗੱਲ ਆ। ਐਂਡ ਜੇ ਕਿਸੇ ਨੇ ਹੇਮਕੁੰਟ ਫਾਊਂਡੇਸ਼ਨ ਦੇ ਨਾਲ ਜੁੜਨਾ ਆ ਤਾਂ ਉਹ ਕਿੱਦਾਂ ਜੁੜ ਸਕਦੇ ਨੇ, ਵਲੰਟੀਅਰ ਕਿੱਦਾਂ ਬਣ ਸਕਦੇ ਉਹ ਨੇ? hemkundfoundation.com ਦੀ ਵੈਬਸਾਈਟ ਤੇ ਜਾਓ ਤੁਸੀਂ ਉੱਥੇ ਵੋਲੰਟੀਅਰ ਫਾਰਮ ਵੀ ਭਰ ਸਕਦੇ ਹੋ। ਤੇ ਜੇ ਤੁਸੀਂ ਆਪਣਾ ਯੋਗਦਾਨ ਦੇਣਾ ਮੋਨਿਟਰੀ ਵਾਈਜ਼, ਤੁਸੀਂ ਆਪਣਾ ਦਸਵੰਧ ਵੀ ਉੱਥੇ ਦੇ ਸਕਦੇ ਹੋ। ਬਿਲਕੁਲ। ਐਂਡ ਇੱਕ ਤੇ ਗੁਰੂਕੁਲ ਲੈ ਕੇ ਤੁਸੀਂ ਆ ਰਹੇ ਹੋ, ਜਿਹਦੇ ਵਿੱਚ ਤੁਸੀਂ ਸਾਲ ਦੇ ਵਿੱਚ 1000 ਬੱਚਿਆਂ ਨੂੰ ਪੜ੍ਹਾਇਆ ਕਰੋਗੇ ਤੇ ਉਹਨਾਂ ਨੂੰ ਸਕਿਲਡ, ਮਤਲਬ ਉਹਨਾਂ ਨੂੰ ਕੋਈ ਨਾ ਕੋਈ ਸਕਿੱਲ ਦੋਗੇ ਤਾਂ ਕਿ ਅੱਗੇ ਜਾ ਕੇ ਇੰਪਲੋਇਮੈਂਟ ਦੇ ਵਿੱਚ ਉਹਨਾਂ ਨੂੰ ਹੈਲਪ ਹੋ ਸਕੇ। ਇਸ ਤੋਂ ਇਲਾਵਾ ਹੋਰ ਕੀ ਨਵੇਂ ਪ੍ਰੋਗਰਾਮਸ ਨੇਗੇ? ਜਿਵੇਂ ਅਸੀਂ ਪਲਾਨ ਕਰ ਰਹੇ ਹਾਂ, ਅਸੀਂ ਅਨਾਉਂਸ ਨਹੀਂ ਕੀਤਾ, ਬਟ ਆਈ ਥਿੰਕ ਹੁਣ ਸਹੀ ਟਾਈਮ ਹੈ ਤੁਹਾਡੇ ਪਲੇਟਫਾਰਮ ਦੇ ਉੱਤੇ ਕਿ ਡਾਇਲਿਸਿਸ ਸੈਂਟਰ ਸ਼ੁਰੂ ਕਰਨਾ ਗੁੜਗਾਉਂ ਦੇ ਵਿੱਚ। ਬਿਕੋਜ਼ ਡਾਇਲਿਸਿਸ ਬਹੁਤ ਮਹਿੰਗਾ ਹੈ, ਤੇ ਹਰ ਵਾਰੀ ਦਾ ਪ੍ਰੋਸੈਸ ਹਰ ਮਹੀਨੇ ਤੁਹਾਨੂੰ ਡਾਇਲਿਸਿਸ ਕਰਾਉਣਾ ਪਏਗਾ। ਉਹਦੀ ਕਾਸਟ ਮਾਰਕੀਟ ਦੇ ਵਿੱਚ 4000 ਰੁਪਏ। ਬਟ ਅਸੀਂ ਕੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਫ੍ਰੀ ਜਾਂ ਕਾਸਟ ਟੂ ਕਾਸਟ ਦੇ ਵਿੱਚ, ਜਿਵੇਂ ਉਹਦੀ ਐਕਚੁਅਲ ਕਾਸਟ ਲੋਕਾਂ ਨੂੰ ਪਤਾ ਹੀ ਨਹੀਂ, ਉਹ 400 ਰੁਪਏ ਖਾਲੀ ਐਕਚੁਅਲ ਕਾਸਟ। ਤੁਸੀਂ ਇੰਨੀ ਮੋਨੋਪੋਲੀ ਬਣਾਤੀ ਕਿ ਤੁਸੀਂ 400 ਰੁਪਏ ਦੀ ਚੀਜ਼ ਨੂੰ 4000 ਦੇ ਵਿੱਚ। ਅਸੀਂ ਉਹਦੀ ਪੂਰੀ ਰਿਸਰਚ ਕਰ ਲਈ ਹੈ, ਉਹਦੇ ਪ੍ਰੋਜੈਕਟ ਰਿਪੋਰਟ ਬਣਾ ਲਈ। ਅਸੀਂ ਲੋਕਾਂ ਨੂੰ ਮਿਲ ਵੀ ਰਹੇ ਜਿਹੜੇ ਇੰਡਸਟਰੀ ਐਕਸਪਰਟਸ ਨੇ, ਜਿਵੇਂ ਉਹ ਮੈਕਸ ਦੇ CEO ਹੋ ਗਏ, ਜਾਂ ਫਿਰ ਜਿਵੇਂ ਬਾਲਾ ਸਾਹਿਬ ਗੁਰਦੁਆਰਾ ਜਿੱਥੇ ਦਿੱਲੀ ਦੇ ਵਿੱਚ ਸਭ ਤੋਂ ਇੰਡੀਆ ਦਾ ਵੱਡਾ ਡਾਇਲਿਸਿਸ ਸੈਂਟਰ ਹੈ, ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਹੈ। ਤੇ ਆਈ ਥਿੰਕ ਉਹ ਸ਼ੁਰੂ ਹੋ ਜਾਣੇ ਮਹਾਰਾਜ ਦੀ ਕਿਰਪਾ ਨਾਲ 6 ਮਹੀਨਿਆਂ ਦੇ ਵਿੱਚ। ਤੇ ਕੋਸ਼ਿਸ਼ ਇਹ ਕਿ ਜਿੱਥੇ ਸੇਵਾ ਦੀ ਲੋੜ ਹੈ ਨਾ, ਕੋਈ ਗੈਪ ਹੈ, ਅਸੀਂ ਉਹਨੂੰ ਆਇਡੈਂਟੀਫਾਈ ਕਰਕੇ ਉਹ ਗੈਪ ਨੂੰ ਫੁੱਲਫਿਲ ਕਰ ਦਈਏ। ਬਿਲਕੁਲ ਸਹੀ। ਬਹੁਤ ਸ਼ੁਕਰੀਆ। ਥੈਂਕ ਯੂ ਜੀ। ਤੁਹਾਡਾ ਬਹੁਤ ਹੀ ਬਿਜ਼ੀ ਸਕੈਡਿਊਲ ਸੀਗਾ, ਪਰ ਫਿਰ ਵੀ ਤੁਸੀਂ ਸਾਡੇ ਲਈ ਸਮਾਂ ਕੱਢਿਆ, ਦੀ ਸੋਸ਼ਲ ਦੇ ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ। ਬਹੁਤ ਸ਼ੁਕਰੀਆ। ਮੈਂ ਚਾਹੂੰਗੀ ਕਿ ਅਗਰ ਤੁਸੀਂ ਜਾਂਦੇ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ ਤਾਂ ਜ਼ਰੂਰ ਕਹੋ। ਮੇਰੇ ਹਿਸਾਬ ਨਾਲ ਇਹ ਯੂਥ ਦਾ ਟਾਈਮ ਹੈ ਅੱਗੇ ਆਉਣ ਵਾਸਤੇ। ਸੇਵਾ ਤੁਸੀਂ ਇੱਕ ਸਟੈਪ ਲਓ ਨਾ ਸੇਵਾ ਵਾਸਤੇ, ਸੇਵਾ 100 ਸਟੈਪ ਲੈ ਕੇ ਤੁਹਾਡੇ ਕੋਲ ਆਏਗੀ। ਜਿਵੇਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਤੁਸੀਂ ਆਪਣੀ ਗੱਡੀ ਦੇ ਵਿੱਚ 5 ਕੰਬਲ ਰੱਖ ਲਓ ਸਰਦੀ ਦੇ ਵਿੱਚ, ਤੇ ਤੁਸੀਂ ਉਹਨੂੰ ਵੰਡ ਦਿਓ। ਮੇਰੇ ਵਾਸਤੇ ਉਹ ਸੇਵਾ ਹੈ। ਤੁਸੀਂ ਰੋਜ਼ 4 ਰੋਟੀਆਂ ਬਣਾਉਂਦੇ ਹੋ ਆਪਣੇ ਵਾਸਤੇ, ਤੁਸੀਂ ਇੱਕ ਐਕਸਟਰਾ ਪ੍ਰਸ਼ਾਦਾ ਬਣਾ ਲਓ। ਤੇ ਸਟਾਰਟ ਟੇਕਿੰਗ ਦੀ ਸਮਾਲ ਥਿੰਗਸ। ਤੁਸੀਂ ਵੇਖੋ ਕਿ ਇੰਡੀਆ ਦੇ ਵਿੱਚ ਭੁੱਖਮਰੀ ਖਤਮ ਹੋ ਜਾਣੀ ਹੈ ਜੇ ਹਰ ਇੱਕ ਇਨਸਾਨ ਰਿਸਪੌਂਸਿਬਿਲਿਟੀ ਲਊਗਾ। ਤੇ ਇਹ ਮੇਰਾ ਮੈਸੇਜ ਹੈ ਕਿ ਸਟਾਰਟ ਟੇਕਿੰਗ ਦੈਟ ਫਰਸਟ ਸਟੈਪ ਟੂਵਰਡਸ ਸੇਵਾ। ਜੀ ਬਹੁਤ ਸ਼ੁਕਰੀਆ ਹਰਤੀਰਥ। ਚਾਹੁੰਦੇ ਹਾਂ ਕਿ ਤੁਹਾਡੀ ਫਾਊਂਡੇਸ਼ਨ ਦੀ ਉਮਰ ਲੰਮੀ ਹੋਵੇ ਤਾਂ ਕਿ ਤੁਸੀਂ ਹਜ਼ਾਰਾਂ ਕਰੋੜਾਂ ਲੋਕਾਂ ਨੂੰ ਸਰਵ ਕਰ ਸਕੋ।
ਐਂਡ ਇਹ ਵੀ ਨਾ ਹੋਵੇ ਕਿ ਕਿਸੇ ਨੂੰ ਹਮੇਸ਼ਾ ਸਾਡੇ ਵੱਲ ਝਾਕਣਾ ਪਵੇ, ਅਸੀਂ ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਵੀ ਕਰੀਏ। ਤੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਸਾਨੂੰ ਇਹੋ ਜਿਹੇ ਮੌਕੇ ਘੱਟ ਹੀ ਮਿਲਣ ਕਿ ਜਿੱਥੇ ਜਾ ਕੇ ਸਾਨੂੰ ਲੋਕਾਂ ਦੇ ਲਈ ਕੁਝ ਕਰਨਾ ਪਵੇ। ਸਾਰੇ ਪਾਸੇ ਹਮੇਸ਼ਾ ਸੁੱਖ ਸ਼ਾਂਤੀ ਰਵੇ। ਪਰ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸੋ ਇਸ ਸਨ ਸਾਡੇ ਨਾਲ ਹੇਮਕੁੰਟ ਫਾਊਂਡੇਸ਼ਨ ਦੇ ਡਾਇਰੈਕਟਰ ਹਰਤੀਰਥ ਸਿੰਘ ਗੁਰੀ। ਇਹਨਾਂ ਨੂੰ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਵੀ ਫੋਲੋ ਕਰ ਸਕਦੇ ਹੋ। ਹੇਮਕੁੰਟ ਫਾਊਂਡੇਸ਼ਨ ਦੀ ਵੈਬਸਾਈਟ ਤੇ ਤੁਸੀਂ ਜਾ ਕੇ ਫਾਊਂਡੇਸ਼ਨ ਕੀ ਹੈ, ਕਿਵੇਂ ਕੰਮ ਕਰਦੀ ਹੈ, ਕਿਵੇਂ ਤੁਸੀਂ ਫਾਊਂਡੇਸ਼ਨ ਦੇ ਨਾਲ ਜੁੜ ਸਕਦੇ ਹੋ, ਇਹ ਵੀ ਜਾਣਕਾਰੀ ਤੁਹਾਨੂੰ ਉੱਥੋਂ ਮਿਲ ਸਕਦੀ ਹੈ। ਬਾਕੀ ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।